जी ज्ञानी जी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਸਾਰਿਆਂ ਦਾ ਆਨਲਾਈਨ ਕਲਾਸ ਵਿੱਚ ਸਵਾਗਤ ਹੈ ਜੀ। ਜੀ ਆਇਆਂ ਆਖਿਆ ਜਾਂਦਾ ਆਪ ਸਾਰਿਆਂ ਨੂੰ। ਜਿਵੇਂ ਕਿ ਅਸੀਂ ਪਿਛਲੇ ਦਿਨਾਂ ਵਿੱਚ ਸਾਰੇ ਵੀਰ ਭੈਣਾਂ ਨੇ ਮਿਲ ਕੇ ਲਾਈਵ ਜਿਹੜੀ ਇਹ ਵਿਚਾਰ ਕੀਤੀ ਸੀ ਆਸਾ ਕੀ ਵਾਰ ਦੀ, ਤਾਂ ਆਸਾ ਕੀ ਵਾਰ ਦੀ ਵਿਚਾਰ ਜਿਹੜੀ ਸਾਡੀ ਸ਼ਨੀਵਾਰ ਖਤਮ ਹੋ ਗਈ ਸੀ। ਤਾਂ ਅੱਜ ਤੋਂ ਲੈ ਕੇ ਅਸੀਂ ਸਾਰੇ ਵੀਰ ਭੈਣਾਂ ਜਪਜੀ ਸਾਹਿਬ ਜੀ ਦੀ ਵਿਚਾਰ ਆਰੰਭ ਕਰਾਂਗੇ। ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ ਔਰ ਸਿੱਖ ਦੇ ਨਿਤਨੇਮ ਦੇ ਵਿੱਚ ਸਵੇਰ ਦੇ ਵਕਤ ਦੇ ਵਿੱਚ ਸ਼ਾਮਲ ਹੈ। ਜਪਜੀ ਸਾਹਿਬ ਜੀ ਰਾਹੀਂ ਗੁਰੂਦੇਵ ਪਾਤਸ਼ਾਹ ਜੀ ਨੇ ਇੱਕ ਨਵੇਕਲੀ ਵਿਚਾਰਧਾਰਾ ਸੰਸਾਰ ਨੂੰ ਦਿੱਤੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਇੱਕ ਕ੍ਰਾਂਤੀਕਾਰੀ ਰਹਿਬਰੀ ਪੁਰਸ਼ ਨੇ, ਜਿਨ੍ਹਾਂ ਨੇ ਪਿਛਲੀਆਂ ਸਾਰੀਆਂ ਵਿਚਾਰਧਾਰਾਵਾਂ ਨੂੰ, ਜਿਨ੍ਹਾਂ ਵਿੱਚ ਬਹੁਤ ਸਾਰੀਆਂ ਕਮੀਆਂ ਔਰ ਦੋਸ਼ ਸਨ, ਉਹਨਾਂ ਨੂੰ ਰੱਦ ਕਰਕੇ ਇੱਕ ਨਵੀਂ ਵਿਚਾਰਧਾਰਾ ਪੇਸ਼ ਕੀਤੀ ਜੋ ਵਿਸ਼ਵ ਸ਼ਾਂਤੀ ਲਿਆ ਸਕਦੀ ਹੈ, ਰਾਜਨੀਤਿਕ ਤੌਰ ਤੇ, ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ ਔਰ ਧਾਰਮਿਕ ਤੌਰ ਤੇ। ਇਸ ਲਈ ਜਿਹੜਾ ਹੈ ਅਸੀਂ ਇਸ ਚੀਜ਼ ਨੂੰ ਵਿਚਾਰਨਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਰਾਹੀਂ ਸਾਨੂੰ ਕੀ ਵਿਚਾਰ ਦਿੱਤੇ ਨੇ। ਅਸਲ ਸਮੱਸਿਆ ਜੋ ਮਨੁੱਖ ਦੀ ਹੈ ਪੂਰੀ ਦੁਨੀਆ ਦੇ ਅੰਦਰ, ਉਹ ਸਮੱਸਿਆ ਹੈ ਕੂੜ ਦੀ, ਝੂਠ ਦੀ। ਕੂੜ ਕਰਕੇ ਮਨੁੱਖ ਨਹੀਂ ਰਹਿ ਜਾਂਦਾ, ਇਹ ਬੇਤਾਲਾ ਬਣ ਜਾਂਦਾ ਹੈ। ਔਰ ਜਦੋਂ ਕੂੜ ਪ੍ਰਧਾਨ ਹੋ ਜਾਏ, ਸ਼ਰਮ ਔਰ ਧਰਮ ਦੋਵੇਂ ਹੀ ਛੱਪ ਖਲੋਂਦੇ ਨੇ ਔਰ ਸ਼ਰਮ ਔਰ ਧਰਮ ਮਨੁੱਖੀ ਜ਼ਿੰਦਗੀ ਚੋਂ ਖਤਮ ਹੋ ਜਾਂਦੇ। ਇਸ ਲਈ ਦੁਨੀਆ ਦੀਆਂ ਸਾਰੀਆਂ ਸਮੱਸਿਆਵਾਂ, ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਪਰਿਵਾਰਕ, ਵਿਵਹਾਰਿਕ, ਮਾਨਸਿਕ, ਬੌਧਿਕ, ਆਤਮਕ ਆਦਿਕ ਕੇਵਲ ਸਚਿਆਰ ਬਣਨ ਕਰਕੇ ਖਤਮ ਹੋ ਸਕਦੀਆਂ ਨੇ। ਇਸ ਲਈ ਗੁਰੂਦੇਵ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਧੋਏ। ਔਰ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਗੁਰੂਦੇਵ ਨੇ ਇੱਕ ਸਵਾਲ ਕੀਤਾ ਹੈ, ਕਿਉ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਜੋ ਮਨੁੱਖ ਦੀ ਸਮੱਸਿਆ ਹੈ ਉਹ ਸਚਿਆਰ ਨਾ ਹੋਣ ਕਰਕੇ ਪੈਦਾ ਹੋਈਆਂ ਨੇ। ਜੇ ਮਨੁੱਖ ਸਚਿਆਰ ਹੋ ਜਾਏ ਤਾਂ ਦੁਨੀਆ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਇਹ ਗੱਲ ਯਾਦ ਰੱਖਣਾ ਕਿ ਸੱਚੇ ਔਰ ਸਚਿਆਰ ਦੇ ਵਿੱਚ ਫਰਕ ਹੈ। ਸੱਚਾ ਕੋਈ ਵੀ ਹੋ ਸਕਦਾ ਹੈ, ਲੇਕਿਨ ਸਚਿਆਰ ਹਰ ਕੋਈ ਨਹੀਂ ਹੁੰਦਾ। ਸੱਚਾ ਤਾਂ ਗੰਗੂ ਵੀ ਹੈ, ਜੋ ਕਚਹਿਰੀ ਵਿੱਚ ਜਾ ਕੇ ਸ਼ਿਕਾਇਤ ਕਰਦਾ ਹੈ ਸਮੇਂ ਦੀ ਸਰਕਾਰ ਦੇ ਕੋਲ ਕਿ ਛੋਟੇ ਸਾਹਿਬਜ਼ਾਦੇ ਔਰ ਮਾਤਾ ਜੀ ਮੇਰੇ ਘਰ ਵਿੱਚ ਨੇ, ਪਰ ਉਹ ਸਚਿਆਰ ਨਹੀਂ ਹੈ। ਰੀਜਨ ਕਿ ਉਹਦੀ ਭਾਵਨਾ ਸੱਚੀ ਨਹੀਂ ਹੈ, ਉਹਦਾ ਇਰਾਦਾ ਸੱਚਾ ਨਹੀਂ ਹੈ, ਉਹਦੇ ਸੱਚ ਦੇ ਬੈਕਗਰਾਉਂਡ ਦੇ ਅੰਦਰ ਸੱਚ ਨਹੀਂ। ਉਹਦੀ ਭਾਵਨਾ ਇਹ ਹੈ ਕਿ ਇਹਨਾਂ ਤਿੰਨਾਂ ਨੂੰ ਮੌਤ ਦੇ ਮੂੰਹ ਵਿੱਚ ਪਵਾ ਕੇ ਆਪਣੇ ਪਰਿਵਾਰ ਵਾਸਤੇ ਸੁੱਖ ਔਰ ਸ਼ਾਂਤੀ ਬਹਾਲ ਕਰਾਂ, ਆਪਣੇ ਬੱਚਿਆਂ ਲਈ ਇਨਾਮ ਲਵਾਂ। ਇਸ ਲਈ ਗੰਗੂ ਸਚਿਆਰ ਨਹੀਂ ਹੈ। ਦੂਜੇ ਪਾਸੇ ਅਸੀਂ ਦੇਖਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਉੱਚ ਦਾ ਪੀਰ ਬਣ ਕੇ ਜਾ ਰਹੇ ਨੇ, ਔਰ ਗਨੀ ਖਾਨ, ਨਬੀ ਖਾਨ, ਜਦੋਂ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਕਿ ਇਹ ਕੌਣ ਹੈ, ਤਾਂ ਉਹ ਕਹਿੰਦੇ ਨੇ ਇਹ ਉੱਚ ਦਾ ਪੀਰ ਹੈ, ਗੁਰੂ ਗੋਬਿੰਦ ਸਿੰਘ ਨਹੀਂ ਹੈ। ਤਾਂ ਅਸਲ ਦੇ ਅੰਦਰ ਦੇਖੋ, ਇੱਥੇ ਆਮ ਦੁਨਿਆਵੀ ਨਜ਼ਰ ਦੇ ਨਾਲ ਅਸੀਂ ਵੇਖਾਂਗੇ ਤਾਂ ਉਹ ਸਾਨੂੰ ਝੂਠ ਬੋਲਦੇ ਪ੍ਰਤੀਤ ਹੋਣਗੇ, ਪਰ ਉਹਨਾਂ ਦੇ ਪਿੱਛੇ ਭਾਵਨਾ ਕੀ ਹੈ? ਉਹਨਾਂ ਦੀ ਭਾਵਨਾ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਸਰੀਰ ਕਰਕੇ ਬਚਦੇ ਨੇ ਤਾਂ ਇਸ ਦੁਨੀਆ ਦੇ ਉੱਤੇ ਧਰਮ ਬਚੇਗਾ, ਤਾਂ ਇਸ ਦੁਨੀਆ ਦੇ ਉੱਤੇ ਕੋਈ ਮਨੁੱਖੀ ਹੱਕਾਂ ਦੀ ਗੱਲ ਕਰੇਗਾ। ਇਸ ਲਈ ਉਹਨਾਂ ਦੀ ਭਾਵਨਾ ਮਹਾਨ ਹੈ। ਤਾਂ ਜੋ ਮਨ ਕਰਕੇ, ਭਾਵਨਾਵਾਂ ਕਰਕੇ, ਕਰਮਾਂ ਕਰਕੇ ਸੱਚ ਦਾ ਧਾਰਨੀ ਹੈ, ਉਸ ਨੂੰ ਸਚਿਆਰ ਕਹਿੰਦੇ ਨੇ। ਤਾਂ ਸਾਡੀ ਪ੍ਰੋਬਲਮ ਹੈ ਕਿ ਅਸੀਂ ਸਚਿਆਰ ਕਿਵੇਂ ਹੋਣਾ। ਤਾਂ ਜਪਜੀ ਸਾਹਿਬ ਜੀ ਦੇ ਸਾਰੇ ਦੇ ਅੰਦਰ ਜਿਹੜਾ ਹੈ ਸਚਿਆਰ ਵਾਸਤੇ ਸਾਨੂੰ ਪ੍ਰੇਰਨਾ ਕੀਤੀ ਗਈ ਹੈ। ਸਚਿਆਰ ਕਿਵੇਂ ਹੋਣਾ ਹੈ, ਸਾਧਨ ਦੱਸੇ ਗਏ ਨੇ। ਔਰ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਾਨੂੰ ਹਰ ਸ਼ਬਦ ਦੇ ਅੰਦਰ ਸਚਿਆਰ ਬਣਨ ਵਾਸਤੇ ਪ੍ਰੇਰਿਆ ਗਿਆ ਹੈ। ਤਾਂ ਆਓ ਅਸੀਂ ਵਿਚਾਰ ਕਰੀਏ ਜਪਜੀ ਸਾਹਿਬ ਜੀ ਦੀ। ਜਪਜੀ ਸਾਹਿਬ ਜੀ ਦੇ ਆਦਿ ਦੇ ਅੰਦਰ ਮੰਗਲਾਚਰਨ ਹੈ, ਜਿਸ ਨੂੰ
सिख धर्म के अंदर मूल मंत्र किया जाता है। मंत्र का मतलब हुंदा है उपदेश, ते मूल का मतलब मूल, जो मूल उपदेश है, मूल सिद्धांत है, जो सर्व साझा है, सर्वदेशी है और सर्वकाली है। एक गल याद रखना कि गुरु ग्रंथ साहिब जी की पावन बाणी सर्वदेशी है, सर्व सांझी है और सर्वकाली है। सर्व सांझी का मतलब कि पूरी मनुखता वास्ते है, ये कल्ले सिखां वास्ते नहीं है, ये पूरी मनुखता वास्ते है। सर्वदेशी का मतलब कि जो गुरमत के अंदर, गुरबाणी अंदर सिद्धांत दृढ़ कराए ने, ये पूरी दुनिया के अंदर हर थां ते लागू हो सकते हैं, किसी भी देश विच लागू हो सकते हैं। जे कल नूं मंगल ग्रह ते कलोनियां वसतियां ने, किसी होर ग्रह ते बंदा जांदा है तां उत्थे भी ये लागू हो सकते हैं। ते सर्वकाली का मतलब है हर वक्त, बीत गए समय विच भी, हुण भी, आने वाले समय के अंदर भी ये सिद्धांत लागू ने। और सिद्धांत क्या ही उसनूं जांदा है जो सर्व सांझा, सर्वदेशी और सर्वकाली हो। तस जदों भी कोई पुरुष धर्म ग्रंथ लिखता है तो उहदे अंदर वो मंगलाचरण लिखता है, कि उस मंगलाचरण के अंदर वो अपने इष्ट देव के अगे प्रार्थना करता है, उस इष्ट देव का रूप और स्वरूप अते करतब बयान करता है। धन साहिब श्री गुरु नानक पातशाह जी ने भी जपजी साहिब जी के आदि विच मंगलाचरण लिखिया है, मूल मंत्र लिखिया है, जिसनों असीं मूल मंत्र कहंदे हां। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। इथों तक मूल मंत्र है, ध्यान रखना है, इथों तक मूल मंत्र है, एक ओंकार तो लैके गुर प्रसाद तक। कई लोग नानक होसी पी सच तक मानते हैं, पर वो ठीक नहीं है, क्योंकि आप देख रहे हो, अपने गुटकियां विच देख सकते हो, या फोन के उत्ते देख सकते हो, गुरु ग्रंथ साहिब जी विच वेख सकते हो कि गुर प्रसाद तो बाद अंदर दो डंडियां लगाईयां गईयां ने, फुल स्टॉप, पूर्ण विराम। ਇਹਦਾ मतलब इत्थे एक चीज पूरी हो गई है। अगे थले जप लिखिया है, ते जप दे खब्बे पासे भी और सज्जे पासे भी दो दो डंडियां ने। कई लोगों ने गुस्ताखी की है खब्बे पासे दी डंडियां हटाने दी, जो कि नहीं करनी चाहिए, ये बहुत वड्डी भुल है। तां जप बाणी दा नाम है, उस तो अगे आद सच, जुगाद सच, है पी सच, नानक होसी पी सच। अगे उत्थे दो डंडियां पाईयां गईयां हन, और दो डंडियां तो बाद फिर एक लिखिया है, और फिर दो डंडियां पाईयां ने। ਇਹਦਾ मतलब इत्थे एक श्लोक पूरा हो गया है, इत्थे एक श्लोक पूरा होया है। ये आद सच, जुगाद सच, है भी सच, नानक होसी भी सच, ये श्लोक है। एक श्लोक सुखमनी साहिब जी दे विच है, आद सच, जुगाद सच, है भे सच, नानक होसी भे सच। उत्थे बिहारी की जगह सिहारी है। वो श्लोक धन गुरु अर्जन देव जी का उच्चारण किया होया है, ये श्लोक धन गुरु नानक पातशाह जी का उच्चारण किया होया है। मूल मंत्र अंदर एक ओंकार तो लैके गुर प्रसाद तक मूल मंत्र है। मैं फिर दोहरा दिया, ये अंदर रब का स्वरूप बयान किया है, रब की है, और उसके गुण बयान किए ने, नाल उस प्रभु की प्राप्ति किवें हुंदी है, ਉਹਦੇ अंदर ਅਸੀਂ किवें लीन हो सकते हाँ, वो साधन दसे ने। याद रखना, किसी भी गोल ते पहुंचने वास्ते 5 चीज़ां बहुत जरूरी हुंदियां ने। पहली चीज ये हुंदी है कि साडा गोल की है, गोल ते पहुंचने लई दूजी चीज है कि ਉਹਦੇ वास्ते साधन की ने। जे गोल होवे और साधन ना हो तो बंदा पहुंच नहीं पाएगा। तीजी चीज है कि वो साधन कित्थों मिलणगे, जे ये पता ना होए तां बंदा गोल ते नहीं पहुंचेगा।
ਤੇ ਚੌਥੀ ਚੀਜ਼ ਹੈ ਕਿ ਉਹ ਸਾਧਨ ਸਾਨੂੰ ਕਿਵੇਂ ਮਿਲਣਗੇ। ਜੇ ਇਹ ਨਹੀਂ ਪਤਾ ਤਾਂ ਵੀ ਨਹੀਂ ਪਹੁੰਚ ਪਾਓਗੇ। ਤੇ ਪੰਜਵੀਂ ਚੀਜ਼ ਹੈ ਕਿ ਅਸੀਂ ਕਿੰਨੇ ਸਮੇਂ ਦੇ ਅੰਦਰ ਆਪਣੇ ਗੋਲ ਤੇ ਪਹੁੰਚ ਜਾਵਾਂਗੇ। ਜੇ ਤੁਸੀਂ ਆਪਣਾ ਗੋਲ ਵੀ ਫਿਕਸ ਕਰ ਲਓ, ਉਹਦੇ ਵਾਸਤੇ ਸਾਧਨ ਵੀ ਨਿਸ਼ਚਿਤ ਕਰ ਲਓ, ਸਾਧਨ ਕਿੱਥੋਂ ਮਿਲਣਗੇ ਦਾ ਪਤਾ ਕਰ ਲਓ, ਸਾਧਨ ਕਿਵੇਂ ਮਿਲਣਗੇ, ਇਹ ਸਾਰੇ ਤੁਹਾਡੇ ਕੋਲ ਚੀਜ਼ਾਂ ਆ ਜਾਣ, ਪਰ ਜੇ ਤੁਸੀਂ ਟਾਈਮ ਫਿਕਸ ਨਹੀਂ ਕਰਦੇ ਕਿ ਅਸੀਂ ਕਿੰਨੇ ਸਮੇਂ ਵਿੱਚ ਪਹੁੰਚਣਾ ਹੈ, ਤਾਂ ਇਹ ਸਾਰੀਆਂ ਚੀਜ਼ਾਂ ਹੁੰਦਿਆਂ ਹੋਇਆਂ ਵੀ ਤੁਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਪਾਓਗੇ। ਇਸੇ ਤਰ੍ਹਾਂ ਹੁਣ ਲੋਕ ਕਹਿੰਦੇ ਨੇ ਸਾਨੂੰ ਰੱਬ ਨਹੀਂ ਮਿਲਦਾ, ਅਸੀਂ ਰੱਬ ਵਿੱਚ ਅਭੇਦ ਨਹੀਂ ਹੋ ਸਕਦੇ। ਕਿਉਂ ਨਹੀਂ ਹੋ ਸਕਦੇ? ਕਿਉਂਕਿ ਤੁਸੀਂ ਟਾਈਮ ਫਿਕਸ ਨਹੀਂ ਕੀਤਾ, ਜਾਂ ਮੈਂ ਟਾਈਮ ਫਿਕਸ ਨਹੀਂ ਕੀਤਾ। ਰੱਬ ਕੀ ਹੈ? ਪਹਿਲਾਂ ਮੈਨੂੰ ਇਹ ਜਾਣਨਾ ਪਵੇਗਾ ਕਿ ਰੱਬ ਹੈ ਕੀ, ਜਿਹਨੂੰ ਮੈਂ ਮਿਲਣਾ ਚਾਹੁੰਦਾ, ਜਿਹਨੂੰ ਵੇਖਣਾ ਚਾਹੁੰਦਾ, ਅਨੁਭਵ ਕਰਨਾ ਚਾਹੁੰਦਾ। ਦੂਜਾ, ਉਹਦੇ ਨਾਲ ਮਿਲਣ ਵਾਸਤੇ ਸੋਰਸਿਸ ਕੀ ਨੇ। ਤੀਜਾ, ਉਹ ਸੋਰਸਿਸ ਕਿੱਥੋਂ ਮਿਲਣਗੇ। ਚੌਥਾ, ਉਹ ਕਿਵੇਂ ਮਿਲਣਗੇ। ਤੇ ਪੰਜਵਾਂ, ਮੈਂ ਕਿੰਨੇ ਸਮੇਂ ਦੇ ਅੰਦਰ ਰੱਬ ਵਿੱਚ ਅਭੇਦ ਹੋ ਜਾਣਾ ਚਾਹੁੰਦਾ। ਅੱਜ, ਕੱਲ, 10 ਦਿਨ ਵਿੱਚ, 10 ਸਾਲ ਬਾਅਦ, ਜਾਂ ਕਦੇ ਵੀ ਨਹੀਂ। ਟਾਈਮ ਤਾਂ ਫਿਕਸ ਕਰਨਾ ਪਵੇਗਾ ਨਾ। ਤਾਂ ਆਓ ਅਸੀਂ ਇਸ ਚੀਜ਼ ਦੀ ਹੁਣ ਵਿਚਾਰ ਕਰਨ ਦਾ ਯਤਨ ਕਰੀਏ। ਗੁਰੂ ਜੀ ਨੇ ਸਾਨੂੰ ਇਹ ਸਾਧਨ ਵੀ ਦੱਸੇ ਨੇ, ਕਿਵੇਂ ਅਸੀਂ ਮਿਲਣਾ ਹੈ ਉਹ ਦੱਸਿਆ ਹੈ, ਰੱਬ ਕੀ ਹੈ ਬਿਆਨ ਕੀਤਾ ਹੈ, ਰੱਬ ਦੇ ਗੁਣ ਦੱਸੇ ਨੇ। ਟਾਈਮ ਫਿਕਸ ਅਸਾਂ ਆਪ ਕਰਨਾ ਹੈ। ਜੇ ਤੁਸੀਂ ਅੱਜ ਮਿਲਣਾ ਚਾਹੁੰਦੇ ਹੋ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ, ਆਜ ਮਿਲਾਵਾ ਸ਼ੇਖ ਫਰੀਦ ਟਾਕਿਮ ਕੁੰਜੜੀਆਂ ਮਨੋ ਮਚਿੰਦੜੀਆਂ। ਬਾਬਾ ਫਰੀਦ ਜੀ ਕਹਿੰਦੇ ਨੇ ਕਿ ਰੱਬ ਦੇ ਨਾਲ ਤੁਹਾਡਾ ਮਿਲਾਪ ਅੱਜ ਹੋ ਸਕਦਾ ਹੈ, ਔਰ ਵਾਸਤਵ ਦੇ ਅੰਦਰ ਜਿਹਦਾ ਮਿਲਾਪ ਹੋਇਆ ਹੈ ਉਹ ਅੱਜ ਹੀ ਹੋਇਆ ਹੈ, ਕੱਲ ਕਦੇ ਨਹੀਂ ਹੋਇਆ। ਜਿਹੜਾ ਕੱਲ ਬੀਤ ਗਿਆ ਉਹਨੇ ਵਾਪਸ ਆਉਣਾ ਨਹੀਂ। ਅੱਜ ਸੋਮਵਾਰ ਹੈ ਤੇ ਮੰਗਲਵਾਰ ਕੱਲ ਨੂੰ ਸਾਡਾ ਮਿਲਾਪ ਕਿਵੇਂ ਹੋਏਗਾ ਕਿ ਕੱਲ ਹਾਲੇ ਕੱਲ ਹੈ, ਉਹ ਆਇਆ ਨਹੀਂ। ਕੱਲ ਮੰਗਲਵਾਰ ਸਾਡੀ ਮੌਤ ਵੀ ਹੋ ਸਕਦੀ ਹੈ। ਸਾਡੇ ਕੋਲ ਅੱਜ ਸੋਮਵਾਰ ਦਾ ਦਿਨ ਹੀ ਹੈ ਮਿਲਣ ਵਾਸਤੇ। ਤੇ ਯਾਦ ਰੱਖਣਾ, ਹੁਣ ਸਾਡੇ ਕੋਲ ਆਪਣਾ 2:30 ਵੱਜ ਗਏ ਨੇ, ਹੋ ਸਕਦਾ ਹੈ 2:35 ਤੇ ਮੇਰੀ ਮੌਤ ਹੀ ਹੋ ਜਾਏ, ਤੇ ਫਿਰ ਮੈਂ ਨਹੀਂ ਨਾ ਮਿਲ ਪਾਵਾਂਗਾ। ਇਸ ਲਈ ਜੇ ਮੈਂ ਮਿਲਣਾ ਚਾਹਨਾ ਤਾਂ ਮੈਨੂੰ ਹੁਣੇ ਹੀ ਮਿਲਣਾ ਪਵੇਗਾ, ਔਰ ਇਹ ਪੋਸੀਬਿਲਿਟੀ ਹੈ ਕਿ ਮੈਂ ਹੁਣੇ ਹੀ ਮਿਲ ਸਕਦਾ। ਸਾਨੂੰ ਸਮਾਂ ਨਿਸ਼ਚਿਤ ਕਰਨਾ ਪਵੇਗਾ। ਤਾਂ ਆਓ ਵਿਚਾਰ ਕਰੀਏ। ਇੱਕ ਆਪਾਂ ਵੇਖਦੇ ਹਾਂ, ਇੱਕ ਓੰਕਾਰ, ਇਸ ਦਾ ਉਚਾਰਨ ਹੈ ਇੱਕ ਓੰਕਾਰ। ਇੱਕ ਦਾ ਮਤਲਬ ਉਹ ਇੱਕ ਹੈ। ਓੰਕਾਰ ਦਾ ਮਤਲਬ ਉਤਪਤੀ, ਲੈਤਾ, ਪਾਲਣਾ ਕਰਨ ਵਾਲਾ ਹੈ, ਸੰਚਾਲਨ ਕਰਨ ਵਾਲਾ ਹੈ। ਕਾਰ ਦਾ ਮਤਲਬ ਲਗਾਤਾਰ, ਕੰਟੀਨਿਊ, ਲਗਾਤਾਰ, ਬਿਨਾਂ ਵਿੱਥ ਤੋਂ, ਅਵਿਰਲ। ਤਾਂ ਇੱਕ ਓੰਕਾਰ ਦਾ ਅਰਥ ਜੋ ਹੈ ਉਹ ਹੋਵੇਗਾ ਕਿ ਇੱਕ ਪਰਮ ਵਿਆਪਕ ਸੱਤਿਆ, ਇੱਕ ਸਰਬ ਵਿਆਪਕ ਪਰਮ ਸੱਤਿਆ, ਇੱਕ ਸਰਬ ਵਿਆਪਕ ਪਰਮ ਸੱਤਿਆ। ਜਿਸ ਤਰ੍ਹਾਂ ਹੀ ਸੰਸਾਰ ਦੀ ਉਤਪਤੀ, ਲੈਤਾ, ਪਾਲਣਾ, ਸੰਚਾਲਨ ਹੁੰਦਾ ਹੈ, ਔਰ ਉਹ ਇੱਕ ਹੈ, ਔਰ ਸਰਬ ਵਿਆਪਕ ਹੈ, ਕੰਟੀਨਿਊ ਹੈ, ਯਾਨੀ ਪੂਰਾ ਬ੍ਰਹਿਮੰਡ ਇੱਕ ਹੈ, ਰੱਬ ਇੱਕ ਹੈ। ਉਸ ਰੱਬ ਨੂੰ ਵੰਡਿਆ ਨਹੀਂ ਜਾ ਸਕਦਾ, ਉਹਦੀਆਂ ਵੰਡੀਆਂ ਨਹੀਂ ਪਾਈਆਂ ਜਾ ਸਕਦੀਆਂ, ਨਾ ਜ਼ਮੀਨੀ ਤੌਰ ਤੇ, ਨਾ ਧਰਮਾਂ ਦੇ ਤੌਰ ਤੇ, ਨਾ ਰਾਜਨੀਤੀ ਦੇ ਤੌਰ ਤੇ, ਕਿਸੇ ਵੀ ਤੌਰ ਤੇ ਉਹਨੂੰ ਵੰਡਿਆ ਜਾ ਹੀ ਨਹੀਂ ਸਕਦਾ, ਕਿਉਂਕਿ ਉਹ ਹੈ ਹੀ ਇੱਕ, ਨਿਰਗੁਣ ਆਪ, ਸਰਗੁਣ ਵੀ ਉਹੀ। ਤਾਂ ਜਦੋਂ ਅਸੀਂ ਇਸ ਇੱਕ ਓੰਕਾਰ ਦੀ ਭਾਵਨਾ ਨੂੰ ਸਮਝਾਂਗੇ ਤਾਂ ਸਾਨੂੰ ਪੂਰਾ ਬ੍ਰਹਿਮੰਡ ਉਸ ਰੱਬ ਦਾ ਹੀ ਰੂਪ ਨਜ਼ਰੀ ਪਵੇਗਾ। ਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ ਕਿ ਉਹ ਜੋ ਇੱਕ ਹੀ ਹੈ, ਅਵਗਤ ਤੋਂ ਨਿਰਮਾਇਲ ਉਪਜੈ, ਨਿਰਗੁਣ ਤੇ ਸਰਗੁਣ ਥੀਆ। ਉਹ ਅਵਿਅਕਤ ਪ੍ਰਭੂ ਆਪਣੇ ਆਪ ਤੋਂ ਆਪ, ਉਹ ਆਪ ਹੀ ਨਿਰਗੁਣ ਤੋਂ ਸਰਗੁਣ ਹੋ ਗਿਆ ਹੈ, ਨਿਰਾਕਾਰ ਤੋਂ ਸਾਕਾਰ ਹੋ ਗਿਆ ਹੈ, ਨਿਰੰਕਾਰ ਤੋਂ ਸੰਸਾਰ ਹੋ ਗਿਆ ਹੈ, ਲਗਾਤਾਰ ਇੱਕ ਹੈ। ਸਤਨਾਮ, ਸਤਨਾਮ ਦਾ ਮਤਲਬ ਉਸ ਦਾ ਨਾਮ ਹੋਂਦ ਵਾਲਾ ਹੈ। ਵੈਸੇ ਰੱਬ ਦੇ ਅਨੇਕਾਂ ਨਾਮ ਨੇ, ਗੋਬਿੰਦ ਹੈ, ਗੋਪਾਲ ਹੈ, ਰਾਮ ਹੈ, ਰਹੀਮ ਹੈ, ਅਨੰਤ ਨਾਮ ਨੇ। ਕੀਰਤਮ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਪਰਾ ਪੂਰਬਲਾ। ਜਿੰਨੇ ਵੀ ਨਾਮ
ਸੰਸਾਰ ਅੰਦਰ ਰੱਬ ਦੇ ਨੇ, ਉਹ ਰੱਬ ਨੇ ਆਪਣੇ ਨਾਮ ਆਪ ਨਹੀਂ ਰੱਖੇ, ਉਹ ਰੱਬ ਨੂੰ ਨਾਮ ਮਨੁੱਖ ਨੇ ਦਿੱਤੇ ਨੇ। ਇਹ ਗੱਲ ਯਾਦ ਰੱਖਣਾ। ਮਨੁੱਖ ਦੀ ਜਦੋਂ ਬੁੱਧੀ ਨੇ ਕੰਮ ਕੀਤਾ, ਇਹਨੇ ਆਪਣੇ ਚਾਰੇ ਚਫੇਰੇ ਹਰੀਆਂ ਹਰੀਆਂ ਚੀਜ਼ਾਂ ਵੇਖੀਆਂ ਤਾਂ ਇਹਨੇ ਉਹਨਾਂ ਦਾ ਨਾਮ ਰੱਖਿਆ। ਇਹ ਕਣਕ ਹੈ, ਝੋਨਾ ਹੈ, ਝਾੜੀਆਂ ਨੇ, ਬੇਰੀਆਂ ਨੇ, ਨਿੰਮ ਹੈ, ਕਿੱਕਰ ਹੈ, ਪਿੱਪਲ ਹੈ, ਬੋੜ ਹੈ, ਤੁਲਸੀ ਹੈ, ਕੁਛ ਕੁਛ। ਇਹਨੇ ਆਪਣੇ ਚਾਰ ਚਫੇਰੇ ਪਸ਼ੂ ਪੰਛੀ ਵੇਖੇ, ਉਹਨਾਂ ਦੇ ਨਾਮ ਰੱਖੇ। ਚਿੜੀਆਂ ਨੇ, ਕਾਂ ਨੇ, ਕਬੂਤਰ ਨੇ, ਮੱਝ ਹੈ, ਗਾਂ ਹੈ, ਆਪਣੀ ਪਹਿਚਾਣ ਵਾਸਤੇ। ਇਹਨੇ ਇਸਤਰੀ ਪੁਰਸ਼ਾਂ ਦੇ ਨਾਮ ਰੱਖੇ, ਨਦੀਆਂ ਨਾਲਿਆਂ ਦੇ ਨਾਮ ਰੱਖੇ, ਪਹਾੜਾਂ ਦੇ ਨਾਮ ਰੱਖੇ। ਆਕਾਸ਼ ਵੱਲ ਵੇਖਿਆ, ਇਹਨੂੰ ਚਮਕਦੀਆਂ ਚੀਜ਼ਾਂ ਨਜ਼ਰੀ ਪਈਆਂ। ਸੂਰਜ ਨੂੰ ਨਾਮ ਇਹਨੇ ਦਿੱਤਾ, ਚੰਦਰਮਾ ਨੂੰ ਨਾਮ ਦਿੱਤਾ, ਗ੍ਰਹਿ ਨਕਸ਼ਤਰ ਤਾਰੇ ਆਕਾਸ਼ ਗੰਗਾਵਾਂ ਨੂੰ ਨਾਮ ਦਿੱਤਾ, ਹਵਾ ਨੂੰ, ਬੱਦਲਾਂ ਨੂੰ ਨਾਮ ਦਿੱਤਾ। ਫਿਰ ਇਹਦੀ ਸੁਰਤ ਨੇ ਕੰਮ ਕੀਤਾ ਕਿ ਇਹ ਸੰਸਾਰ ਨੂੰ ਬਣਾਇਆ ਕਿੰਨੇ ਹੋਣਾ ਹੈ? ਰੱਬ ਕਿੱਥੋਂ? ਤਾਂ ਆਪਣੇ ਆਪ ਤੋਂ। ਤਾਂ ਉਹਨੂੰ ਨਾਮ ਸੈਭੰ, ਗੁਰੂ ਸਾਹਿਬ ਜੀ ਕਹਿੰਦੇ ਨੇ ਸੈਭੰ, ਆਪਣੇ ਆਪ ਤੋਂ। ਫਿਰ ਵੇਖਿਆ ਕਿ ਸੰਸਾਰ ਨੂੰ ਪੈਦਾ ਕਰਨ ਵਾਲਾ ਕੋਈ ਹੋਣਾ ਹੈ, ਨਾਮ ਗੋਬਿੰਦ ਦੇ ਦਿੱਤਾ। ਗੋ ਦਾ ਮਤਲਬ ਸ੍ਰਿਸ਼ਟੀ, ਬਿੰਦ ਦਾ ਮਤਲਬ ਪੈਦਾ ਕਰਨ ਵਾਲਾ। ਵੇਖਿਆ ਕਿ ਕੋਈ ਪਾਲਣਾ ਕਰਨ ਵਾਲਾ ਹੈ, ਨਾਮ ਗੋਪਾਲ ਦੇ ਦਿੱਤਾ। ਗੋ ਦਾ ਮਤਲਬ ਸ੍ਰਿਸ਼ਟੀ, ਪਾਲ ਦਾ ਮਤਲਬ ਪਾਲਣਾ ਕਰਨ ਵਾਲਾ। ਕਿਸੇ ਨੇ ਵੇਖਿਆ ਕਿ ਉਹ ਰਮਿਆ ਹੋਇਆ ਹੈ ਤਾਂ ਨਾਮ ਰਾਮ ਦੇ ਦਿੱਤਾ ਕਿ ਰਮਿਆ ਹੋਇਆ ਹੈ। ਇੱਕ ਬੰਦੇ ਦੇ ਦਿੱਤੇ ਨਾਮ ਨੇ। ਕੀਰਤਮ ਨਾਮ, ਗੁਣਵਾਚਕ ਨਾਮ ਨੇ। ਉਹਦੇ ਗੁਣਾਂ ਤੋਂ ਜੋ ਅਸੀਂ ਉਹਨੂੰ ਜਾਣਦੇ ਹਾਂ, ਇਹ ਉਹਦੇ ਨਾਮ ਨੇ, ਤੇ ਉਹਦੇ ਅਨੰਤ ਗੁਣ ਨੇ, ਅਨੰਤ ਨਾਮ ਨੇ, ਇਹ ਉਹਦੇ ਗੁਣ ਨੇ। ਰਾਮ ਜਿਹੜਾ ਹੈ ਰੱਬ ਦਾ ਨਾਮ ਨਹੀਂ, ਰਾਮ ਰੱਬ ਦਾ ਗੁਣ ਹੈ, ਰਮਿਆ ਹੋਇਆ। ਗੋਪਾਲ ਰੱਬ ਦਾ ਨਾਮ ਨਹੀਂ, ਗੋਪਾਲ ਉਹਦਾ ਗੁਣ ਹੈ, ਪਾਲਣਾ ਕਰਨ ਵਾਲਾ, ਜੋ ਹਰ ਇੱਕ ਦੇ ਅੰਦਰ ਮੌਜੂਦ ਹੈ। ਪਰ ਗੁਰੂ ਜੀ ਕਹਿੰਦੇ ਨੇ, ਹੇ ਪ੍ਰਭੂ, ਸਤਨਾਮ ਤੇਰਾ ਪਰਾ ਪੂਰਬਲਾ ਹੈ। ਕੀਰਤਮ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਪਰਾ ਪੂਰਬਲਾ, ਕਿ ਤੂੰ ਹੋਂਦ ਵਾਲਾ ਹੈ, ਤੂੰ ਇੱਕ ਅਟਲ ਸੱਚਾਈ ਹੈ। ਕਰਤਾ ਪੁਰਖ, ਕਰਤਾ ਦਾ ਮਤਲਬ ਕ੍ਰੀਏਟਰ ਹੈ, ਰਚਨਹਾਰ ਹੈ। ਉਹ ਰਚ ਰਿਹਾ ਹੈ, ਕੁਛ ਬਣਾ ਰਿਹਾ ਹੈ, ਉਹਦਾ ਗੁਣ ਹੈ ਕਰਤਾ। ਪੁਰਖ, ਪੁਰਖ ਦਾ ਮਤਲਬ ਹੈ ਸਮਾਇਆ ਹੋਇਆ, ਰਮਿਆ ਹੋਇਆ, ਕਣ ਕਣ ਦੇ ਅੰਦਰ ਰਮਿਆ ਹੋਇਆ ਹੈ। ਨਿਰਭਉ, ਨਿਰਭਉ ਦਾ ਅਰਥ ਹੈ ਭੈ ਤੋਂ ਰਹਿਤ, ਉਹਨੂੰ ਕਿਸੇ ਦਾ ਡਰ ਨਹੀਂ, ਡਰ ਤੋਂ ਰਹਿਤ ਹੈ। ਨਾ ਡਰਦਾ ਹੈ, ਨਾ ਡਰਾਂਦਾ ਹੈ, ਭੈ ਹੈ ਹੀ ਨਹੀਂ ਉਹਦੇ ਵਿੱਚ, ਨਾ ਡਰਦਾ ਹੈ, ਨਾ ਡਰਾਂਦਾ। ਨਿਰਵੈਰ, ਰੱਬ ਵੈਰ ਤੋਂ ਰਹਿਤ ਹੈ, ਕਿਸੇ ਨਾਲ ਉਹਦਾ ਕੋਈ ਵੈਰ ਨਹੀਂ। ਕੁਦਰਤ ਦਾ ਕਿਸੇ ਨਾਲ ਕੋਈ ਵੈਰ ਨਹੀਂ, ਰੱਬ ਦਾ ਕਿਸੇ ਨਾਲ ਕੋਈ ਵੈਰ ਨਹੀਂ। ਸਭ ਦੇ ਨਾਲ ਇੱਕ ਜੈਸਾ ਵਿਹਾਰ, ਹਵਾ ਪਾਣੀ ਸਭ ਨੂੰ ਬਰਾਬਰ ਮਿਲ ਰਿਹਾ ਹੈ। ਅਕਾਲ ਮੂਰਤ, ਅਕਾਲ ਦਾ ਮਤਲਬ ਕਾਲ ਰਹਿਤ, ਤੇ ਮੂਰਤ ਦਾ ਮਤਲਬ ਹੁੰਦਾ ਹੈ, ਇੱਥੇ ਮੂਰਤ ਦਾ ਅਰਥ ਹੈ ਹਸਤੀ। ਮੂਰਤ ਪੰਜ ਅਰਥਾਂ ਵਿੱਚ ਗੁਰਬਾਣੀ ਵਿੱਚ ਵੈਸੇ ਆਇਆ ਹੈ। ਗੁਰੂ ਪਾਤਸ਼ਾਹ ਨੇ ਮੂਰਤ ਸ਼ਬਦ ਵਰਤਿਆ ਹੈ। ਨਾਨਕ ਮੂਰਤ ਚਿੱਤਰ ਜਿਉ ਛਾੜਿਤ ਨਾਹਿਨ ਭੀਤ, ਕਿ ਜਿਵੇਂ ਮੂਰਤ ਉੱਥੇ ਕਿਹਾ ਹੈ ਕਾਗਜ਼ ਦੀ ਤਸਵੀਰ ਨੂੰ, ਦੀਵਾਰ ਵਿੱਚ ਤਸਵੀਰ ਉਹਨੂੰ ਛੱਡਦੀ ਨਹੀਂ। ਭਗਤ ਕਬੀਰ ਜੀ ਨੇ ਇਹ ਸ਼ਬਦ ਵਰਤਿਆ ਹੈ, ਪਾਖੰਡ ਗੱਡ ਕੇ ਮੂਰਤ ਕੀਨੀ। ਉੱਥੇ ਮੂਰਤ ਦਾ ਅਰਥ ਹੈ ਪੱਥਰ ਦੀ ਤਸਵੀਰ। ਗੁਰੂ ਅਰਜਨ ਦੇਵ ਜੀ ਨੇ ਮਾਝ ਰਾਗ ਵਿੱਚ ਇਹ ਸ਼ਬਦ ਵਰਤਿਆ ਹੈ, ਮਹਾ ਦਿਵਸ ਮੂਰਤ ਭਲੇ। ਉੱਥੇ ਮੂਰਤ ਦਾ ਅਰਥ ਹੈ ਮਹੂਰਤ, ਦੋ ਘੜੀਆਂ। ਗੁਰੂ ਅਰਜਨ ਦੇਵ ਜੀ ਨੇ ਬਿਲਾਵਲ ਰਾਗ ਵਿੱਚ ਇਹ ਸ਼ਬਦ ਵਰਤਿਆ ਹੈ, ਗੁਰ ਕੀ ਮੂਰਤ ਮਨ ਮਹਿ ਧਿਆਨ। ਉੱਥੇ ਮੂਰਤ ਦਾ ਮਤਲਬ ਹੈ ਗੁਰੂ ਦੀ ਸਿੱਖਿਆ। ਮੂਰਤ ਮੀਨਸ ਗੁਰੂ ਦੀ ਸਿੱਖਿਆ। ਭਾਈ ਗੁਰਦਾਸ ਜੀ ਨੇ ਇਹ ਸ਼ਬਦ ਵਰਤਿਆ ਹੈ, ਗੁਰ ਮੂਰਤ, ਗੁਰ ਸ਼ਬਦ ਹੈ। ਉੱਥੇ ਮੂਰਤ ਦਾ ਅਰਥ ਹੈ ਅਸਲ ਸਰੂਪ। ਤੇ ਗੁਰੂ ਨਾਨਕ ਦੇਵ ਜੀ ਇੱਥੇ ਮੂਰਤ ਸ਼ਬਦ ਵਰਤ ਰਹੇ ਨੇ ਹਸਤੀ ਵਾਸਤੇ। ਮੂਰਤ ਦਾ ਮਤਲਬ ਹਸਤੀ। ਇੱਥੇ ਇੱਕ ਆਪ ਹੋਰ ਅਜੀਬ ਚੀਜ਼ ਵੇਖੋ, ਸਤਨਾਮ ਦੇ ਮਮਲੇ ਔਂਕੜ, ਪੁਰਖ ਦੇ ਖੱਖੇ ਥੱਲੇ ਔਂਕੜ, ਨਿਰਭਉ ਨਿਰਵੈਰ ਦੇ ਅਖੀਰਲੇ ਅੱਖਰਾਂ ਥੱਲੇ ਔਂਕੜ, ਪਰ ਅਕਾਲ ਦੇ ਲੱਲੇ ਥੱਲੇ ਔਂਕੜ ਨਹੀਂ ਹੈ। ਮੂਰਤ ਦੇ ਤੱਤੇ ਨਾਲ ਸਿਹਾਰੀ ਹੈ। ਅਸੀਂ ਸ਼ਾਇਦ ਕਦੇ ਧਿਆਨ ਦੇ ਨਾਲ ਨਹੀਂ ਨਾ ਪੜਿਆ ਵੀ ਅਕਾਲ ਦੇ ਲੱਲੇ ਥੱਲੇ ਔਂਕੜ ਕਿਉਂ ਨਹੀਂ ਆਇਆ, ਮੂਰਤ ਦੇ ਤੱਤੇ ਨਾਲ ਸਿਹਾਰੀ ਕਿਉਂ ਹੈ।
ਜੇ ਅਕਾਲ ਦੇ ਲੱਲੇ ਥੱਲੇ ਔਂਕੜ ਲਗਾ ਦਿੱਤਾ ਜਾਏ ਤਾਂ ਇੱਕ ਬਹੁਤ ਵੱਡੀ ਪ੍ਰੋਬਲਮ ਕ੍ਰੀਏਟ ਹੋ ਜਾਏਗੀ। ਕਾਲ ਸ਼ਬਦ ਵੱਖਰਾ ਹੋ ਜਾਏਗਾ, ਮੂਰਤ ਵੱਖਰਾ ਹੋ ਜਾਏਗਾ। ਜੋ ਕਿਸੇ ਨਾਮ ਦੇ ਆਖਰੀ ਅੱਖਰ ਥੱਲੇ ਔਂਕੜ ਲੱਗਾ ਹੋਵੇ ਨਾ, ਤਾਂ ਉਹ ਪੁਲਿੰਗ ਸ਼ਬਦ ਹੁੰਦਾ ਹੈ ਤੇ ਇੱਕ ਵਚਨ ਹੁੰਦਾ ਹੈ, ਸਿੰਗੂਲਰ, ਮੇਲ ਜੈਂਡਰ। ਤੇ ਜਦੋਂ ਕਿਸੇ ਨਾਉਨ ਦੇ ਆਖਰੀ ਅੱਖਰ ਨਾਲ ਸਿਹਾਰੀ ਲੱਗੀ ਹੋਵੇ ਤਾਂ ਉਹ ਫੀਮੇਲ ਜੈਂਡਰ, ਇਸਤਰੀ ਲਿੰਗ ਹੋ ਜਾਂਦਾ ਹੈ। ਹੁਣ ਜੇ ਅਕਾਲ ਦੇ ਲੱਲੇ ਥੱਲੇ ਔਂਕੜ ਲਗਾ ਦਈਏ ਤਾਂ ਇਹ ਕਰਤਾ ਕਾਰਕ ਇੱਕ ਵਚਨ ਪੁਲਿੰਗ ਹੋ ਜਾਏਗਾ ਤੇ ਨਾਸਤਕਤਾ ਪੈਦਾ ਹੋ ਸਕਦੀ ਹੈ। ਅਕਾਲ ਮਤਲਬ ਕਾਲ ਦਾ ਕੋਈ ਅਸਰ ਨਹੀਂ, ਜਿਸ ਤੇ ਜਵਾਨੀ ਬੁਢੇਪਾ ਬਚਪਨ ਨਹੀਂ ਆਉਂਦਾ, ਜਿਸ ਦੀ ਕਦੇ ਮੌਤ ਨਹੀਂ ਹੁੰਦੀ, ਤਾਂ ਬੰਦਾ ਸ਼ੰਕਾ ਕਰ ਸਕਦਾ ਹੈ ਫਿਰ ਇਹੋ ਜਿਹੀ ਚੀਜ਼ ਹੋਣੀ ਹੀ ਨਹੀਂ, ਨਾਸਤਕਤਾ ਪੈਦਾ ਹੋ ਸਕਦੀ। ਤੇ ਜੇ ਅਕਾਲ ਦੇ ਲੱਲੇ ਥੱਲੇ ਔਂਕੜ ਲੱਗਾ ਹੋਵੇ ਤੇ ਮੂਰਤ ਦੇ ਤੱਤੇ ਨਾਲ ਸਿਹਾਰੀ, ਮੂਰਤ ਦਾ ਅਰਥ ਹੋ ਜਾਏਗਾ ਹਸਤੀ, ਤੇ ਜਿਸ ਦੀ ਹਸਤੀ ਹੈ ਉਹਦੀ ਤਸਵੀਰ ਬਣਾਈ ਜਾ ਸਕਦੀ ਹੈ। ਹੁਣ ਅਸੀਂ ਸਾਰੇ ਹਸਤੀਆਂ ਹਾਂ ਨਾ, ਸਾਡੀ ਕੱਲੀ ਕੱਲੇ ਦੀ ਫੋਟੋ ਖਿੱਚੀ ਜਾ ਸਕਦੀ ਹੈ, ਤਸਵੀਰ ਬਣਾਈ ਜਾ ਸਕਦੀ ਹੈ, ਮੇਰੀ ਤਸਵੀਰ ਬਣਾਈ ਜਾ ਸਕਦੀ ਹੈ, ਤੁਹਾਡੀ ਬਣਾਈ ਜਾ ਸਕਦੀ ਹੈ। ਤਾਂ ਫਿਰ ਮੂਰਤੀ ਪੂਜਾ ਸ਼ੁਰੂ ਹੋ ਜਾਏਗੀ। ਸਿੱਖ ਧਰਮ ਦੇ ਵਿੱਚ ਨਾ ਨਾਸਤਕਤਾ ਹੈ, ਨਾ ਮੂਰਤੀ ਪੂਜਾ ਹੈ। ਇਸ ਲਈ ਗੁਰਦੇਵ ਨੇ ਅਕਾਲ ਦੇ ਲੱਲੇ ਥੱਲੇ ਔਂਕੜ ਨਹੀਂ ਲਗਾਇਆ, ਇਹ ਫੀਮੇਲ ਜੈਂਡਰ ਬਣ ਗਿਆ ਹੈ। ਜਦੋਂ ਅਸੀਂ ਕਿਸੇ ਨਾਉਨ ਦਾ ਆਖਰੀ ਅੱਖਰ ਹਟਾਉਂਦੇ ਆ ਨਾ, ਔਂਕੜ, ਆਖਰੀ ਅੱਖਰ ਥੱਲੋਂ ਔਂਕੜ ਹਟਾਉਂਦੇ ਆ, ਤਾਂ ਉਹ ਫੀਮੇਲ ਜੈਂਡਰ ਵੀ ਬਣ ਜਾਂਦਾ ਹੈ। ਜਿਵੇਂ ਭਗਤ ਦੇ ਤੱਤੇ ਥੱਲੇ ਔਂਕੜ, ਤਾਂ ਉਹ ਮੇਲ ਜੈਂਡਰ ਹੋਏਗਾ, ਲੇਕਿਨ ਸਿਹਾਰੀ ਲੱਗ ਗਈ ਤੇ ਫੀਮੇਲ ਜੈਂਡਰ ਹੋ ਜਾਏਗਾ। ਇੱਥੇ ਅਕਾਲ ਫੀਮੇਲ ਜੈਂਡਰ ਹੈ ਔਰ ਮੂਰਤ ਦਾ ਵਿਸ਼ੇਸ਼ਣ ਹੈ, ਇਕੱਠਾ ਸ਼ਬਦ ਹੈ ਅਕਾਲ ਮੂਰਤ। ਇਹਦਾ ਅਰਥ ਬਣੇਗਾ ਕਾਲ ਰਹਿਤ ਹਸਤੀ। ਰੱਬ ਕਾਲ ਤੋਂ ਰਹਿਤ ਵੀ ਹੈ, ਜੋ ਸਰਬ ਵਿਆਪਕ ਹੈ, ਜੋ ਇੱਕ ਓੰਕਾਰ ਹੈ, ਉਹ ਕਾਲ ਰਹਿਤ ਹੈ ਤੇ ਨਾਲ ਹਸਤੀ ਵੀ ਹੈ, ਯਾਨੀ ਉਹਦੀ ਹਸਤੀ ਵੀ ਹੈ ਤੇ ਉਹ ਕਾਲ ਤੋਂ ਰਹਿਤ ਵੀ ਹੈ। ਇਸ ਲਈ ਅਕਾਲ ਮੂਰਤ ਦਾ ਅਰਥ ਹੋਏਗਾ ਕਾਲ ਰਹਿਤ ਹਸਤੀ। ਅਜੂਨੀ, ਅਜੂਨੀ ਦਾ ਅਰਥ ਹੈ ਜੂਨਾਂ ਤੋਂ ਰਹਿਤ, ਉਹ ਜੂਨਾਂ ਵਿੱਚ ਨਹੀਂ ਆਉਂਦਾ। ਵੈਸੇ ਬਹੁਤੇ ਲੋਕਾਂ ਨੇ ਰੱਬ ਦਾ ਅਵਤਾਰ ਮੰਨਿਆ ਹੈ, ਫਲਾਂ ਬੰਦਾ ਰੱਬ ਦਾ ਅਵਤਾਰ ਹੈ ਜਾਂ ਰੱਬ ਅਵਤਾਰ ਧਾਰ ਕੇ ਆਇਆ। ਐਸਾ ਨਹੀਂ ਹੈ, ਸਿੱਖ ਧਰਮ ਅਵਤਾਰਵਾਦ ਨੂੰ ਨਹੀਂ ਮੰਨਦਾ। ਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ, ਤੇਰਾ ਉਹ ਮੂੰਹ ਸੜ ਜਾਏ। ਜਿਸ ਜ਼ਬਾਨ ਦੇ ਨਾਲ ਉਹ ਤੂੰ ਕਹਿਣਾ ਕਿ ਰੱਬ ਜੂਨ ਵਿੱਚ ਆਇਆ ਹੈ, ਰੱਬ ਜੂਨ ਵਿੱਚ ਨਹੀਂ ਹੈ, ਜੂਨਾਂ ਤੋਂ ਰਹਿਤ ਹੈ। ਸੈਭੰ, ਸੈਭੰ ਦਾ ਅਰਥ ਹੈ ਸੈਭੰ, ਆਪਣੇ ਆਪ ਤੋਂ ਆਪ, ਸੁਤੇ ਪ੍ਰਕਾਸ਼, ਉਹਨੂੰ ਕੋਈ ਪੈਦਾ ਕਰਨ ਵਾਲਾ ਨਹੀਂ, ਉਹ ਕਿਸੇ ਮਾਂ-ਬਾਪ ਤੋਂ ਪੈਦਾ ਨਹੀਂ ਹੋਇਆ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਸੁਤੇ ਪ੍ਰਕਾਸ਼, ਆਪਣੇ ਆਪ ਤੋਂ ਆਪ। ਹੁਣ ਜਿਹੜਾ ਮਾਲਕ ਲਗਾਤਾਰ ਸਮਾਇਆ ਹੋਇਆ ਹੈ, ਇੱਕੋ ਹੀ ਹੈ, ਜਿਹਦੇ ਵਿੱਚ ਇੰਨੇ ਗੁਣ ਨੇ, ਉਹ ਕਿਵੇਂ ਮਿਲੇ? ਉਹਦੇ ਨਾਲ ਮਿਲਾਪ ਦਾ ਸਾਧਨ ਕੀ ਹੈ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਰਾਹੀਂ। ਪ੍ਰਸਾਦ ਦੇ ਦੱਦੇ ਨਾਲ ਸਿਹਾਰੀ, ਪ੍ਰਸਾਦ ਰਾਹੀਂ, ਕਿਰਪਾ ਰਾਹੀਂ। ਤੇ ਗੁਰ ਦੇ ਰਾਰੇ ਥੱਲੇ ਔਂਕੜ ਨਹੀਂ ਹੈ। ਕਿਉਂ? ਕਿਉਂਕਿ ਜਦੋਂ ਦੋ ਸ਼ਬਦਾਂ ਦੇ ਅੰਦਰ ਕੋਈ ਸੰਬੰਧਕੀ ਪਦ ਆ ਜਾਂਦਾ ਹੈ ਤਾਂ ਉਹਦੇ ਵਿੱਚੋਂ ਪਹਿਲੇ ਜਿਹੜਾ ਹੈ ਜਾਂ ਦੂਜੇ ਆਪਣਾ ਨਾਉਨ ਦਾ ਔਂਕੜ ਜਿਹੜਾ ਹੈ ਹਟਾ ਦਿੱਤਾ ਜਾਂਦਾ ਹੈ। ਗੁਰ ਪ੍ਰਸਾਦ, ਇੱਥੇ ਅਰਥ ਹੈ ਗੁਰੂ ਦੀ ਕਿਰਪਾ ਰਾਹੀਂ, ਤੇ ਦੀ ਸ਼ਬਦ ਸਾਇਲੈਂਟ ਹੈ, ਲੁਪਤ ਹੈ। ਇਸ ਲਈ ਗੁਰ ਦੇ ਰਾਰੇ ਦਾ ਔਂਕੜ ਹਟਾ ਦਿੱਤਾ ਗਿਆ ਹੈ। ਜਿਵੇਂ ਗੁਰਸਿੱਖ, ਜੇ ਸਿੱਖ ਦੇ ਖੱਖੇ ਥੱਲੇ ਔਂਕੜ ਹੋਵੇ ਔਰ ਗੁਰ ਦਾ ਰਾਰਾ ਮੁਕਤਾ ਹੋਵੇ, ਉਹਨੂੰ ਅਸੀਂ ਇਕੱਠਾ ਪੜਾਂਗੇ ਗੁਰਸਿੱਖ। ਗੁਰਸਿੱਖ ਦਾ ਮਤਲਬ ਗੁਰੂ ਦਾ ਸਿੱਖ। ਗੁਰ ਦਾ ਰਾਰਾ ਵੀ ਮੁਕਤਾ ਹੋਵੇ, ਸਿੱਖ ਦਾ ਖੱਖਾ ਵੀ ਮੁਕਤਾ ਹੋਵੇ, ਫਿਰ ਵੀ ਅਸੀਂ ਇਕੱਠਾ ਪੜਾਂਗੇ, ਉਹਦਾ ਅਰਥ ਹੋ ਜਾਏਗਾ ਗੁਰੂ ਦੇ ਸਿੱਖ। ਪਰ ਗੁਰ ਦੇ ਰਾਰੇ ਥੱਲੇ ਔਂਕੜ ਹੋਵੇ, ਸਿੱਖ ਦੇ ਖੱਖੇ ਥੱਲੇ ਵੀ ਔਂਕੜ ਹੋਵੇ, ਫਿਰ ਇਹਨਾਂ ਨੂੰ ਅੱਡ ਅੱਡ ਪੜਾਂਗੇ, ਗੁਰ ਸਿੱਖ, ਜਿਹਦਾ ਮਤਲਬ ਹੋ ਜਾਏਗਾ ਗੁਰੂ ਵੀ ਸਿੰਗੂਲਰ ਔਰ ਸਿੱਖ ਵੀ ਸਿੰਗੂਲਰ।
ਤੇ ਜੇ ਗੁਰ ਦੇ ਰਾਰੇ ਥੱਲੇ ਔਂਕੜ ਹੋਵੇ, ਸਿੱਖ ਦਾ ਖੱਖਾ ਮੁਕਤਾ ਹੋਵੇ, ਤਾਂ ਵੀ ਅਸੀਂ ਵੱਖਰਾ ਪੜਾਂਗੇ ਗੁਰ ਸਿੱਖ। ਗੁਰੂ ਸਿੰਗੂਲਰ ਸ਼ਬਦ ਹੈ ਗੁਰ, ਤੇ ਸਿੱਖ ਪਲੂਰਲ ਹੈ। ਇੱਥੇ ਗੁਰ ਪ੍ਰਸਾਦ ਦਾ ਮਤਲਬ ਗੁਰੂ ਦੀ ਕਿਰਪਾ ਰਾਹੀਂ। ਤਾਂ ਮੈਂ ਇਹ ਅਰਥ ਇੱਕ ਵਾਰ ਫਿਰ ਦੁਹਰਾ ਦਿਆਂ, ਜਿਸ ਕਰਕੇ ਸਾਨੂੰ ਸਮਝ ਆ ਜਾਏ। ਇੱਕ ਓੰਕਾਰ ਦਾ ਮਤਲਬ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਰਾਹੀਂ ਸੰਸਾਰ ਦੀ ਉਤਪਤੀ, ਲਹਿਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ। ਸਤਨਾਮ ਉਹ ਹੋਂਦ ਵਾਲਾ ਹੈ, ਉਹਦਾ ਨਾਮ ਇੱਕ ਅਟਲ ਸੱਚਾਈ ਹੈ। ਕਰਤਾ ਪੁਰਖ ਸਿਰਜਕ ਹੈ, ਸਿਰਜਣਹਾਰ ਹੈ। ਪੁਰਖ ਦਾ ਮਤਲਬ ਰਚਨਾ ਦੇ ਅੰਦਰ ਸਮਾਇਆ ਹੋਇਆ ਹੈ, ਰਚਨਾ ਤੋਂ ਬਾਹਰ ਨਹੀਂ। ਨਿਰਭਉ ਡਰ ਤੋਂ ਰਹਿਤ ਹੈ, ਨਿਰਵੈਰ ਵੈਰ ਤੋਂ ਰਹਿਤ ਹੈ। ਅਕਾਲ ਮੂਰਤ ਉਹਦੀ ਹਸਤੀ ਕਾਲ ਰਹਿਤ ਹੈ, ਉਹਦਾ ਵਿਨਾਸ਼ ਨਹੀਂ ਹੁੰਦਾ। ਅਜੂਨੀ ਦੂਨਾ ਤੋਂ ਰਹਿਤ ਹੈ। ਸੈਭੰ ਸੁਤੇ ਪ੍ਰਕਾਸ਼ ਹੈ, ਤੇ ਉਹਦੇ ਨਾਲ ਮਿਲਾਪ ਕਿਵੇਂ ਹੋਏਗਾ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਰਾਹੀਂ, ਗੁਰੂ ਦੀ ਕਿਰਪਾ ਦਾ ਸਦਕਾ। ਹੁਣ ਸਾਡਾ ਜੋ ਧਾਰਮਿਕ ਜਗਤ ਹੈ, ਜੋ ਰੱਬ ਵਿੱਚ ਵਿਸ਼ਵਾਸ ਰੱਖਦੇ ਨੇ, ਉਹ ਰੱਬ ਦੇ ਵਿੱਚ ਅਭੇਦ ਹੋਣਾ ਚਾਹੁੰਦੇ ਨੇ। ਰੱਬ ਨੂੰ ਮਿਲਣ ਦੀਆਂ ਬਹੁਤ ਸਾਰੀਆਂ ਤਰਕੀਬਾਂ ਦੱਸੀਆਂ ਜਾ ਰਹੀਆਂ ਨੇ। ਰੱਬ ਦੇ ਮਿਲਾਪ ਸਿਖਾਉਣ ਵਾਸਤੇ, ਢੰਗ ਤਰੀਕੇ ਸਿਖਾਉਣ ਵਾਸਤੇ ਬਹੁਤ ਸਾਰੇ ਲੋਕ ਕੰਮ ਕਰ ਰਹੇ ਨੇ। ਬਹੁਤ ਸਾਰੇ ਡੇਰੇ, ਬਹੁਤ ਸਾਰੇ ਦੇਹਧਾਰੀ ਗੁਰੂ, ਬਹੁਤ ਸਾਰੇ ਹੋਰ ਲੋਕ ਕਹਿ ਰਹੇ ਨੇ ਕਿ ਅਸੀਂ ਤੁਹਾਨੂੰ ਰੱਬ ਦੇ ਨਾਲ ਮਿਲਾਵਾਂਗੇ, ਤੁਹਾਨੂੰ ਨਾਮ ਦਿਆਂਗੇ, ਇਹਨੂੰ ਇਸ ਤਰ੍ਹਾਂ ਜਪੋਗੇ, ਫਿਰ ਤੁਹਾਡੇ ਨਾਲ ਰੱਬ ਮਿਲੇਗਾ। ਰੱਬ ਨੂੰ ਖੋਜੋ, ਰੱਬ ਨੂੰ ਲੱਭੋ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਲੱਭਣਾ ਤੇ ਉਹਨੂੰ ਹੈ ਜਿਹੜਾ ਗੁਆਚਿਆ ਹੋਵੇ। ਇਹ ਗੱਲ ਧਿਆਨ ਨਾਲ ਸਮਝਣੀ ਹੈ। ਜਿਹੜਾ ਇੱਕ ਓੰਕਾਰ ਹੈ, ਜਿਹੜਾ ਹੈ ਹੀ ਇੱਕ, ਜਿਹੜਾ ਆਪ ਹੀ ਪਸਰਿਆ ਹੋਇਆ ਹੈ, ਉਹਨੂੰ ਲੱਭੋਗੇ ਕਿਵੇਂ? ਜਿਹੜਾ ਕਦੇ ਗੁਆਚਿਆ ਹੀ ਨਹੀਂ, ਜਿਹੜਾ ਘੱਟ ਘੱਟ ਮੈਂ ਹਰ ਜੂ ਵਸੇ, ਜੋ ਮੇਰੇ ਤੁਹਾਡੇ ਸਾਰਿਆਂ ਵਿੱਚ ਵਸ ਰਿਹਾ, ਜਿਹੜਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ, ਉਹਨੂੰ ਕਿਵੇਂ ਲੱਭੋਗੇ? ਉਹਨੂੰ ਲੱਭਣ ਦਾ ਕੋਈ ਸਾਧਨ ਤੇ ਤਾਂ ਹੋਏ ਨਾ ਜੇ ਉਹ ਗੁਆਚਿਆ ਹੋਏ। ਰੱਬ ਨੂੰ ਮਿਲੀਏ ਤੇ ਤਾਂ ਜੇ ਰੱਬ ਤੋਂ ਵਿਛੜੇ ਹੋਈਏ। ਜੇ ਕੋਈ ਕਹਿੰਦਾ ਹੈ ਨਾ ਕਿ ਸਾਨੂੰ ਰੱਬ ਨੂੰ ਮਿਲਣ ਦੀ ਜਾਂਚ ਦੱਸੋ, ਦੱਸੀ ਜਾ ਰਹੀ ਹੈ ਜਾਂਚਾਂ। ਸਾਨੂੰ ਵੀ ਲੋਕ ਕਹਿੰਦੇ ਨੇ ਜੋ ਸਾਡੇ ਨਾਲ ਮਿਲਣ ਵਾਲੇ ਨੇ ਕਿ ਰੱਬ ਨੂੰ ਮਿਲਣ ਦਾ ਸਾਧਨ ਕੋਈ ਹੈ। ਤਾਂ ਮੈਂ ਤਾਂ ਸਾਫ਼ ਕਹਿਣਾ ਹੁੰਦਾ ਵੀ ਰੱਬ ਨੂੰ ਮਿਲਣ ਦਾ ਸਾਧਨ ਦੱਸਿਆ ਜਾ ਸਕਦਾ ਹੈ। ਪਹਿਲਾਂ ਮੈਨੂੰ ਇਹ ਦੱਸੋ ਕਿ ਰੱਬ ਤੋਂ ਵਿਛੜਿਆ ਕਿਵੇਂ ਜਾਏ? ਰੱਬ ਤੋਂ ਵਿਛੜਨ ਦਾ ਕੋਈ ਤਰੀਕਾ ਦੱਸੋ, ਤੇ ਫਿਰ ਮੈਂ ਤੁਹਾਨੂੰ ਮਿਲਣ ਦਾ ਤਰੀਕਾ ਦੱਸ ਦਿਆਂ। ਜਿਹਦੇ ਤੋਂ ਵਿਛੜਿਆ ਹੀ ਨਹੀਂ ਜਾ ਸਕਦਾ, ਜਿਹੜਾ ਗੁਆਚਿਆ ਹੀ ਨਹੀਂ, ਉਹਨੂੰ ਲੱਭੀਏ ਕਿਵੇਂ? ਮਿਲਾਂਗੇ ਤੇ ਤਾਂ ਨਾ ਜੇ ਅਸੀਂ ਵਿਛੜੇ ਹੋਈਏ। ਹੁਣ ਦੇਖੋ, ਅਸੀਂ ਸਾਰੇ ਵੀਰ ਭੈਣਾਂ ਕਲਾਸ ਵਿੱਚ ਬੈਠੇ ਹਾਂ, ਤਾਂ ਜੇ ਅਸੀਂ ਇੱਕ ਦੂਜੇ ਨੂੰ ਮਿਲਣਾ ਹੋਵੇ ਤਾਂ ਅਸੀਂ ਇੱਕ ਦੂਜੇ ਤੋਂ ਦੂਰ ਹਾਂ। ਘਰ ਵਿੱਚ ਅਸੀਂ ਇੱਕ ਦੂਜੇ ਦੇ ਕੋਲ ਜਾਵਾਂਗੇ, ਆਪਣੇ ਰਿਸ਼ਤੇਦਾਰ ਕੋਲ ਜਾਵਾਂਗੇ, ਤੇ ਜਿਹੜੇ ਬੈਠੇ ਇਕੱਠੇ ਨੇ ਇੱਕ ਦੂਜੇ ਦੇ ਕੋਲ, ਉਹ ਮਿਲਣ ਕਿਵੇਂ? ਰੱਬ ਕਦੇ ਵਿਛੜਿਆ ਨਹੀਂ ਹੈ, ਰੱਬ ਕਦੇ ਗੁਆਚਿਆ ਨਹੀਂ ਹੈ। ਇਸ ਲਈ ਗੁਆਚਿਆ ਹੈ ਬੰਦੇ ਤੋਂ ਇਨਸਾਫ, ਪ੍ਰੇਮ, ਦਇਆ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ, ਸੱਚਾਈ, ਇਹ ਚੀਜ਼ਾਂ ਗੁਆਚ ਗਈਆਂ ਨੇ। ਇਹਨਾਂ ਨੂੰ ਆਪਣੇ ਅੰਦਰੋਂ ਲੱਭੋ, ਇਹਨਾਂ ਨੂੰ ਪ੍ਰਗਟ ਕਰੋ ਤੁਹਾਡੇ ਅੰਦਰ। ਖੈਰ, ਫਿਰ ਵੀ ਉਹਦੇ ਮਿਲਾਪ ਵਾਸਤੇ ਸਾਧਨ ਕੀ ਨੇ? ਉਹਦੇ ਮਿਲਾਪ ਵਾਸਤੇ ਸਾਧਨ ਇੱਕੋ ਹੀ ਹੈ, ਗੁਰ ਪ੍ਰਸਾਦ। ਕਿ ਐਸਾ ਜੋ ਰੱਬ ਹੈ, ਗੁਰੂ ਦੀ ਕਿਰਪਾ ਦੇ ਨਾਲ ਅਸੀਂ ਉਹਦੇ ਵਿੱਚ ਮਿਲ ਸਕਦੇ ਹਾਂ, ਉਹਦੇ ਵਿੱਚ ਅਭੇਦ ਹੋ ਸਕਦੇ ਹਾਂ, ਅਨੁਭਵ ਕਰ ਸਕਦੇ ਹਾਂ। ਚਾਰ ਚੁਫੇਰੇ ਕੁਦਰਤ ਪਸਰੀ ਹੋਈ ਵਿੱਚ ਰੱਬ ਨੂੰ ਵੇਖ ਸਕਦੇ ਹਾਂ। ਕਿਵੇਂ? ਗੁਰੂ ਦੀ ਕਿਰਪਾ ਨਾਲ। ਤਾਂ ਇਹਦਾ ਮਤਲਬ ਇਹ ਹੋਇਆ ਕਿ ਰੱਬ ਵਿੱਚ ਅਭੇਦ ਹੋਣ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਕੀ ਚਾਹੀਦਾ ਹੈ ਜੀ? ਗੁਰੂ ਦੀ ਕਿਰਪਾ। ਕੀ ਚਾਹੀਦਾ ਹੈ? ਬੋਲੋ ਸਾਰੇ, ਅਨਮਿਊਟ ਰਹਿੰਦਾ ਹੀ। ਕੀ ਚਾਹੀਦਾ ਸਾਨੂੰ? ਗੁਰੂ ਦੀ ਕਿਰਪਾ ਚਾਹੀਦੀ ਹੈ ਨਾ। ਹਾਂ, ਗੁਰੂ ਦੀ ਕਿਰਪਾ। ਉਸ ਤੋਂ ਅੱਗੇ ਫਿਰ ਚੱਲਾਂਗੇ। ਇਸ ਲਈ ਜੇ ਅਸੀਂ ਉਸ ਪ੍ਰਭੂ ਵਿੱਚ ਅਭੇਦ ਹੋਣਾ ਚਾਹੁੰਦੇ ਹਾਂ ਤਾਂ ਸਾਡੀ ਯਾਤਰਾ ਇੱਕ ਓੰਕਾਰ ਤੋਂ ਸ਼ੁਰੂ ਨਹੀਂ ਹੋਣੀ। ਸਾਡੀ ਯਾਤਰਾ ਗੁਰਪ੍ਰਸਾਦ ਤੋਂ ਸ਼ੁਰੂ ਹੋਏਗੀ। ਰੱਬ ਵਿੱਚ ਅਭੇਦ ਹੋਣ ਲਈ ਸਾਨੂੰ ਸਭ ਤੋਂ ਪਹਿਲਾਂ ਚਾਹੀਦਾ ਹੈ ਗੁਰਪ੍ਰਸਾਦ, ਗੁਰੂ ਦੀ ਕਿਰਪਾ।
ਤੇ ਗੁਰੂ ਜਦੋਂ ਕਿਰਪਾ ਕਰੇਗਾ ਸਾਨੂੰ ਕੀ ਦੇਵੇਗਾ? ਗਿਆਨ ਦੇਵੇਗਾ। ਕਰ ਕਿਰਪਾ ਅਵਗੁਣ ਕੱਟੇ, ਗਿਆਨ ਅੰਜਨ ਸਾਰਿਆ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਗੁਰੂ ਨੇ ਸਾਨੂੰ ਉਹ ਨਜ਼ਰੀਆ ਦੇਣਾ ਹੈ, ਗੁਰੂ ਨੇ ਸਾਨੂੰ ਗਿਆਨ ਦੇਣਾ ਹੈ, ਜਿਸ ਗਿਆਨ ਰਾਹੀਂ, ਜਿਨ੍ਹਾਂ ਅੱਖਾਂ ਰਾਹੀਂ ਇਸ ਜਗਤ ਦੇ ਅੰਦਰ ਦਾਤੇ ਦੇ ਦੀਦਾਰ ਕਰਨੇ ਨੇ, ਤਾਂ ਸਭ ਤੋਂ ਪਹਿਲਾਂ ਜ਼ਰੂਰਤ ਹੈ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣ ਦੀ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਅਸੀਂ ਆਪ ਪੜ੍ਹੀਏ, ਵਿਚਾਰੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੀਏ। ਹੁਣ ਜਿਸ ਨੇ ਆਪਣਾ ਆਪਾ ਗੁਰੂ ਅੱਗੇ ਸਮਰਪਿਤ ਕਰ ਦਿੱਤਾ, ਆਪ ਹੁਦਰਾਪਨ ਛੱਡ ਦਿੱਤਾ, ਗੁਰੂ ਗਿਆਨ ਦੀ ਅਗਵਾਈ ਵਿੱਚ ਜੀਵਿਆ, ਤਾਂ ਗੁਰਪ੍ਰਸਾਦ ਤੋਂ ਅਗਲਾ ਸ਼ਬਦ ਹੈ ਸੈਭੰ। ਉਹਨੂੰ ਸਮਝ ਆਈ ਕਿ ਰੱਬ ਸੈਭੰ ਹੈ, ਸੁਤੇ ਪ੍ਰਕਾਸ਼ ਹੈ। ਹੁਣ ਦੇਖੋ, ਰੱਬ ਆਪਣੇ ਆਪ ਤੋਂ ਆਪ ਹੈ, ਤਾਂ ਸਾਨੂੰ ਇਹਦੇ ਨਾਲ ਕੀ ਫਰਕ ਪੈਂਦਾ ਹੈ? ਜੇ ਰੱਬ ਨੂੰ ਮਾਂ-ਬਾਪ ਨੇ ਵੀ ਪੈਦਾ ਕੀਤਾ ਹੁੰਦਾ, ਸਾਨੂੰ ਕੀ ਫਰਕ ਪੈਣਾ ਸੀ? ਜੇ ਆਪਣੇ ਆਪ ਤੋਂ ਆਪ ਹੈ ਤਾਂ ਸਾਨੂੰ ਕੀ ਫਰਕ ਪੈਂਦਾ ਹੈ? ਹੁਣ ਇਹ ਗੱਲ ਧਿਆਨ ਨਾਲ ਅਸਾਂ ਸਮਝਣੀ ਹੈ ਕਿ ਅਸੀਂ ਉਹਦੇ ਵਿੱਚ ਸਮਾਣਾ ਹੈ ਜੋ ਸੈਭੰ ਹੈ, ਜੋ ਸੁੱਤੇ ਪ੍ਰਕਾਸ਼ ਹੈ, ਜੋ ਆਪਣੇ ਆਪ ਤੋਂ ਆਪ ਹੈ। ਆਪਣੇ ਆਪ ਤੋਂ ਆਪ ਹੋਣਾ ਇਹ ਰੱਬ ਦਾ ਇੱਕ ਗੁਣ ਹੈ। ਉਹ ਆਪਣੇ ਆਪ ਤੋਂ ਆਪ ਹੈ, ਉਹਨੂੰ ਕਿਸੇ ਸਹਾਰੇ ਦੀ ਜ਼ਰੂਰਤ ਨਹੀਂ ਹੈ, ਉਹਨੂੰ ਕੋਈ ਪੈਦਾ ਕਰਨ ਵਾਲਾ ਨਹੀਂ, ਉਹ ਨਿਰਾਲੰਭ, ਬਿਨਾਂ ਸਹਾਰੇ ਤੋਂ। ਹੁਣ ਉਹਦੇ ਵਿੱਚ ਅਸਾਂ ਅਪੇਧ ਹੋਣਾ ਹੈ, ਉਹਨੂੰ ਜਾਣਨਾ ਹੈ, ਉਹਦੇ ਵਿੱਚ ਅਸੀਂ ਸਮਾਣਾ ਹੈ। ਤਾਂ ਜਿਹੜਾ ਸੈਭੰ ਦੇ ਅੰਦਰ ਸਮਾਏਗਾ ਉਹ ਵੀ ਸੈਭੰ ਹੋ ਜਾਏਗਾ ਨਾ। ਜਿਹੜੀ ਬੂੰਦ ਸਮੁੰਦਰ ਵਿੱਚ ਸਮਾਏਗੀ ਉਹ ਸਮੁੰਦਰ ਹੋ ਜਾਏਗੀ। ਨਦੀਆਂ ਅਤੇ ਵਾਹ ਭਵੇਂ ਸਮੁੰਦ ਨਾ ਜਾਣੀਐ, ਨਦੀਆਂ ਨਾਲੇ ਦਰਿਆ ਸਮੁੰਦਰ ਵਿੱਚ ਪੈ ਜਾਂਦੇ ਨੇ, ਮੁੜ ਕੇ ਵੱਖਰੇ ਨਹੀਂ ਜਾਣੇ ਜਾਂਦੇ। ਜਿਹੜਾ ਸੈਭੰ ਵਿੱਚ ਮਿਲੇਗਾ ਉਹ ਵੀ ਸੈਭੰ ਹੋ ਜਾਏਗਾ, ਤੇ ਜੇ ਉਹ ਸੈਭੰ ਨਹੀਂ ਹੁੰਦਾ ਤਾਂ ਸੈਭੰ ਦੇ ਨਾਲ ਕਦੇ ਮਿਲੇਗਾ ਨਹੀਂ। ਹੁਣ ਸਾਨੂੰ ਇਹ ਰੱਬ ਦਾ ਗੁਣ ਧਾਰਨ ਕਰਨਾ ਪਵੇਗਾ। ਜੋ ਸੈਭੰ ਨੂੰ ਮੰਨੇਗਾ ਉਹ ਆਪਣੇ ਪੈਰਾਂ ਤੇ ਆਪ ਖਲੋਏਗਾ, ਬੇਗਾਨਾ ਹੱਕ ਨਹੀਂ ਖਾਏਗਾ। ਉਹ ਆਪਣੇ ਸਹਾਰੇ ਆਪ ਜ਼ਿੰਦਗੀ ਜੀਵੇਗਾ, ਆਪਣੇ ਪੈਰਾਂ ਤੇ ਆਪ ਖਲੋਏਗਾ। ਜੋ ਕਿਸੇ ਵੀ ਕਿਸਮ ਦੇ ਨਾਲ ਬੇਗਾਨਾ ਹੱਕ ਖਾਂਦੇ ਨੇ, ਚਾਹੇ ਉਹ ਰਿਸ਼ਵਤ ਲੈਂਦੇ ਨੇ, ਚਾਹੇ ਉਹ ਭਰਾ ਦੀ ਪ੍ਰੋਪਰਟੀ ਦਬਾ ਲੈਂਦੇ ਨੇ, ਚਾਹੇ ਉਹ ਚੋਰੀ ਕਰ ਲੈਂਦੇ ਨੇ, ਕਿਸੇ ਵੀ ਢੰਗ ਦੇ ਨਾਲ ਬੇਗਾਨਾ ਹੱਕ ਖਾਣ ਵਾਲਾ ਬੰਦਾ ਸੈਭੰ ਨੂੰ ਮੰਨਣ ਵਾਲਾ ਨਹੀਂ ਹੋ ਸਕਦਾ। ਉਹ ਸੈਭੰ ਨੂੰ ਨਹੀਂ ਮੰਨ ਰਿਹਾ। ਅਸੀਂ ਦੇਖਦੇ ਹਾਂ ਰਿਸ਼ਵਤਖੋਰੀ, ਚੋਰ ਬਾਜ਼ਾਰੀ, 2 ਨੰਬਰ ਦੇ ਧੰਦੇ, ਆ ਮਿਲਾਵਟਾਂ ਦਵਾਈਆਂ ਵਿੱਚ ਕਿੰਨਾ ਕੁਛ ਹੋ ਰਿਹਾ ਹੈ। ਤੇ ਉਹ ਜੇ ਲੋਕ ਗੁਰਦੁਆਰੇ ਜਾ ਕੇ, ਮੰਦਿਰ ਮਸੀਤ ਤੇ ਜਾ ਕੇ ਰੱਬ ਨੂੰ ਮੱਥਾ ਟੇਕਣ ਤਾਂ ਸਮਝ ਲੈਣਾ ਧੋਖਾ ਹੈ। ਸੈਭੰ ਦਾ ਗੁਣ ਅਪਣਾਉਣਾ ਪਵੇਗਾ। ਇਹਨਾਂ ਦੇਸ਼ਾਂ ਵਿੱਚ ਵੀ ਅਸੀਂ ਦੇਖਦੇ ਹਾਂ, ਜਿਵੇਂ ਇੰਗਲੈਂਡ ਹੈ, ਜਿਸ ਦੇਸ਼ ਵਿੱਚ ਅਸੀਂ ਬੈਠੇ ਹਾਂ, ਇੱਥੇ ਵੀ ਜਦੋਂ ਕਿਸੇ ਕੋਲ ਕੰਮ ਨਾ ਹੋਵੇ ਜਾਂ ਕੋਈ ਡਿਸੇਬਲ ਹੈ ਤਾਂ ਸਰਕਾਰ ਵੱਲੋਂ ਉਹਨੂੰ ਸਹਾਇਤਾ ਮਿਲਦੀ ਹੈ। ਕਾਨੂੰਨੀ ਤੌਰ ਤੇ ਉਹ ਹੱਕਦਾਰ ਹੈ ਜਿਹੜਾ ਡਿਸੇਬਲ ਹੈ ਜਾਂ ਉਹਦੇ ਕੋਲ ਕੰਮ ਨਹੀਂ ਹੈ। ਹਕੀਕਤ ਵਿੱਚ ਜ਼ਰੂਰਤ ਹੈ ਤਾਂ ਉਹ ਲੈ ਸਕਦਾ ਹੈ। ਲੇਕਿਨ ਕਈ ਲੋਕ ਐਸੇ ਨੇ ਜਿਹੜੇ ਚੰਗੇ ਭਲੇ ਹੱਟੇ ਕੱਟੇ ਨੇ, ਔਰ ਉਹਨਾਂ ਨੇ ਲਿਖਾ ਦਿੱਤਾ ਹੈ ਜੀ ਮੇਰੀ ਤੇ ਲੱਕ ਨਹੀਂ ਪੀੜ ਕਰਦਾ, ਮੈਂ ਤੇ ਉੱਠਣ ਜੋਗਾ ਹੀ ਨਹੀਂ। ਉਹ ਸੂਟੀਆਂ ਲੈ ਕੇ ਐਵੇਂ ਨਿਕਲਦੇ ਨੇ ਬਾਹਰ, ਹੈ ਚੰਗੇ ਭਲੇ ਨੇ, ਚੋਰੀ ਕੰਮ ਵੀ ਕਰਦੇ ਨੇ, ਚੋਰੀ ਕੰਮ ਵੀ ਕਰਦੇ ਨੇ, ਪੈਸੇ ਵੀ ਲੈਂਦੇ ਨੇ ਕਿਸੇ ਵੀ ਢੰਗ ਨਾਲ, ਤਾਂ ਉਹ ਸੈਭੰ ਨੂੰ ਮੰਨਣ ਵਾਲੇ ਨਹੀਂ ਹਨ। ਹਾਂ, ਜਿਹਦਾ ਲੱਕ ਪੀੜ ਕਰਦਾ, ਕੰਮ ਨਹੀਂ ਕਰ ਸਕਦਾ, ਉਹ ਹੱਕਦਾਰ ਹੈ, ਉਹਨੂੰ ਲੈਣੇ ਚਾਹੀਦੇ ਨੇ। ਪਰ ਜਿਹੜਾ ਬੰਦਾ ਪੈਸੇ ਵੀ ਲੈ ਰਿਹਾ ਹੈ, ਕੰਮ ਵੀ ਕਰ ਰਿਹਾ ਹੈ, ਤਾਂ ਉਹ ਸੈਭੰ ਨੂੰ ਮੰਨਣ ਵਾਲਾ ਨਹੀਂ ਹੈ। ਇਸ ਲਈ ਗੁਰੂ ਦੀ ਕਿਰਪਾ ਰਾਹੀਂ ਪਤਾ ਲੱਗੇਗਾ ਕਿ ਮੈਂ ਸੈਭੰ ਹੋਣਾ ਹੈ, ਸੈਭੰ ਦੇ ਨਾਲ ਮਿਲਣਾ ਹੈ, ਮੈਂ ਸੈਭੰ ਦਾ ਰੂਪ ਹਾਂ, ਮੈਂ ਉਹਦੀ ਅੰਸ਼ ਹਾਂ। ਅਗਲਾ ਸ਼ਬਦ ਹੈ ਅਜੂਨੀ। ਰੱਬ ਅਜੂਨੀ ਹੈ, ਉਹ ਜੂਨਾਂ ਵਿੱਚ ਨਹੀਂ ਆਉਂਦਾ। ਤੇ ਜੇ ਰੱਬ ਜੂਨਾਂ ਵਿੱਚ ਆਏ ਤੇ ਸਾਨੂੰ ਕੀ ਫਰਕ ਪੈਂਦਾ ਹੈ? ਜੇ ਨਹੀਂ ਜੂਨ ਵਿੱਚ ਆਉਂਦਾ ਤੇ ਸਾਨੂੰ ਕੀ ਫਰਕ ਪਿਆ? ਅਸੀਂ ਦੇਖਦੇ ਹਾਂ ਕਈ ਧਰਮਾਂ ਦੇ ਵਿੱਚ ਰੱਬ ਨੂੰ ਅਵਤਾਰ ਮੰਨਿਆ ਜਾਂਦਾ ਹੈ, ਵਰਾ ਅਵਤਾਰ, ਸੂਰ ਦਾ ਅਵਤਾਰ ਧਰ ਕੇ ਰੱਬ ਆਇਆ। ਮੰਨ ਰਹੇ ਨੇ, ਉਹਨਾਂ ਦੀ ਮਰਜ਼ੀ ਹੈ। ਤੇ ਜੇ ਸੂਰ ਦਾ ਅਵਤਾਰ ਧਾਰਨ ਰੱਬ ਕਰਕੇ ਆ ਜਾਏ ਤੇ ਸਾਨੂੰ ਕੀ ਫਰਕ ਪਵੇਗਾ? ਜੇ ਨਹੀਂ ਜੂਨਾਂ ਵਿੱਚ ਤੇ ਸਾਨੂੰ ਕੀ ਫਰਕ ਪਿਆ? ਰੱਬ ਦਾ ਗੁਣ ਹੈ ਇੱਕ ਅਜੂਨੀ।
ਗੁਰੂ ਦੀ ਕਿਰਪਾ ਨਾਲ ਸਾਨੂੰ ਦੂਜੇ ਗੁਣ ਦਾ ਪਤਾ ਲੱਗੇਗਾ ਕਿ ਅਸੀਂ ਵੀ ਅਜੂਨੀ ਹੋਣਾ ਹੈ। ਅਸੀਂ ਅਜੂਨੀ ਹੋਣਾ ਹੈ, ਅਜੂਨੀ ਨਾਲ ਜੁੜ ਕੇ ਅਜੂਨੀ ਹੋਣਾ ਹੈ, ਜੂਨਾਂ ਚੋਂ ਬਾਹਰ ਆਉਣਾ ਹੈ। ਤੇ ਜੂਨਾਂ ਕੀ ਨੇ? ਪਸ਼ੂ ਬਿਰਤੀਆਂ। ਜਿਵੇਂ ਮੈਂ ਪਹਿਲਾਂ ਕਲਾਸਾਂ ਵਿੱਚ ਕਈ ਵਾਰ ਵਿਚਾਰ ਕਰ ਚੁੱਕਾ ਕਿ ਜਦੋਂ ਅਸੀਂ ਬੇਗਾਨਾ ਹੱਕ ਖਾਂਦੇ ਹਾਂ ਉਦੋਂ ਅਸੀਂ ਕੁੱਤੇ ਦੀ ਜੂਨ ਵਿੱਚ ਹੁੰਦੇ ਹਾਂ। ਜਦੋਂ ਅਸੀਂ ਕੇਵਲ ਮੱਲਾਂ ਹੀ ਮਾਰਦੇ ਹਾਂ ਉਦੋਂ ਅਸੀਂ ਸੱਪ ਦੀ ਜੂਨ ਵਿੱਚ ਹੁੰਦੇ ਹਾਂ। ਜਦੋਂ ਅਸੀਂ ਕੇਵਲ ਕਰਨੀ ਚਲਾਕੀ ਦੀਆਂ ਗੱਲਾਂ ਕਰਦੇ ਹਾਂ, ਕਥਨੀ ਕਰਦੇ ਹਾਂ, ਕਰਨੀ ਨਹੀਂ ਹੁੰਦੀ, ਉਦੋਂ ਅਸੀਂ ਕਾਂ ਦੀ ਜੂਨ ਵਿੱਚ ਹੁੰਦੇ ਹਾਂ। ਸਾਰਾ ਦਿਨ ਕਾਂ ਕਾਂ ਚੁਗਲੀਆਂ ਨਿੰਦਾ। ਜਦੋਂ ਅਸੀਂ ਕਿਸੇ ਦੀ ਗੱਲ ਵੱਡੇ ਦੀ ਨਹੀਂ ਮੰਨਦੇ, ਚੰਗੀ ਗੱਲ ਨਹੀਂ ਮੰਨਦੇ, ਅਸੀਂ ਸਮਾਜ ਦੇ ਨਿਯਮਾਂ ਨੂੰ, ਧਰਮ ਦੇ ਨਿਯਮਾਂ ਨੂੰ ਤੋੜਦੇ ਹਾਂ, ਉਦੋਂ ਅਸੀਂ ਝੂਠੇ ਦੀ ਜੂਨ ਵਿੱਚ ਹੁੰਦੇ ਹਾਂ। ਮਾਤਾ ਭੈਂਸਾ ਅਮੂਹਾਂ ਜਾਏ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਅਜੂਨੀ ਹੋਣਾ ਹੈ, ਇਨਸਾਨੀਅਤ ਪੈਦਾ ਕਰਨੀ ਆਪਣੇ ਅੰਦਰ। ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦਾ ਕਿੰਨੀਆਂ ਜੂਨਾਂ ਵਿੱਚ ਭਟਕਦਾ ਹੈ ਨਾ, ਸੁਭਾਅ ਕਰਕੇ। ਅਜੂਨੀ ਨੂੰ ਮੰਨਣ ਵਾਲਾ ਉਹ ਹੈ ਜਿਹਦੇ ਅੰਦਰ ਇਹ ਦੋਸ਼ ਨਹੀਂ, ਪਸ਼ੂ ਬਿਰਤੀਆਂ ਨਹੀਂ ਹਨ। ਤਾਂ ਗੁਰੂ ਦੀ ਕਿਰਪਾ ਨਾਲ ਸਾਨੂੰ ਤੀਜੇ ਗੁਣ ਦਾ ਪਤਾ ਲੱਗੇਗਾ ਕਿ ਅਸੀਂ ਆਪਣੀ ਜ਼ਿੰਦਗੀ ਚੋਂ ਪਸ਼ੂ ਬਿਰਤੀਆਂ ਖਤਮ ਕਰਨੀਆਂ ਨੇ। ਅਗਲਾ ਸ਼ਬਦ ਹੈ ਅਕਾਲ ਮੂਰਤ। ਅਕਾਲ ਮੂਰਤ ਦਾ ਮਤਲਬ ਕਾਲ ਰਹਿਤ ਹਸਤੀ। ਰੱਬ ਨੂੰ ਮੌਤ ਨਹੀਂ ਆਉਂਦੀ, ਉਹ ਕਦੇ ਮਰਦਾ ਨਹੀਂ, ਉਹਦੇ ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ। ਅਸੀਂ ਵੀ ਅਮਰ ਹੋਣਾ ਹੈ, ਅਸੀਂ ਵੀ ਮੌਤ ਤੋਂ ਬਚਣਾ ਹੈ, ਔਰ ਮੌਤ ਤੋਂ ਬਚਿਆ ਜਾ ਸਕਦਾ ਹੈ। ਜਿਹੜਾ ਮਰਦਾ ਹੈ ਨਾ, ਸਾਰਾ ਦਿਨ ਮਰਦਾ ਹੈ, ਉਹ ਰੱਬ ਵਿੱਚ ਨਹੀਂ ਮਿਲਦਾ। ਜਿਹੜਾ ਰੱਬ ਵਿੱਚ ਮਿਲ ਜਾਏ, ਰੱਬ ਨੂੰ ਜਾਣ ਲਵੇ, ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮੈਂ ਮੌਤ ਤੋਂ ਰਹਿਤ ਹੋਣਾ ਹੈ। ਗੁਰੂ ਦੀ ਕਿਰਪਾ ਨਾਲ ਸਾਨੂੰ ਪਤਾ ਲੱਗੇਗਾ ਚੌਥੇ ਗੁਣ ਦਾ ਕਿ ਅਸੀਂ ਮੌਤ ਤੋਂ ਰਹਿਤ ਹੋਣਾ ਹੈ। ਤੇ ਬੰਦਾ ਮਰਦਾ ਕਿਵੇਂ ਹੈ? ਸਰੀਰਕ ਮੌਤ ਦੀ ਗੱਲ ਨਹੀਂ, ਉਹ ਤੇ ਸਾਰਿਆਂ ਨੇ ਮਰ ਜਾਣਾ ਹੈ। ਗੱਲ ਜ਼ਮੀਰ ਦੀ ਮੌਤ ਦੀ ਹੈ, ਗੱਲ ਆਤਮਿਕ ਮੌਤ ਦੀ ਹੈ। ਮੰਨ ਲਓ ਮੈਂ ਤੁਹਾਡੇ ਪੈਸੇ ਚੋਰੀ ਕਰਦਾ, ਮੈਂ ਇੱਥੇ ਗੁਰਦੁਆਰਾ ਸਾਹਿਬ ਬੈਠਾ ਹਾਂ, ਕੋਈ 5 ਪਾਉਂਡ ਮੱਥਾ ਟੇਕ ਕੇ ਗਿਆ ਤੇ ਮੈਂ ਉਹ ਪੈਸੇ ਚੁੱਕ ਕੇ ਆਪਣੇ ਜੇਬ 'ਚ ਪਾ ਲਏ, ਚੋਰੀ ਕਰ ਲਿਆ। ਇਹਦਾ ਮਤਲਬ ਮੈਂ ਮਰ ਗਿਆ, ਮੇਰੀ ਮੌਤ ਹੋ ਗਈ, ਹੁਣ ਮੈਂ ਜਿਉਂਦਾ ਨਹੀਂ ਹਾਂ। ਕਿਉਂਕਿ ਬੰਦਾ ਚੋਰੀ ਉਦੋਂ ਕਰੇਗਾ ਜਦੋਂ ਉਹਦੇ ਅੰਦਰੋਂ ਇਨਸਾਨੀਅਤ ਮਰੇਗੀ। ਜਿਉਂਦੀ ਜ਼ਮੀਰ ਵਾਲਾ ਬੰਦਾ ਚੋਰੀ ਨਹੀਂ ਕਰੇਗਾ। ਕਿਸੇ ਦੀ ਧੀ ਭੈਣ ਨੂੰ ਅਸੀਂ ਮਾੜੀ ਨਜ਼ਰ ਨਾਲ ਤੱਕਦੇ ਹਾਂ ਤਾਂ ਉਦੋਂ ਬੰਦੇ ਦੀ ਅੰਦਰੋਂ ਮੌਤ ਹੋ ਜਾਂਦੀ, ਇਨਸਾਨੀਅਤ ਮਰ ਜਾਂਦੀ ਹੈ। ਜਿਹੜਾ ਜਿਉਂਦਾ ਇਨਸਾਨ ਹੈ ਨਾ, ਜਿਹਦੇ ਅੰਦਰ ਇਨਸਾਨੀਅਤ ਜਿਉਂਦੀ ਹੈ, ਉਹ ਹਰ ਧੀ ਭੈਣ ਨੂੰ ਆਪਣੀ ਧੀ ਭੈਣ ਦੀ ਤਰ੍ਹਾਂ ਪਿਆਰ ਔਰ ਸਤਿਕਾਰ ਦੇਵੇਗਾ। ਮਾੜਾ ਕਰਮ ਕਰਨਾ ਦੂਰ ਦੀ ਗੱਲ, ਉਹ ਮਾੜਾ ਸੋਚੇਗਾ ਵੀ ਨਹੀਂ। ਤੇ ਜਦੋਂ ਕੋਈ ਮਾੜਾ ਸੋਚਦਾ ਹੈ ਬੇਗਾਨੀ ਔਰਤ ਨੂੰ ਵੇਖ ਕੇ, ਉਦੋਂ ਅੰਦਰੋਂ ਮਰ ਗਿਆ ਹੁੰਦਾ ਹੈ। ਜਦੋਂ ਬੰਦਾ ਹੰਕਾਰ ਕਰਕੇ ਦੂਜਿਆਂ ਨੂੰ ਨੀਵਾਂ ਵਿਖਾਉਂਦਾ ਹੈ, ਦੂਜਿਆਂ ਨੂੰ ਨੀਵਾਂ ਵਿਖਾਉਂਦਾ ਹੈ, ਉਦੋਂ ਬੰਦਾ ਮਰ ਚੁੱਕਾ ਹੁੰਦਾ ਹੈ, ਇਨਸਾਨੀਅਤ ਮਰ ਜਾਂਦੀ ਹੈ ਉਦੋਂ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਜਦੋਂ ਹੰਕਾਰ ਵਾਲੇ ਬੋਲ ਬੋਲ ਕੇ ਕਿਸੇ ਨੂੰ ਨੀਵਾਂ ਵਿਖਾਉਂਦੇ ਹੋ, ਉਦੋਂ ਤੁਹਾਡੀ ਅੰਦਰੋਂ ਮੌਤ ਹੋ ਗਈ ਹੁੰਦੀ ਹੈ, ਉਦੋਂ ਮੈਂ ਮਰ ਗਿਆ ਹੁੰਦਾ ਹਾਂ। ਕਿਉਂਕਿ ਇਨਸਾਨੀਅਤ ਮਰੇਗੀ ਤੇ ਬੰਦਾ ਦੂਜੇ ਨੂੰ ਨੀਵਾਂ ਵਿਖਾਏਗਾ ਨਾ, ਵੈਸੇ ਤਾਂ ਨਹੀਂ। ਤਾਂ ਰੱਬ ਅਕਾਲ ਮੂਰਤ, ਉਹਦੀ ਹਸਤੀ ਕਾਲ ਤੋਂ ਰਹਿਤ ਹੈ। ਗੁਰੂ ਦੀ ਕਿਰਪਾ ਨਾਲ ਸਾਨੂੰ ਪਤਾ ਲੱਗੇਗਾ ਅਸੀਂ ਵੀ ਕਾਲ ਤੋਂ ਰਹਿਤ ਹੋਵਾਂਗੇ, ਆਪਣੇ ਅੰਦਰ ਇਨਸਾਨੀਅਤ ਪੈਦਾ ਕਰਾਂਗੇ। ਤੇ ਧਿਆਨ ਦਿਓ, ਜੇ ਸਾਰੀ ਦੁਨੀਆ ਦੇ ਲੋਕ ਇਸ ਤਰ੍ਹਾਂ ਹੋ ਜਾਣ ਤਾਂ ਇਹ ਦੇਸ਼, ਇਹ ਸੰਸਾਰ, ਇਹ ਸਮਾਜ ਕਿੰਨਾ ਸੁਹਾਵਣਾ ਹੋ ਜਾਏ। ਜਦੋਂ ਅਸੀਂ ਬੇਟੀ ਵਾਲਿਆਂ ਤੋਂ ਦਹੇਜ ਮੰਗ ਕੇ ਲੈਂਦੇ ਆ, ਉਦੋਂ ਅਸੀਂ ਮਰ ਜਾਂਦੇ ਹਾਂ। ਜਦੋਂ ਕੋਈ ਨੂੰਹ ਆਪਣੀ ਸੱਸ ਦਾ ਸਹੀ ਬਣਦਾ ਆਦਰ ਸਤਿਕਾਰ ਨਹੀਂ ਕਰਦੀ, ਨਿਰਾਦਰ ਕਰਦੀ ਹੈ, ਉਦੋਂ ਉਹ ਨੂੰਹ ਦੇ ਅੰਦਰੋਂ ਇਨਸਾਨੀਅਤ ਮਰ ਚੁੱਕੀ ਹੁੰਦੀ। ਤੇ ਜਦੋਂ ਕੋਈ ਸੱਸ ਆਪਣੀ ਨੂੰਹ ਦੇ ਨਾਲ ਦੁਰਵਿਵਹਾਰ ਕਰਦੀ ਹੈ, ਉਦੋਂ ਅੰਦਰੋਂ ਇਨਸਾਨੀਅਤ ਮਰ ਚੁੱਕੀ ਹੁੰਦੀ ਹੈ। ਇਹ ਸਾਰਿਆਂ ਰਿਸ਼ਤਿਆਂ ਦੇ ਉੱਤੇ ਚੀਜ਼ ਲਾਗੂ ਹੁੰਦੀ ਹੈ।
ਇਸ ਲਈ ਅਜੂਨੀ ਅਕਾਲ ਮੂਰਤ, ਅਸੀਂ ਕਾਲ ਤੋਂ ਰਹਿਤ ਹੋਣਾ ਹੈ। ਅਗਲਾ ਸ਼ਬਦ ਹੈ ਨਿਰਵੈਰ। ਤਾਂ ਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਸਮਝ ਆਏਗੀ ਰੱਬ ਨਿਰਵੈਰ ਹੈ। ਅਸੀਂ ਨਿਰਵੈਰ ਦੇ ਅੰਦਰ ਮਿਲਣਾ ਹੈ, ਅਸੀਂ ਵੀ ਨਿਰਵੈਰ ਹੋਣਾ ਹੈ। ਜੇ ਦੇਖੋ ਧਰਮਾਂ ਦੇ ਵਿੱਚ ਕਿੰਨੇ ਝਗੜੇ ਨੇ, ਇੱਕ ਧਰਮ ਦੂਜੇ ਧਰਮ ਦਾ ਵੈਰੀ ਹੈ। ਧਰਮ ਦੇ ਨਾਮ ਤੇ ਜਿੰਨੀ ਕਤਲਾਮ ਹੋਈ ਹੈ, ਜਿੰਨਾ ਅਤਿਆਚਾਰ ਹੋਇਆ ਹੈ, ਜਿੰਨੇ ਲੜਾਈ ਦੰਗੇ ਫਸਾਦ ਹੋਏ ਨੇ, ਉਹਨਾਂ ਤੇ ਕਿਤੇ ਵੀ ਨਹੀਂ ਹੋਇਆ। 84 ਵਿੱਚ ਵੇਖ ਲਓ ਦਿੱਲੀ, ਕਾਨਪੁਰ, ਹੋਰ ਕੀ ਹਾਲ ਹੋਇਆ ਸੀ। ਹੋਰ ਦੇਸ਼ਾਂ ਵਿੱਚ ਵੇਖ ਲਓ ਧਰਮ ਦੇ ਨਾਮ ਤੇ ਦੰਗੇ ਫਸਾਦ। ਇੱਕ ਹੀ ਧਰਮ ਦੇ ਲੋਕ ਆਪਣੇ ਹੀ ਧਰਮ ਦੇ ਲੋਕਾਂ ਦੇ ਵੈਰੀ ਔਰ ਖੂਨ ਦੇ ਪਿਆਸੇ ਬਣੇ ਪਏ ਨੇ। ਗੁਰਦੁਆਰਿਆਂ ਦੇ ਅੰਦਰ ਪੱਗਾਂ ਲੈ ਰਹੀਆਂ ਨੇ ਇੱਕ ਦੂਜੇ ਦੀਆਂ, ਤੇ ਅਸੀਂ ਕਹਿ ਰਹੇ ਹਾਂ ਨਿਰਵੈਰ ਹੈ ਰੱਬ। ਲਾਂਤਿਓ, ਜੇ ਨਿਰਵੈਰ ਹੈ ਰੱਬ ਤੇ ਤੁਸੀਂ ਵੀ ਨਿਰਵੈਰ ਹੋ। ਰੱਬ ਵੈਰ ਨਹੀਂ ਕਰਦਾ, ਤੁਸੀਂ ਕਿਉਂ ਠੇਕਾ ਲਿਆ ਹੈ ਦੂਜਿਆਂ ਨੂੰ ਮਾਰਨ ਦਾ? ਜੇ ਰੱਬ ਨੇ ਮਾਰਨਾ ਹੋਏ ਨਾ, ਤੇ ਕੀ ਉਹ ਕਿਸੇ ਧਰਮ ਨੂੰ ਖਤਮ ਨਹੀਂ ਕਰ ਸਕਦਾ? ਕਿਸੇ ਕਮਿਊਨਿਟੀ ਨੂੰ ਮਾਰ ਨਹੀਂ ਸਕਦਾ? ਉਹਨੇ ਕਮਿਊਨਿਟੀ ਪੈਦਾ ਹੀ ਕਿਉਂ ਕਰਨੀ ਸੀ? ਨਿਰਵੈਰ ਹੈ ਉਹ। ਸਾਰਿਆਂ ਨੂੰ ਆਕਸੀਜਨ ਮਿਲ ਰਹੀ ਹੈ, ਸਾਰਿਆਂ ਨੂੰ ਪਾਣੀ ਮਿਲ ਰਿਹਾ ਹੈ, ਧਰਤੀ ਸਾਂਝੀ, ਚੰਦਰਮਾ ਸਾਂਝਾ, ਸੂਰਜ ਸਾਂਝਾ, ਜੀਵਨ ਸਾਂਝਾ, ਸਭ ਕੁਛ ਤੇ ਨਿਰਵੈਰ ਤੋਂ ਰਹਿਤ। ਤੇ ਧਰਤੀ ਕਿਸੇ ਨਾਲ ਵੈਰ ਨਹੀਂ ਕਰ ਰਹੀ, ਪਾਣੀ ਕਿਸੇ ਨਾਲ ਵੈਰ ਨਹੀਂ ਕਰ ਰਿਹਾ, ਚੰਦਰਮਾ ਦਾ ਕਿਸੇ ਨਾਲ ਵੈਰ ਨਹੀਂ, ਸੂਰਜ ਦਾ ਕਿਸੇ ਨਾਲ ਵੈਰ ਨਹੀਂ। ਅਸੀਂ ਕਹਿ ਰਹੇ ਹਾਂ ਨਿਰਵੈਰ, ਤੇ ਇੱਕ ਦੂਜੇ ਦੇ ਅਸੀਂ ਸਿਰ ਪਾੜ ਰਹੇ ਹਾਂ। ਅਸੀਂ ਆਪਣੇ ਹੀ ਘਰਾਂ ਨੂੰ ਕੁਰੂਕਸ਼ੇਤਰ ਦਾ ਮੈਦਾਨ ਬਣਾ ਲਿਆ। ਪਤੀ ਪਤਨੀ ਨੇ ਇੱਕ ਦੂਜੇ ਵੱਲ ਕਸੁੰਨ ਕੱਸੇ ਹੋਏ ਨੇ, ਭਰਾਵਾਂ ਨੇ ਕੱਸੇ ਹੋਏ ਨੇ, ਮਾਂ ਪਿਓ ਨੇ ਬੱਚਿਆਂ ਨਾਲ। ਤਾਂ ਨਿਰਵੈਰ ਹੈ। ਗੁਰੂ ਦੇ ਗਿਆਨ ਰਾਹੀਂ ਸਾਨੂੰ ਸਮਝ ਆਏਗੀ ਅਸੀਂ ਉਸ ਨਿਰਵੈਰ ਦੀ ਅੰਸ਼ ਹਾਂ, ਨਿਰਵੈਰ ਦਾ ਰੂਪ ਹਾਂ, ਨਿਰਵੈਰ ਹੋਣਾ ਹੈ। ਅਗਲਾ ਸ਼ਬਦ ਹੈ ਨਿਰਭਉ। ਰੱਬ ਨੂੰ ਭਉ ਨਹੀਂ ਹੈ, ਡਰ ਨਹੀਂ ਹੈ, ਕਿਉਂਕਿ ਉਹਦੇ ਵਰਗਾ ਕੋਈ ਹੋਰ ਹੈ ਨਹੀਂ। ਨਾ ਉਹ ਡਰਦਾ ਹੈ, ਨਾ ਡਰਾਉਂਦਾ ਹੈ। ਰਾਤ ਨੂੰ ਰੱਬ ਡਰਾਉਣ ਆਇਆ ਕਿਸੇ ਨੂੰ ਵੀ ਤੂੰ ਗੁਰਦੁਆਰੇ ਨਾ ਗਿਆ ਤੇ ਸਵੇਰੇ ਮੈਂ ਤੇਰੀਆਂ ਲੱਤਾਂ ਭੰਨ ਦੇਣੀਆਂ? ਰੱਬ ਨੇ ਕਦੇ ਕਿਸੇ ਨੂੰ ਕਿਹਾ? ਜਾਂ ਉਹਨੇ ਕਿਹਾ ਵੀ ਜੇ ਤੂੰ ਇੱਧਰ ਗਿਆ ਤੇ ਮੈਂ ਤੇਰੀਆਂ ਟੰਗਾਂ ਤੋੜਾਂਗਾ? ਨਾ, ਰੱਬ ਨੇ ਨਹੀਂ ਡਰਾਇਆ। ਤੇਰੀ ਮਰਜ਼ੀ, ਜੋ ਮਰਜ਼ੀ ਕਰ, ਰੱਬੀ ਕਾਨੂੰਨ ਵਿੱਚ ਤੈਨੂੰ ਚੰਗਾ ਮੰਦਾ ਫਲ ਆਪੇ ਹੀ ਮਿਲੀ ਜਾਣਾ ਹੈ। ਅਸੀਂ ਡਰਾ ਰਹੇ ਹਾਂ, ਲੰਘੀ ਸਾਡੇ ਗਲੀ ਦੇ ਵਿੱਚੋਂ, ਆਈ ਜਰਾ ਸਾਡੇ ਘਰ ਵੱਲ, ਪਾਈ ਮੇਰੇ ਪਲਾਟ ਦੇ ਵਿੱਚ ਪੈਰ, ਦੁਬਾਰਾ ਤੂੰ ਖੰਘੀ ਸਾਡੀ ਗਲੀ 'ਚ। ਅਸੀਂ ਕਰ ਰਹੇ ਹਾਂ ਨਾ। ਕਈ ਲੋਕ ਛਾਤੀ ਤੇ ਹੱਥ ਮਾਰਦੇ ਨੇ, ਮੈਂ ਨਹੀਂ ਡਰਦਾ ਕਿਸੇ ਦੇ ਪਿਓ ਤੋਂ। ਬਈ ਚੰਗੀ ਗੱਲ ਹੈ, ਨਹੀਂ ਡਰਨਾ ਚਾਹੀਦਾ। ਤੂੰ ਨਹੀਂ ਡਰਦਾ, ਇਹ ਤਾਂ ਬਹੁਤ ਚੰਗੀ ਗੱਲ ਹੈ, ਪਰ ਤੂੰ ਡਰਾਉਂਦਾ ਤੇ ਹੈ, ਲੋਕਾਂ ਨੂੰ ਡਰਾ ਰਿਹਾ। ਤਾਂ ਜਦੋਂ ਅਸੀਂ ਗੁਰੂ ਗਿਆਨ ਰਾਹੀਂ ਸਮਝਾਂਗੇ, ਅਸੀਂ ਵੀ ਨਿਰਭਉ ਹੋਵਾਂਗੇ। ਭੈ ਕਾਹੂ ਕੋ ਦੇਤ ਨਹਿ, ਨਹਿ ਪੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਫਿਰ ਜੀਓ ਤੇ ਜੀਣ ਦਿਓ ਦਾ ਸਿਧਾਂਤ ਲਾਗੂ ਹੋ ਜਾਏਗਾ। ਦੁਨੀਆ 'ਚ ਜ਼ੁਲਮ ਖਤਮ ਹੋ ਜਾਏਗਾ, ਅਤਿਆਚਾਰ ਖਤਮ ਹੋ ਜਾਏਗਾ। ਅਗਲਾ ਸ਼ਬਦ ਹੈ ਪੁਰਖ, ਕਰਤਾ ਪੁਰਖ। ਰੱਬ ਸਮਾਇਆ ਹੋਇਆ ਹੈ ਹਰ ਇੱਕ ਦੇ ਅੰਦਰ। ਘਟ ਘਟ ਮੈਂ ਹਰਜੂ ਬਸੇ। ਦੇਖੋ ਮੈਂ ਵੀ ਕਹਿ ਰਿਹਾ, ਤੁਸੀਂ ਵੀ ਕਹਿੰਦੇ ਹੋ, ਸਭ ਮਹਿ ਜੋਤ ਜੋਤ ਹੈ ਸੋਏ। ਸਾਡੀ ਜ਼ਬਾਨ ਨਹੀਂ ਸੁੱਕਦੀ ਇਹ ਗੱਲ ਕਹਿੰਦੇ। ਸਾਰਿਆਂ ਦੀ ਜ਼ਬਾਨ ਤੇ ਹੈ ਰੱਬ ਸਭ ਵਿੱਚ ਵਸਦਾ ਹੈ, ਸਭ ਮੈਂ ਜੋਤ ਜੋਤ ਹੈ ਸੋਏ। ਸੱਚ ਦੱਸਿਓ, ਆਪਣੇ ਆਪ ਤੋਂ ਪੁੱਛੋ, ਮੈਂ ਵੀ ਪੁੱਛਾਂ, ਤੁਸੀਂ ਵੀ ਪੁੱਛੋ ਕਿ ਜੇ ਸਾਡੇ ਸਾਰਿਆਂ ਵਿੱਚ ਜੋਤ ਹੈ ਤਾਂ ਕੀ ਸਾਰਿਆਂ ਨਾਲ ਰੱਬ ਵਰਗਾ ਵਿਹਾਰ ਕਰਦੇ ਹੋ? ਪੁੱਛੋ ਆਪਣੀ ਨੂੰਹ ਨਾਲ, ਆਪਣੀ ਸੱਸ ਨਾਲ, ਪਤੀ ਨਾਲ, ਪਤਨੀ ਨਾਲ, ਭਰਾਵਾਂ ਨਾਲ, ਚਾਚਿਆਂ ਤਾਇਆਂ, ਨਾਨਕਿਆਂ ਦਾਦਕਿਆਂ, ਸਹੁਰਿਆਂ ਨਾਲ, ਆਂਢੀਆਂ ਗੁਆਂਢੀਆਂ ਨਾਲ, ਸਮਾਜ ਨਾਲ ਇਹ ਵਿਹਾਰ ਕਰਦੇ ਹੋ? ਜਾਂ ਰੱਬ ਵਰਗੇ ਬਣ ਕੇ ਰਹਿੰਦੇ ਹੋ? ਨਹੀਂ। ਤੇ ਫਿਰ ਪੁਰਖ ਕਿੱਧਰ ਗਿਆ? ਪੁਰਖ ਦਾ ਮਤਲਬ ਤੇ ਰਮਿਆ ਹੋਇਆ ਹੈ, ਸਮਾਇਆ ਹੋਇਆ ਹੈ ਸਭ ਦੇ ਅੰਦਰ। ਤਾਂ ਜਦੋਂ ਗੁਰੂ ਗਿਆਨ ਰਾਹੀਂ ਸਾਨੂੰ ਸਮਝ ਆਏਗੀ, ਅਸੀਂ ਇਹਦੇ ਤੇ ਅਮਲ ਕਰਾਂਗੇ। ਕਰਤਾ ਰੱਬ ਕ੍ਰੀਏਟਰ ਹੈ, ਬਣਾ ਰਿਹਾ ਹੈ ਕੁਛ ਹਰ ਪਲ। ਰੱਬ ਇੱਕ ਪਲ ਵੀ ਵਿਹਲਾ ਨਹੀਂ, ਕੁਛ ਨਵਾਂ ਸਿਰਜ ਰਿਹਾ ਹੈ। ਦੁਨੀਆ ਦੇ ਅੰਦਰ ਹਰ ਸ਼ੈ ਨਵੀਂ ਸਿਰਜੀ ਜਾ ਰਹੀ ਹੈ। ਤੇ ਰੱਬ ਇਹ ਨਹੀਂ ਕਿ ਉੱਤੇ ਬੈਠਾ ਸਿਰਜ ਰਿਹਾ ਹੈ 7ਵੇਂ 8ਵੇਂ ਅਸਮਾਨ ਵਿੱਚ ਤੇ ਸਵਰਗ ਵਿੱਚ, ਜੰਨਤ ਵਿੱਚ, ਉਥੋਂ ਬਣਾ ਬਣਾ ਕੇ ਥੱਲੇ ਸੁੱਟੀ ਜਾਂਦਾ ਨਾ। ਹਰ ਇੱਕ ਦੇ ਅੰਦਰ ਬੈਠਾ। ਸਾਡੇ ਅੰਦਰ ਲੱਖਾਂ ਸੈੱਲ ਹਰ ਰੋਜ਼ ਮਰਦੇ ਨੇ, ਲੱਖਾਂ ਸੈੱਲ ਨਵੇਂ ਪੈਦਾ ਹੁੰਦੇ। ਸਾਡੇ ਅੰਦਰ ਲੱਖਾਂ
ਵਿਚਾਰ ਪੈਦਾ ਹੋ ਰਹੇ ਨੇ। ਸਾਡਾ ਦਿਲ ਹਰ ਰੋਜ਼ ਧੜਕ ਰਿਹਾ ਹੈ, ਕਿਡਨੀ ਕੰਮ ਕਰ ਰਹੀ ਹੈ, ਫੇਫੜੇ ਕੰਮ ਕਰ ਰਹੇ ਨੇ। ਜਗਤ ਦੇ ਅੰਦਰ ਨਵੇਂ ਤੋਂ ਨਵੇਂ ਪੇੜ ਪੌਦੇ, ਵਨਸਪਤੀ, ਜੀਵ ਜੰਤ ਪੈਦਾ ਹੋ ਰਹੇ ਨੇ, ਨਵੇਂ ਤਾਰੇ ਬਣ ਰਹੇ ਨੇ, ਪੁਰਾਣੇ ਮਿਟ ਰਹੇ ਨੇ। ਨਵਾਂ ਇੱਕ ਬੰਦਾ ਦੂਜੇ ਬੰਦੇ ਵਰਗਾ ਨਹੀਂ, ਇੱਕ ਦੇ ਫਿੰਗਰਪ੍ਰਿੰਟ ਦੂਜੇ ਫਿੰਗਰਪ੍ਰਿੰਟ ਵਰਗੇ ਨਹੀਂ, ਸਾਡੇ ਸਰੀਰ ਦਾ ਇੱਕ ਰੋਮ ਵੀ ਦੂਜੇ ਰੋਮ ਵਰਗਾ ਨਹੀਂ, ਨਵੀਨਤਾ ਹੈ। ਸਾਹਿਬ ਮੇਰਾ ਨੀਤ ਨਵਾਂ ਤੇ ਰੱਬ ਕਰਤਾ ਹੈ ਤਾਂ ਸਾਨੂੰ ਸਮਝ ਆਏਗੀ ਕਿ ਅਸੀਂ ਵੀ ਕਿਰਤ ਕਰਨੀ ਹੈ। ਜੇ ਕਰਤੇ ਨਾਲ ਜੁੜਨਾ ਹੈ ਤੇ ਕਿਰਤ ਕਰਨੀ ਹੈ, ਕਿਉਂਕਿ ਉਹ ਆਪ ਕਿਰਤ ਕਰ ਰਿਹਾ ਨਾ, ਰਚਨਹਾਰ ਹੈ। ਅਸੀਂ ਵੀ ਰਚਨਹਾਰ ਦਾ ਰੂਪ ਹਾਂ, ਅਸੀਂ ਉਹਦੀ ਅੰਸ਼ ਹਾਂ। ਕਿਰਤ ਕਰਨੀ ਹੈ ਤੇ ਕਿਰਤ ਕਰਨੀ ਹੈ ਨਵੀਂ, ਕਿਰਤ ਕਰਨੀ ਹੈ ਸੱਚੀ, ਕਿਉਂਕਿ ਸੱਚ ਦੇ ਉੱਤੇ ਆਧਾਰਿਤ ਹੈ ਨਾ ਸਾਰਾ ਕੁਝ। ਸੱਚੀ ਕਿਰਤ ਕਰਨੀ ਹੈ। ਕਿਰਤ ਚੋਰ ਵੀ ਕਰਦੇ ਨੇ ਪਰ ਉਹ ਦੁਕ੍ਰਿਤ ਹੈ, ਅਸੀਂ ਸੁਕ੍ਰਿਤ ਕਰਨੀ ਹੈ। ਦਸਾਂ ਨਵਾਂ ਦੀ ਧਰਮ ਦੀ ਕਮਾਈ ਕਰਨੀ ਹੈ। ਤੇ ਇਹਦਾ ਮਤਲਬ ਇਹ ਨਹੀਂ ਕਿ ਕਿਰਤ ਸਿਰਫ ਹਲਵਾ ਨਹੀਂ ਹੈ। ਤੁਸੀਂ ਜੌਬ ਕਰੋ, ਦੁਕਾਨ ਕਰੋ, ਵਪਾਰ ਚਲਾਓ, ਖੇਤੀ ਕਰੋ, ਕੋਈ ਵੀ ਕੰਮ ਕਰੋ, ਕੋਈ ਕੰਪਿਊਟਰ ਦਾ ਕੰਮ ਕਰ ਰਹੇ ਹੋ, ਜਿਹੜਾ ਵੀ ਕੰਮ ਕਰਕੇ ਤੁਸੀਂ ਇਨਕਮ ਦਾ ਸੋਰਸ ਜੋ ਤੁਹਾਡਾ ਹੈ ਇਮਾਨਦਾਰੀ ਵਾਲਾ ਹੋਵੇ, ਕਿਸੇ ਨਾਲ ਧੋਖਾਧੜੀ ਨਾ ਹੋਵੇ, ਇਮਾਨਦਾਰੀ ਵਾਲਾ। ਜੇ ਕੋਈ ਦੁਕਾਨਦਾਰ ਹੈ ਤਾਂ ਇਮਾਨਦਾਰੀ ਦੇ ਨਾਲ ਕਰੇ, ਉਹਨੇ ਆਪਣਾ ਲਾਹਾ ਲੈਣਾ, ਉਹਨਾਂ ਜਿੰਨਾ ਲਾਹਾ ਬਣਦਾ ਉਹਨਾਂ ਲਵੇ। 2 ਨੰਬਰ ਦਾ ਧੰਦੇ ਨਾ ਕਰੇ, ਡੁਪਲੀਕੇਟ ਸਮਾਨ ਨਾ ਵੇਚੇ। ਤਾਂ ਕਿਰਤ ਕਰਨੀ ਹੈ। ਤੇ ਕਿਰਤ ਦਾ ਮਤਲਬ ਇਹ ਨਹੀਂ ਕਿ ਬੱਚੇ ਹੀ ਪਾਲ ਲੈਣੇ ਨੇ। ਨਵੀਂ ਕਿਰਤ ਕਰੋ, ਹਰ ਰੋਜ਼ ਕੁਝ ਨਵਾਂ ਕਰੋ। ਸਾਇੰਸ ਦੀਆਂ ਖੋਜਾਂ ਨਵੀਆਂ ਤੋਂ ਨਵੀਆਂ ਹੋ ਰਹੀਆਂ ਨੇ, ਕੁਝ ਨਵਾਂ ਕਰੋ। ਜਦੋਂ ਨਵੀਂ ਕਿਰਤ ਕਰਾਂਗੇ ਤਾਂ ਇਸ ਦੁਨੀਆ ਦੇ ਅੰਦਰ ਰੋਜ਼ਗਾਰ ਦੇ ਨਵੇਂ ਤੋਂ ਨਵੇਂ ਸਾਧਨ ਪੈਦਾ ਹੋਣਗੇ, ਨਵੀਆਂ ਤੋਂ ਨਵੀਆਂ ਖੋਜਾਂ ਹੋਣਗੀਆਂ। ਤੇ ਜ਼ਰੂਰੀ ਨਹੀਂ ਕਿ ਸਾਰੇ ਡਾਕਟਰ ਹੀ ਬਣ ਜਾਣਗੇ, ਵਿਗਿਆਨਕ ਬਣ ਜਾਣਗੇ, ਇੰਜੀਨੀਅਰ ਬਣ ਜਾਣਗੇ। ਤੁਸੀਂ ਘਰ ਦੇ ਵਿੱਚ ਵੀ ਨਵੀਂ ਕਿਰਤ ਕਰ ਸਕਦੇ ਹੋ। ਅੱਜ ਮੇਰਾ ਤੁਹਾਡਾ ਬੋਲਚਾਲ ਬਹੁਤ ਵਧੀਆ ਰਿਹਾ, ਕੱਲ ਨੂੰ ਮੈਂ ਆਪਣੀ ਸ਼ਬਦਾਵਲੀ ਨੂੰ ਹੋਰ ਸੁਧਾਰ ਸਕਣਾ, ਤੁਸੀਂ ਆਪਣੀ ਸ਼ਬਦਾਵਲੀ ਨੂੰ ਨਵੀਂ ਬਣਾ ਸਕਦੇ ਹੋ। ਅੱਜ ਘਰ ਵਿੱਚ ਬੱਚਿਆਂ ਨਾਲ, ਨੂੰਹ ਪੁੱਤਰ ਨਾਲ ਬੜੇ ਪਿਆਰ ਨਾਲ ਰਹੇ, ਕੱਲ ਨੂੰ ਇਸ ਪਿਆਰ ਨੂੰ ਹੋਰ ਵਧਾ ਸਕਦੇ ਹੋ। ਅੱਜ ਤੁਸੀਂ ਦਇਆ ਕੀਤੀ, ਕਿਸੇ ਦਾ ਸਹਿਯੋਗ ਕੀਤਾ, ਕੱਲ ਨੂੰ ਹੋਰ ਦਇਆ ਪੈਦਾ ਕਰ ਸਕਦੇ ਹੋ। ਅੱਜ ਘਰ ਦੀ ਤੁਸੀਂ ਸਫਾਈ ਰੱਖੀ, ਕੱਲ ਨੂੰ ਹੋਰ ਚੰਗੀ ਸਫਾਈ ਕਰ ਸਕਦੇ ਹੋ। ਅੱਜ ਸਬਜ਼ੀ ਭਾਜੀ ਬੜੇ ਸਵਾਦ ਬਣਾਈ, ਕੱਲ ਨੂੰ ਹੋਰ ਸਵਾਦ ਬਣਾ ਸਕਦੇ ਹੋ। ਮੀਨਸ ਕਿ ਆਪਣੇ ਗੁਣ ਨੂੰ ਹਰ ਰੋਜ਼ ਡਿਵੈਲਪ ਕਰੋ, ਵਿਕਾਸਸ਼ੀਲ ਬਣੇ ਰਹੋ, ਨਵੀਨਤਾ ਪੈਦਾ ਕਰੋ, ਨਵਾਂ ਪਿਆਰ, ਨਵਾਂ ਸੱਚ, ਨਵੀਂ ਦਇਆ, ਨਵੀਂ ਬੋਲ ਬਾਣੀ, ਨਵਾਂ 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 ਨਵੇਂ ਦੇ ਨਾਲ ਮਿਲੋ। ਸਤਨਾਮ। ਗੁਰੂ ਗਿਆਨ ਰਾਹੀਂ ਫਿਰ ਸਾਨੂੰ ਪਤਾ ਲੱਗੇਗਾ ਕਿ ਰੱਬ ਦਾ ਨਾਮ ਇੱਕ ਅਟਲ ਸੱਚਾਈ ਹੈ, ਉਹ ਹੋਂਦ ਵਾਲਾ ਹੈ, ਉਹਦਾ ਨਾਮ ਸੱਚ ਹੈ। ਤਾਂ ਫਿਰ ਅਸੀਂ ਸੱਚ ਦੇ ਨਾਲ ਜੁੜਨਾ ਹੈ। ਅਸੀਂ ਉਸ ਸੱਚ ਦੀ ਅੰਸ਼ ਹਾਂ, ਸੱਚ ਦੀ ਅੰਸ਼। ਇਸ ਲਈ ਅਸੀਂ ਸੱਚ ਬੋਲਣਾ ਹੈ, ਸੱਚ ਵੇਖਣਾ ਹੈ, ਸੱਚ ਸੁਣਨਾ ਹੈ, ਸੱਚ ਕਮਾਣਾ ਹੈ, ਸੱਚ ਦਾ ਸੰਗ੍ਰਹਿਣ ਕਰਨਾ ਹੈ। ਮਨ, ਬਚਨ ਔਰ ਕਰਮ ਕਰਕੇ ਅਸਾਂ ਸੱਚੇ ਹੋਣਾ ਹੈ। ਜਦੋਂ ਇਹ ਗੁਣ ਆ ਜਾਣਗੇ ਨਾ, ਫਿਰ ਅੱਗੇ ਹੈ ਇੱਕ ਓੰਕਾਰ, ਫਿਰ ਅਸੀਂ ਰੱਬ ਦੇ ਵਿੱਚ ਮਿਲ ਜਾਵਾਂਗੇ, ਫਿਰ ਅਸੀਂ ਉਸ ਇੱਕ ਦੇ ਅੰਦਰ ਸਮਾ ਜਾਵਾਂਗੇ। ਫਿਰ ਸਾਨੂੰ ਪਤਾ ਲੱਗ ਜਾਏਗਾ ਅਸੀਂ ਇੱਕ ਦੇ ਹਿੱਸੇ ਹਾਂ, ਉਸ ਇੱਕ ਦੇ ਅੰਦਰ ਸਮਾ ਕੇ ਉਹਦਾ ਰੂਪ ਹੋ ਜਾਵਾਂਗੇ। ਤੇ ਜਦੋਂ ਇੱਕ ਦੇ ਅੰਦਰ ਸਮਾਵਾਂਗੇ ਨਾ, ਉਦੋਂ ਫਿਰ ਇਹ ਦੁਨੀਆ ਬਦਲ ਜਾਏਗੀ, ਉਦੋਂ ਸਾਡਾ ਆਪਣਾ ਆਪਾ ਸਭ ਕੁਝ ਬਦਲ ਜਾਏਗਾ। ਕਿਵੇਂ? ਕਿ ਉਹ ਇੱਕ ਹੈ। ਤਾਂ ਜਿਹੜਾ ਉਸ ਇੱਕ ਦੇ ਅੰਦਰ ਸਮਾਏਗਾ, ਜਿਹਨੂੰ ਪਤਾ ਹੋਏਗਾ ਕਿ ਉਹ ਇੱਕ ਹੈ, ਤਾਂ ਉਹ ਸਭ ਤੋਂ ਪਹਿਲਾਂ ਆਪਣੇ ਆਪ ਦੇ ਨਾਲ ਇੱਕ ਹੋਏਗਾ, ਅੰਦਰੋਂ ਔਰ ਬਾਹਰੋਂ ਇੱਕ ਹੋਏਗਾ, ਮਨ ਵਚਨ ਕਰਮ ਕਰਕੇ ਇੱਕ ਹੋਏਗਾ। ਅਸੀਂ ਤੇ ਆਪਣੇ ਆਪ ਦੇ ਨਾਲ ਹੀ ਇੱਕ ਨਹੀਂ, ਦਿਲ ਸਾਡਾ ਕੁਝ ਹੋਰ ਕਰ ਰਿਹਾ ਹੈ, ਦਿਮਾਗ ਸਾਡਾ ਕੁਝ ਹੋਰ ਕਹਿ ਰਿਹਾ। ਜਿਨ੍ਹਾਂ ਦਾ ਦਿਲ ਔਰ ਦਿਮਾਗ ਇੱਕ ਨਹੀਂ, ਜਿਨ੍ਹਾਂ ਦੀਆਂ ਭਾਵਨਾਵਾਂ ਕੁਝ ਹੋਰ ਨੇ, ਦਿਮਾਗ ਕੁਝ ਹੋਰ ਕਹਿੰਦਾ, ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ, ਉਹਨਾਂ ਦੇ ਅੰਦਰ ਤਣਾਅ ਬਣਿਆ ਰਹਿੰਦਾ। ਅਸੀਂ ਤੇ ਆਪਣੇ ਆਪ ਨਾਲ ਇੱਕ ਨਹੀਂ, ਦਿਲ ਸਾਡਾ ਕੁਝ ਹੋਰ ਕਰਦਾ ਹੈ, ਚਾਹੁੰਦੇ ਕੁਝ ਹੋਰ ਹਾਂ, ਕਰ ਕੁਝ ਹੋਰ ਹੈ, ਬੋਲ ਕੁਝ ਹੋਰ ਰਹੇ ਹਾਂ, ਕਥਨੀ ਸਾਡੀ ਕੁਝ ਹੋਰ ਹੈ, ਕਰਨੀ ਕੁਝ ਹੋਰ ਹੈ। ਇੱਕ ਦੇ ਨਾਲ ਸਮਾਇਆ ਹੋਇਆ ਮਨ, ਬਚਨ, ਕਰਮ ਕਰਕੇ ਇੱਕ ਹੋ ਜਾਏਗਾ। ਇੱਕ ਦੇ ਨਾਲ ਮਿਲੇ ਹੋਏ ਦਾ ਵਿਹਾਰ ਸਭ ਦੇ ਨਾਲ ਇੱਕ ਜੈਸਾ ਹੋ ਜਾਏਗਾ। ਉਹਦੇ ਅੰਦਰੋਂ ਮੇਰ ਤੇਰ ਦੇ ਵਿਤਕਰੇ ਮਿਟ ਜਾਣਗੇ। ਤੇ ਫਿਰ ਯਾਦ ਰੱਖਣਾ, ਸਮਝ ਪੈ ਜਾਏਗੀ ਰੱਬ ਇੱਕ ਹੈ
ਤਾਂ ਫਿਰ ਸਾਰੀਆਂ ਦੁਨੀਆ ਦੀਆਂ ਸਮੱਸਿਆਵਾਂ ਦਾ ਸੋਲੂਸ਼ਨ ਹੋ ਜਾਏਗਾ। ਰੱਬ ਇੱਕ ਹੈ ਨਾ, ਉਹਨੂੰ ਵੰਡਿਆ ਨਹੀਂ ਜਾ ਸਕਦਾ। ਤੇ ਆ ਸਾਰਾ ਸੰਸਾਰ ਦਿਸਦਾ ਹੈ ਰੱਬ ਦਾ ਹੀ ਰੂਪ ਹੈ। ਇਹਨੂੰ ਦੇਸ਼ਾਂ ਦੇ ਨਾਮ ਦੇ ਉੱਤੇ ਵੰਡਣਾ ਇਹ ਰੱਬ ਦੇ ਤਨ ਦੇ ਉੱਤੇ ਆਰੀਆਂ ਚਲਾਉਣ ਦੇ ਬਰਾਬਰ ਨੇ। ਜਿਵੇਂ ਰੱਬ ਨੂੰ ਕੋਈ ਚੀਰ ਕੇ ਤੇ ਕਵੇ ਆ ਹਿੱਸਾ ਮੇਰਾ ਹੈ, ਲੱਤਾਂ ਮੇਰੀਆਂ ਬਾਹਾਂ ਤੇਰੀਆਂ, ਤੇ ਰੱਬ ਦੀਆਂ ਲੱਤਾਂ ਬਾਹਾਂ ਵੰਡ ਕੇ ਤੇ ਕੀ ਰੱਬ ਦੀ ਖੁਸ਼ੀ ਪਾ ਲਓ। ਰੱਬ ਇੱਕ ਹੈ, ਜਗਤ ਇੱਕ ਹੈ, ਉਹਦੇ ਸੰਸਾਰ ਨੂੰ ਵੰਡਿਆ ਨਹੀਂ ਜਾ ਸਕਦਾ। ਸਾਡੀਆਂ ਰਾਜਨੀਤਿਕ ਸਮੱਸਿਆਵਾਂ ਦਾ ਸੋਲੂਸ਼ਨ ਹੋ ਜਾਏਗਾ। ਫਿਰ ਇਹਨਾਂ ਦੇਸ਼ਾਂ ਨੂੰ ਖਤਮ ਕਰ ਦਿੱਤਾ ਜਾਏਗਾ, ਇਹਨਾਂ ਦੇਸ਼ਾਂ ਨੂੰ ਸਟੇਟਾਂ ਦਾ ਦਰਜਾ ਦੇ ਦਿੱਤਾ ਜਾਏਗਾ, ਸਾਰੇ ਵਿਸ਼ਵ ਦੀ ਰਾਜਧਾਨੀ ਇੱਕ ਹੋ ਜਾਏਗੀ, ਸੀਮਾਵਾਂ ਦੇ ਝਗੜੇ ਖਤਮ ਹੋ ਜਾਣਗੇ, ਪਾਸਪੋਰਟ ਸਿਸਟਮ ਖਤਮ ਹੋ ਜਾਏਗਾ। ਜੋ 60-70% ਧਨ ਮਾਰੂ ਹਥਿਆਰਾਂ ਤੇ ਮਿਜ਼ਾਈਲਾਂ, ਟੈਂਕਾਂ, ਤੋਪਾਂ ਤੇ ਲੱਗਦਾ ਹੈ, ਮਨੁੱਖਤਾ ਦੇ ਵਿਕਾਸ ਵਾਸਤੇ ਲੱਗੇਗਾ, ਵਿਨਾਸ਼ ਵਾਸਤੇ ਨਹੀਂ। ਇਹ ਸਮੱਸਿਆਵਾਂ ਹੱਲ ਹੋ ਜਾਣਗੀਆਂ। ਜਦੋਂ ਸਮਝ ਆਏਗੀ ਕਿ ਲਗਾਤਾਰ ਇੱਕ ਹੀ ਹੈ, ਤਾਂ ਫਿਰ ਅਲੱਗ-ਅਲੱਗ ਜਾਤਾਂ ਦੇ ਵਿਤਕਰੇ ਖਤਮ ਹੋ ਜਾਣਗੇ। ਕੋਈ ਬੰਦਾ ਨੀਵੀਂ ਔਰ ਉੱਚੀ ਜਾਤ ਦਾ ਨਹੀਂ ਰਹੇਗਾ। ਬ੍ਰਾਹਮਣ, ਖੱਤਰੀ, ਸ਼ੂਦਰ, ਵੈश्य, ਵਰਨ ਵਿਵਸਥਾ ਰੱਦ ਹੋ ਜਾਏਗੀ। ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਇੱਕ ਭਾਈਚਾਰਕ ਸਮਾਜ ਪੈਦਾ ਹੋ ਜਾਏਗਾ। ਆਰਥਿਕ ਪ੍ਰੋਬਲਮਸ ਸੋਲਵ ਹੋ ਜਾਣਗੀਆਂ, ਅਮੀਰ ਤੇ ਵਿਤਕਰੇ ਮਿਟ ਜਾਣਗੇ। ਤੁਹਾਡੇ ਹੱਥ ਵਿੱਚ ਕਲਮ ਦਿੱਤੀ ਜਾਏ ਕਿ ਤੁਹਾਡੇ 2 ਬੱਚੇ ਨੇ, ਇਹਨਾਂ ਦੀ ਕਿਸਮਤ ਲਿਖ ਲਓ ਤੇ ਕਿਹਦੀ ਕਿਸਮਤ ਮਾੜੀ ਲਿਖੋ। ਤੁਹਾਡੇ ਹੱਥ ਵਿੱਚ ਕਲਮ ਦਿੱਤੀ ਜਾਏ ਕਿ ਤੁਹਾਨੂੰ ਕਿਹਾ ਜਾਏ ਕਿ ਆ ਪ੍ਰਾਪਰਟੀ ਵੰਡ ਦਿਓ ਤੇ ਕਿਸ ਬੱਚੇ ਨੂੰ ਘੱਟ ਵੱਧ ਦਿਓਗੇ, ਬਰਾਬਰ ਦਿਓਗੇ ਨਾ, ਤਾਂ ਫਿਰ ਮੇਰ ਤੇਰ ਦੇ ਵਿਤਕਰੇ ਖਤਮ ਹੋਣਗੇ, ਨਵੇਂ ਸਾਧਨ ਪੈਦਾ ਹੋਣਗੇ, ਰੋਜ਼ਗਾਰ ਪੈਦਾ ਹੋਣਗੇ, ਹਰ ਇਨਸਾਨ ਦੀ ਰੋਟੀ, ਕੱਪੜੇ ਔਰ ਮਕਾਨ ਦੀ ਲੋੜ ਪੂਰੀ ਹੋਏਗੀ। ਜੋ ਟੈਕਸ ਲਿਆ ਜਾਂਦਾ ਹੈ ਉਹਦੀ ਸਹੀ ਵਰਤੋਂ ਹੋਏਗੀ, ਬੰਦਾ ਦੂਜੇ ਦਾ ਸਹਿਯੋਗ ਕਰੇਗਾ। ਧਾਰਮਿਕ ਵਿਵਾਦ ਮੁੱਕ ਜਾਣਗੇ। ਕਿੰਨੇ ਧਰਮ ਨੇ ਦੁਨੀਆ ਵਿੱਚ? 12, 14, 1500 ਦੇ ਕਰੀਬ ਧਰਮ ਦੱਸਦੇ ਨੇ, ਨਹੀਂ ਤੇ ਮੋਟੇ-ਮੋਟੇ ਤੇ ਕਿੰਨੇ ਸਾਰੇ ਧਰਮ ਹੈ ਨੇ। ਧਰਮ ਦੇ ਨਾਮ ਦੇ ਉੱਤੇ ਲੜਾਈਆਂ ਨੇ। ਜਦੋਂ ਰੱਬ ਇੱਕ ਹੈ ਤੇ ਉਹਦੇ ਇੰਨੇ ਧਰਮ ਕਿਵੇਂ ਹੋ ਗਏ? ਧਰਮ ਇੱਕ ਹੋ ਜਾਏਗਾ। ਤੇ ਉਹ ਇੱਕ ਧਰਮ ਕਿਹੜਾ ਹੈ? ਏਕੋ ਧਰਮ ਦ੍ਰਿੜੈ ਸੱਚ ਕੋਈ, ਗੁਰਮਤਿ ਜੁਗ ਜੁਗ ਪੂਰਾ ਹੋਈ। ਸਚਿਆਰ ਹੋਣਾ ਹੀ ਧਰਮ ਹੋ ਜਾਏਗਾ। ਕਿਵ ਸਚਿਆਰਾ ਹੋਈ ਹੈ? ਦੇਖੋ, ਸਚਿਆਰ ਹੋਣਾ ਨਾ, ਤੇ ਸਚਿਆਰ ਕੌਣ ਹੈ? ਰੱਬ। ਤੂੰ ਕਰਤਾ ਸਚਿਆਰ, ਰੱਬ ਵਰਗੇ ਬਣਨਾ ਹੈ। ਸਚਿਆਰ ਹੋਣਾ ਸਾਰਿਆਂ ਦਾ ਧਰਮ ਹੋ ਜਾਏਗਾ, ਮੇਰਾ ਵੀ ਤੁਹਾਡਾ ਵੀ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਫਿਰ ਧਰਮ ਦੀ ਪਰਿਭਾਸ਼ਾ ਇਹ ਹੋ ਜਾਏਗੀ ਕਿ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਫਿਰ ਕੀ ਹੋ ਜਾਏਗਾ? ਫਿਰ ਸਾਨੂੰ ਨਜ਼ਰ ਹੀ ਪੈ ਜਾਏਗਾ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ का विश्वास। फिर बेगमपुरा शहर को नाम हो जाएगा। फिर ये संसार हर का बागरा हो जाएगा और ये संसार एक घर हो जाएगा। फिर जिथे मर्जी कोई निश्चिंत विचरेगा। फिर इस दुनिया के अंदर 2 नंबर के धंधे नहीं रहणगे। ਤਾਂ ਇਸ ਤਰ੍ਹਾਂ ਗੁਰਪ੍ਰਸਾਦ ਤੋਂ ਚੱਲ ਕੇ ਇਹਨਾਂ ਗੁਣਾਂ ਦੇ ਧਾਰਨੀ ਹੋ ਕੇ ਅਸੀਂ ਇੱਕ ਦੇ ਅੰਦਰ ਸਮਾ ਸਕਦੇ ਹਾਂ, ਰੱਬ ਦੇ ਅੰਦਰ ਮਿਲ ਸਕਦੇ ਹਾਂ, ਰੱਬ ਦਾ ਰੂਪ ਹੋ ਸਕਦੇ ਹਾਂ। ਹੈ ਸਾਰਾ ਕੁਝ ਉਹਦਾ ਰੂਪ ਹੈ, ਪਰ ਸਮਝਣ ਦੀ ਲੋੜ ਹੈ, ਇਹਨਾਂ ਗੁਣਾਂ ਨੂੰ ਇੰਪਲੀਮੈਂਟ ਕਰਨ ਦੀ ਲੋੜ ਹੈ। ਔਰ ਇਹ ਹਵਾਈ ਗੱਲਾਂ ਨਹੀਂ ਹਨ, ਇਹ ਪੋਸੀਬਿਲਿਟੀ ਹੈ, ਇਹ ਸੰਭਾਵਨਾ ਹੈ, ਐਸਾ ਹੋ ਸਕਦਾ ਹੈ, ਅਸੀਂ ਕਰ ਸਕਦੇ ਹਾਂ। ਪਰ ਅਸੀਂ ਕਵਾਂਗੇ ਨਹੀਂ ਜੀ ਔਖਾ ਬੜਾ ਹੈ, ਕਿਉਂਕਿ ਸਾਡਾ ਅਖੀਰ ਇੱਥੇ ਆਉਣਾ, ਨਹੀਂ ਜੀ ਔਖਾ ਬਹੁਤ। ਤੇ ਮੈਂ ਪਿੱਛੇ ਬੇਨਤੀਆਂ ਕਰ ਚੁੱਕਾ, ਔਖਾ ਨਹੀਂ ਹੈ, ਇਹ ਸ਼ਬਦ ਵਰਤਣਾ ਛੱਡ ਦਿਓ, ਖਤਮ ਕਰੋ ਇਸ ਚੀਜ਼ ਨੂੰ। ਕਿਉਂ ਆਪਣੇ ਆਪ ਨੂੰ ਅਸੀਂ ਧੋਖਾ ਦੇ ਰਹੇ ਹਾਂ ਵੀ ਔਖਾ ਹੈ? ਔਖਾ ਕਿੱਥੇ ਹੈ ਯਾਰ? ਹੱਸਣਾ ਸੌਖਾ ਹੈ, ਪਿਆਰ ਨਾਲ ਰਹਿਣਾ ਕਿੰਨਾ ਸੌਖਾ ਹੈ, ਸੱਚ ਬੋਲਣਾ ਸੌਖਾ ਹੈ। ਝੂਠ ਬੋਲਣਾ ਔਖਾ ਹੈ, ਝੂਠ ਬੋਲਣ ਲਈ 100 ਝੂਠ ਬੋਲਣੇ ਪੈਂਦੇ ਨੇ। ਲੜਨ ਵਾਸਤੇ ਇੱਕ ਸੁੰਨ ਮੁੱਕੇ ਮਾਰੋ, ਪਿਊੜੀਆਂ ਪਾ ਕੇ ਸਾਰਾ ਦਿਨ ਬੈਠੇ ਰਹੋ, ਬਕ-ਬਕ ਕਰਦੇ ਰਹੋ, ਕਿੰਨਾ ਔਖਾ ਹੈ। ਰਿਲੈਕਸ ਰਹੋ ਯਾਰ, ਸੱਚ ਬੋਲੋ, ਪਿਆਰ ਨਾਲ ਬੋਲੋ, ਕਿੰਨਾ ਸੌਖਾ ਹੈ। ਜਦੋਂ ਅਸੀਂ ਕਹਿੰਦੇ ਹਾਂ ਨਾ ਔਖਾ ਹੈ, ਇਹਦਾ ਮਤਲਬ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਇਹ ਕੰਮ ਕਰਨਾ ਹੀ ਨਹੀਂ ਚਾਹੁੰਦੇ, ਅਸੀਂ ਸੁਖੀ ਰਹਿਣਾ ਹੀ ਨਹੀਂ ਚਾਹੁੰਦੇ, ਅਸੀਂ ਹੱਸਣਾ ਹੀ ਨਹੀਂ ਚਾਹੁੰਦੇ। ਨਹੀਂ ਤੇ ਹੱਸਣਾ ਤੇ ਸੌਖਾ ਹੈ। ਤਾਂ ਐਸਾ ਹੋ ਸਕਦਾ ਹੈ, ਦੁਨੀਆ ਵਿੱਚ ਕੁਝ ਵੀ ਇੰਪੋਸੀਬਲ ਨਹੀਂ ਹੈ।
ਗੁਰੂ ਜੀ ਨੇ ਬਚਨ ਕੀਤਾ ਹੈ, ਨਾ ਹੀ ਦੇਖ ਨਾ ਭਾਜੀਐ ਪਰਮ ਸਿਆਣਪ ਇਹ। ਤਾਂ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਮੂਲ ਮੰਤਰ ਹੈ। ਇਸ ਮੂਲ ਮੰਤਰ ਦੇ ਅੰਦਰ ਪੂਰੀ ਦੁਨੀਆ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਤਾਕਤ ਹੈ। ਅੱਗੇ ਸ਼ਬਦ ਆ ਜਾਂਦਾ ਹੈ ਜਪ। ਜਪ ਬਾਣੀ ਦਾ ਨਾਮ ਹੈ, ਇਹਦਾ ਮੂਲ ਮੰਤਰ ਦੇ ਨਾਲ ਸੰਬੰਧ ਨਹੀਂ, ਇਹਦਾ ਸੰਬੰਧ ਥੱਲੇ ਬਾਣੀ ਦੇ ਨਾਲ ਹੈ। ਜਪ ਬਾਣੀ ਦਾ ਨਾਮ ਹੈ। ਅੱਗੇ ਸ਼ਬਦ ਆ ਜਾਂਦਾ ਹੈ ਸ਼ਲੋਕ ਪਹਿਲਾ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਜਿਹੜਾ ਸ਼ਲੋਕ ਹੈ ਨਾ, ਇਹ ਜਪਜੀ ਸਾਹਿਬ ਦਾ ਮੰਨ ਲਓ ਲਿਖਿਆ ਹੈ ਮੰਗਲਾਚਰਨ, ਜਾਂ ਅਸੀਂ ਕਹਿ ਸਕਦੇ ਹਾਂ ਜਪਜੀ ਸਾਹਿਬ ਜੀ ਦੀ ਭੂਮਿਕਾ, ਕਿ ਅੱਗੇ ਜਪਜੀ ਸਾਹਿਬ ਦੇ ਅੰਦਰ ਕੀ ਕਹਿਣਾ ਚਾਹੁੰਦੇ ਨੇ ਉਹ ਇਸ ਸ਼ਲੋਕ ਦੇ ਅੰਦਰ ਦੱਸ ਦਿੱਤਾ। ਆਦਿ ਵਿੱਚ ਵੀ ਸੱਚ ਸੀ, ਜੁਗਾਦ ਵਿੱਚ ਵੀ, ਹੁਣ ਵੀ, ਆਉਣ ਵਾਲੇ ਸਮੇਂ ਵਿੱਚ ਵੀ ਉਹ ਸੱਚ ਕੀ ਹੈ, ਔਰ ਅੱਗੇ ਜਪਜੀ ਸਾਹਿਬ ਜੀ ਦੇ ਅੰਦਰ ਸੱਚ ਨੂੰ ਕਿਵੇਂ ਬਿਆਨ ਕੀਤਾ ਹੈ, ਇਹ ਵਿਚਾਰ ਅਸੀਂ ਕੱਲ ਦੇ ਕਲਾਸ ਦੇ ਅੰਦਰ ਵਿਚਾਰਾਂਗੇ। ਕਿਉਂਕਿ ਹੁਣ ਸਮਾਂ ਹੋ ਗਿਆ ਤੇ ਸਮੇਂ ਤੋਂ ਬਾਹਰ ਜਾਣਾ ਜਿਹੜਾ ਹੈ ਉਹ ਠੀਕ ਨਹੀਂ ਹੈ। ਇਸ ਕਰਕੇ ਹੁਣ ਮੈਂ ਇੱਥੇ ਸਮਾਪਤੀ ਕਰਦਾ ਹਾਂ। ਤੇ ਮੇਰੇ ਖਿਆਲ 'ਚ ਵੀਰ ਤਰਲੋਚਨ ਸਿੰਘ ਜੀ ਹੁਣ ਅਨਮਿਊਟ ਹੋ ਰਹੇ ਨੇ, ਅਗਲੀ ਕਾਰਵਾਈ ਉਹ ਕਰਨਗੇ। ਮੈਂ ਇੱਥੇ ਹੀ ਖਿਮਾ ਦਾ ਜਾਚਕ ਹਾਂ। ਤੇ ਜੋ ਅੱਜ ਅਸੀਂ ਵਿਚਾਰ ਕੀਤੀ ਹੈ ਨਾ, ਇਹਦੇ ਅੰਦਰ ਜੋ ਤੁਹਾਡੇ ਵਿਚਾਰ ਨੇ, ਜਾਂ ਕਿਸੇ ਦਾ ਕੋਈ ਸਵਾਲ ਹੋਵੇ ਜੋ ਅੱਜ ਵਿਚਾਰ ਕੀਤੀ ਇਸ ਵਿਚਾਰ ਦੇ ਵਿੱਚੋਂ, ਕਿਉਂਕਿ ਜਦੋਂ ਅਸੀਂ ਆਪਣਾ ਕਰਾਂਗੇ ਨਾ ਇਹਦੇ ਬਾਰੇ ਵਿਚਾਰ ਕਰਾਂਗੇ ਤਾਂ ਫਿਰ ਸਾਨੂੰ ਸਮਝ ਆਉਂਦੀ ਜਾਏਗੀ ਕਿ ਅਸੀਂ ਕੀ ਕਰਨਾ ਹੈ। ਤਾਂ ਮੈਂ ਇੱਥੇ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਗਿਆਨੀ ਜੀ, ਹਮੇਸ਼ਾ ਦੀ ਤਰ੍ਹਾਂ ਬਹੁਤ ਬਹੁਤ ਆਪ ਜੀ ਦਾ। ਅੱਜ ਪਹਿਲਾ ਦਿਨ ਸੀਗਾ ਜੀ, ਜਪਜੀ ਸਾਹਿਬ ਦੀ ਵਿਆਖਿਆ ਆਪ ਜੀ ਨੇ ਸਾਰਿਆਂ ਨੇ ਸੁਣੀ ਹੈ। ਇਸੇ ਤਰ੍ਹਾਂ ਲਗਾਤਾਰ ਇਹਦੀ ਵਿਆਖਿਆ ਹਰ ਰੋਜ਼ ਹੋਇਆ ਕਰੇਗੀ। ਤੇ ਅੱਜ ਇੱਕ ਹੋਰ ਚੀਜ਼ ਹੈ ਜੀ, ਅੱਜ ਜਿਹੜੀ ਜ਼ੂਮ ਆ, ਇੱਕ ਨਵੀਂ ਵਰਜ਼ਨ ਡਾਊਨਲੋਡ ਕੀਤੀ ਆ, ਤੇ ਉਹਦੇ ਵਿੱਚ ਜਿਹੜੇ ਕੰਟਰੋਲ ਆ ਸਾਡੇ ਕੋਲ, ਉਹ ਇੱਦਾਂ ਆ ਜੀ ਕਿ ਉਹਨੂੰ ਮੈਂ ਸਾਰਿਆਂ ਨੂੰ ਇੱਕ ਟਾਈਮ ਤੇ ਮਿਊਟ ਕਰ ਸਕਦਾ ਤੇ ਸਾਰਿਆਂ ਨੂੰ ਅਨਮਿਊਟ ਕਰ ਸਕਦਾ ਇੱਕ ਟਾਈਮ ਤੇ। ਜਿਹੜੀ ਪਹਿਲੀ ਵਰਜ਼ਨ ਸੀ ਉਹਦੇ ਵਿੱਚ ਮੇਰੇ ਕੋਲ ਇੱਦਾਂ ਕੰਟਰੋਲ ਸੀਗਾ ਕਿ ਕਿਸੇ ਨੂੰ ਮੈਂ ਇਕੱਲੇ ਨੂੰ ਵੀ ਅਨਮਿਊਟ ਕਰ ਸਕਦਾ ਸੀਗਾ, ਪਰ ਉਹ ਇਸ ਵੇਲੇ ਮੇਰੇ ਕੋਲ ਆਪਸ਼ਨ ਹੈ ਨਹੀਂ। ਸੋ ਇਸ ਕਰਕੇ ਮੈਂ ਬੇਨਤੀ ਕਰਦਾ ਜੀ ਕਿ ਜਿਹਨੇ ਵੀ ਕੋਈ ਕੁਐਸਚਨ ਅੱਜ ਦੇ ਬਤਾਏ ਪੁੱਛਣਾ ਹੋਵੇ, ਉਹ ਸਾਰੇ ਅਨਮਿਊਟ ਹੋ ਜਾਓ, ਪਰ ਰਿਹੋ ਚੁੱਪ ਜਦ ਤਾਈਂ ਮੈਂ ਇਕੱਲੇ ਕੋਲ ਨਹੀਂ ਆਉਂਦਾ। ਤੇ ਹਾਂਜੀ, ਤੇ ਮੈਂ ਦੇਖ ਰਿਹਾ ਵੀ ਸਾਡੇ ਨਾਲ ਰਵਿੰਦਰ ਸਿੰਘ ਅਨਮਿਊਟ ਹੋਏ ਆ। ਮੈਂ ਤੁਹਾਡੇ ਕੋਲ ਆਉਣਾ ਜੀ, 1 ਮਿੰਟ ਥੋੜਾ ਠਹਿਰਿਓ। ਮੈਂ ਦੂਸਰੀ ਗੱਲ ਇਹ ਕਹਿਣੀ ਚਾਹੁੰਦਾ ਜੀ ਕਿ ਸਾਡੇ ਨਾਲ ਅੱਜ ਨਵੇਂ ਫੇਸਿਸ ਆ। ਸਭ ਤੋਂ ਪਹਿਲਾਂ ਭਾਈ ਸਾਹਿਬ ਰਵਿੰਦਰ ਸਿੰਘ ਜੀ ਆ ਜੀ, ਨੈਂਦਰਾ ਸਾਹਿਬ, ਤੇ ਇਹਨਾਂ ਨੂੰ ਅਸੀਂ ਵੈਲਕਮ ਕਹਿੰਦੇ ਆ। ਤੇ ਹੋਰ ਵੀ ਮੇਰੀ ਨਿਗਾਹ ਦੇ ਵਿੱਚ ਆਏ ਆ ਜਸਵੀਰ ਕੌਰ ਜੀ, ਤੇ ਸ਼ਰਨਜੀਤ ਕੌਰ ਵੀ ਆਏ ਆ, ਤੇ ਧਰਮਪਾਲ, ਜਗਦੀਸ਼, ਜਸਵਿੰਦਰ ਸਿੰਘ ਤੇ ਸੈਨਦੀਪ ਚਾਹਲ। ਅਸੀਂ ਸਾਰਿਆਂ ਨੂੰ ਬਹੁਤ ਬਹੁਤ ਵੈਲਕਮ ਕਰਦੇ ਹਾਂ ਜੀ। ਤੇ ਇਸੇ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਅੱਗੇ ਨੂੰ ਵੀ ਇਸੇ ਤਰ੍ਹਾਂ ਜੁੜਿਓ। ਤੇ ਇੱਕ ਹੋਰ ਸੀਗੀ ਜੀ, ਮੈਂ ਕਹਿਣਾ ਕਿ ਸਾਡੀ ਭੈਣ ਜਸਮੀਨ ਸੱਲ, ਜਿਨ੍ਹਾਂ ਦਾ ਕੱਲ ਬਰਥਡੇ ਸੀਗਾ, ਮੈਂ ਨੋਟ ਕੀਤਾ ਸੀਗਾ, ਤੇ ਅਸੀਂ ਉਹਨਾਂ ਨੂੰ ਬਿਲੇਟਡ ਹੈਪੀ ਬਰਥਡੇ ਕਹਿੰਦੇ ਹਾਂ ਜੀ, ਤੇ ਬਹੁਤ ਬਹੁਤ ਮੁਬਾਰਕਾਂ। ਤੇ ਹੁਣ ਆਓ ਤੁਹਾਡੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਰਵਿੰਦਰ ਸਿੰਘ ਨੈਂਦਰਾ, ਤੁਸੀਂ ਅਨਮਿਊਟ ਹੈ ਜੀ, ਤੁਸੀਂ ਗੱਲ ਕਰ ਲਓ ਗਿਆਨੀ ਜੀ ਦੇ ਨਾਲ, ਸਾਰਿਆਂ ਦੇ ਨਾਲ। ਥੈਂਕ ਯੂ। ਬਹੁਤ ਸੋਹਣਾ ਸੀਗਾ ਪ੍ਰੋਗਰਾਮ। ਇੱਕ ਛੋਟਾ ਜਿਹਾ ਕੁਐਸਚਨ ਸੀ, ਜਿਹੜਾ ਮੂਲ ਮੰਤਰ ਚ ਲਿਖਿਆ ਨਾ ਸਤ ਨਾਮ, ਉੱਥੇ ਸਤ ਕਿਹਾ, ਤੇ ਜਦੋਂ ਜਪਦਾ ਸ਼ੁਰੂ ਹੁੰਦਾ ਉਦੋਂ ਸੱਚ, ਆਦਿ ਸੱਚ। ਇਹ ਥੋੜਾ ਪੁੱਛਣਾ ਸੀ ਕਿ ਡਿਫਰੈਂਸ ਕੀ ਹੈ? ਸਤ ਔਰ ਸੱਚ ਇੱਕੋ ਹੀ ਚੀਜ਼ ਹੈ ਜੀ, ਇਹ ਪਰਿਆਇਵਾਚੀ ਸ਼ਬਦ ਨੇ, ਤੇ ਇਹ ਇੱਕ ਹੀ ਚੀਜ਼ ਹੈ। ਜਿਹਨੂੰ ਸੱਤ ਕਿਹਾ ਉਹਨੂੰ ਹੀ ਸੱਚ ਕਹਿ ਰਹੇ ਨੇ। ਅੱਛਾ, ਇੱਕੋ ਹੀ ਚੀਜ਼ ਹੈ, ਬਿਲਕੁਲ। ਅੱਛਾ, ਇੱਕੋ ਚੀਜ਼। ਚਲੋ ਠੀਕ ਹੈ, ਧੰਨਵਾਦ। ਧੰਨਵਾਦ ਜੀ। ਤੇ ਹੁਣ ਸਾਡੇ ਨਾਲ ਹੈ ਜੀ ਸ਼ਰਨਜੀਤ ਕੌਰ। ਉਹ
ਉਹ ਅਨਮਿਊਟ ਹੈ ਜੀ, ਤੁਸੀਂ ਗੱਲ ਕਰ ਲਓ ਜੀ। ਹਾਂਜੀ, ਨਹੀਂ ਕੋਈ ਕੁਐਸਚਨ ਤਾਂ ਨਹੀਂ ਹੈ। ਹਾਂਜੀ, ਬਸ ਧੰਨਵਾਦ ਕਰਨਾ ਸੀ ਗਿਆਨੀ ਜੀ ਦਾ, ਥੈਂਕ ਯੂ ਬਹੁਤ ਜੀ, ਬਹੁਤ ਸੋਹਣੀ ਕਲਾਸ ਸੀਗੀ। ਧੰਨਵਾਦ ਮੇਰੀ ਭੈਣ, ਧੰਨਵਾਦ। ਥੈਂਕ ਯੂ ਥੈਂਕ ਯੂ ਜੀ। ਜੀ। ਤੁਸੀਂ ਪਹਿਲੀ ਵਾਰ ਆਏ ਆ ਨਾ ਜੀ? ਹਾਂਜੀ, ਅੱਜ ਪਹਿਲੀ ਵਾਰ। ਹਾਂਜੀ, ਠੀਕ ਹੈ, ਇਸੇ ਤਰ੍ਹਾਂ ਹੀ ਮੈਨੂੰ ਬਸ ਐਕਚੁਅਲੀ ਗੁਰਦੁਆਰਾ ਸਾਹਿਬ ਤਾਂ ਕਲਾਸ ਵਿੱਚ ਆਉਂਦੇ ਕੀਵਰਡ ਰਹਿੰਦੇ ਦਾ ਸੌਰੀ ਆਸਾ ਕੀਵਰਡ ਦਾ ਮੈਨੂੰ ਪਤਾ ਨਹੀਂ ਲੱਗਾ, ਨਹੀਂ ਤਾਂ ਅਸੀਂ ਕਲਾਸ ਜੁਆਇਨ ਕਰ ਲੈਂਦੇ। ਉਹਨਾਂ ਅੱਛਾ ਜੀ। ਅਸੀਂ ਕਲਾਸ ਵਿੱਚ ਮੈਂ ਪਾ ਨਹੀਂ ਸਕਿਆ ਤੇ ਅੱਜ ਫਿਰ ਮੈਨੂੰ ਖਿਆਲ ਆਇਆ, ਮੈਂ ਕਿਹਾ ਚਲੋ ਅੱਜ ਪਾ ਦਿੰਦੇ ਆ। ਤੇ ਉਹ ਤਾਂ ਸੌਰੀ, ਵੈਸੇ ਤੇ ਤੁਸੀਂ ਗੁਰਦੁਆਰਾ ਸਾਹਿਬ ਵਿੱਚ ਕਲਾਸ ਵਿੱਚ ਤਾਂ ਆਉਂਦੇ ਰਹਿੰਦੇ ਹੋ। ਹਾਂਜੀ ਹਾਂਜੀ, ਧੰਨਵਾਦ। ਠੀਕ ਹੈ ਜੀ। ਹੋਰ ਆਪਣੇ ਨਿਰਮਲ ਸਿੰਘ ਜੀ, ਤੁਸੀਂ ਅਨਮਿਊਟ ਹੋ ਜਾਓ ਜੇ ਕੋਈ ਗੱਲ ਕਰਨੀ ਹੈ ਤਾਂ, ਕਿਉਂਕਿ ਮੇਰੇ ਕੋਲ ਕੰਟਰੋਲ ਹੈ ਨਹੀਂ। ਕਿਉਂਕਿ ਧਰਮਪਾਲ ਜੀ ਤੁਸੀਂ ਅਨਮਿਊਟ ਹੈ ਜੀ, ਤੁਸੀਂ ਕਰ ਲਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਹਾਂਜੀ ਭਾਈ ਸਾਹਿਬ, ਬਹੁਤ ਅੱਛਾ ਲੱਗਾ। ਮੈਂ ਪਹਿਲੀ ਵਾਰੀ ਜੁਆਇਨ ਕੀਤੀ ਤੁਹਾਡੀ ਕਲਾਸ। ਧੰਨਵਾਦ ਵੈਰੀ ਮਚ। ਮੈਂ ਆਮ ਸੌਰੀ, ਮੈਂ ਐਕਚੁਅਲੀ ਅੱਜ ਮੇਰੀ ਵਾਈਫ ਦਾ ਨਾ ਡਰਾਈਵਿੰਗ ਲਾਇਸੈਂਸ ਐਕਸਪਾਇਰ ਹੋ ਗਿਆ ਸੀ। ਮੈਂ ਉਸ ਚੱਕਰ 'ਚ ਆ ਜਾ ਰਿਹਾ ਬਿਲਕੁਲ, ਤੇ ਮਤਲਬ ਮੈਂ ਹੁਣ ਉਹਨੂੰ ਲਿਜਾਣੇ ਜਾ ਰਿਹਾ। ਬਟ ਕੱਲ ਤੋਂ ਮੇਰੀ ਕਲਾਸ ਮਤਲਬ ਹੋ ਜਾਏਗੀ ਕਿ ਆਰਾਮ ਨਾਲ ਇੱਕ ਜਗ੍ਹਾ ਬੈਠ ਕੇ ਅਸੀਂ ਕਰ ਸਕਦੇ ਹਾਂ। ਮੈਂ ਸੁਣਦਾ ਰਿਹਾ ਬਿਲਕੁਲ ਸਾਰੀ ਗੱਲ। ਮੈਂ ਫਿਰ ਵਿੱਚੋਂ ਵੀਡੀਓ ਹੀ ਬੰਦ ਰੱਖੀ। ਮੈਂ ਕਿਹਾ ਨਹੀਂ, ਅੱਛਾ ਜਿਹਾ ਨਹੀਂ ਲੱਗਦਾ ਕਿ ਮੈਂ ਡਰਾਈਵ ਕਰ ਰਿਹਾ ਸੀਗਾ। ਮੈਂ ਬਾਅਦ ਚ ਲੇਟਰ ਨੋਟਿਸ ਕੀਤਾ ਸੀਗਾ ਕਿ ਮੇਰਾ ਵੀਡੀਓ ਔਨ ਰਿਹਾ ਕਾਫੀ ਦੇਰ। ਹਾਂਜੀ ਹਾਂਜੀ, ਤੁਹਾਡਾ ਔਨ ਸੀਗਾ, ਮੈਂ ਦੇਖਿਆ ਸੀਗਾ। ਤੇ ਕੋਈ ਗੱਲ ਨਹੀਂ ਜੀ, ਵੈਲਕਮ। ਤੁਸੀਂ ਕੱਲ ਨੂੰ ਵੀ ਜੁੜਿਓ ਤੇ ਅਸੀਂ ਤੁਹਾਡੇ ਨਾਲ ਕੱਲ ਨੂੰ ਵੀ ਗੱਲਬਾਤ ਕਰਾਂਗੇ ਜੀ। ਬਹੁਤ ਮਿਹਰਬਾਨੀ। ਜ਼ਰੂਰ ਜੀ, ਜ਼ਰੂਰ। ਬਹੁਤ ਅੱਛੇ ਲੱਗੇ ਵਿਚਾਰ। ਥੈਂਕ ਯੂ ਭਾਈ ਸਾਹਿਬ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਕਿਹੜੀ ਜਗ੍ਹਾ ਤੋਂ ਆ ਜੀ ਧਰਮਪਾਲ ਜੀ, ਇੱਕ ਵਾਰੀ ਦੱਸਿਓ। ਭਾਈ ਸਾਹਿਬ ਮੈਂ ਸੇਂਟ ਲੁਈਸ ਮਿਜ਼ੋਰੀ ਚ ਹਾਂ, USA ਦੇ ਵਿੱਚ। ਠੀਕ ਹੈ ਜੀ। ਸਾਡੇ ਨਾਲ ਹੋਰ ਵੀ USA ਤੋਂ ਵੀ ਭਾਈ ਸਾਹਿਬ ਹੈਗੇ, ਹਮੇਸ਼ਾ ਜੁੜਦੇ ਹੋ ਵੀ ਡੇਲੀ ਬੇਸ ਤੇ ਹਾਂਜੀ, ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧਰਮਪਾਲ ਜੀ। ਤੇ ਗੁਰਮੁਖ ਸਿੰਘ ਜੀ ਤੁਸੀਂ ਅਨਮਿਊਟ ਆ। ਹਾਂਜੀ, ਗਿਆਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਵੀਰ ਜੀ। ਥੈਂਕ ਯੂ ਜੀ। ਗਿਆਨੀ ਜੀ, ਤੁਸੀਂ ਜਦੋਂ ਸ਼ੁਰੂ ਕੀਤਾ ਤੁਸੀਂ ਥੋੜਾ ਜਿਹਾ ਗੱਲ ਕੀਤੀ ਸੀ ਵੀ ਜਿਹੜਾ ਆਪਣੇ ਮੂਲ ਮੰਤਰ ਹੈ, ਜਿਹੜਾ ਜਪਜੀ ਸਾਹਿਬ ਆ, ਵੀ ਇਹ ਇਕੱਲੇ ਸਿੱਖਾਂ ਬਾਰੇ ਨਹੀਂ, ਸਿੱਖਾਂ ਲਈ ਨਹੀਂ, ਵੀ ਇਹ ਸਾਰੀ ਦੁਨੀਆ ਲਈ ਆ ਜੀ। ਹਾਂਜੀ ਹਾਂਜੀ ਹਾਂਜੀ, ਹਾਂ ਬਿਲਕੁਲ। ਪਰ ਇਹਦੇ ਵਿੱਚ ਜੀ ਕਰਕੇ ਆਪਾਂ ਨੂੰ ਕਈ ਵਾਰੀ ਆਪਾਂ ਕਹਿ ਤਾਂ ਦਿੰਦੇ ਵੀ ਸਾਰੀ ਦੁਨੀਆ ਲਈ ਆ। ਹਾਂਜੀ, ਪਰ ਜਦੋਂ ਆਪਾਂ ਗੁਰਬਾਣੀ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਹਾਂ, ਆਪਣੀ ਗੱਲ ਇੱਥੇ ਤਾਂ ਹੀ ਵੀ ਆਪਾਂ ਹੁਣ ਇਹ ਕਹਾਂ ਵੀ ਸਾਨੂੰ ਗੁਰਬਾਣੀ ਕਾਰਡਾਂ ਤੇ ਜਾਂ ਹੋਰ ਥਾਂ ਤੇ ਛਾਪਣੀ ਨਹੀਂ ਚਾਹੀਦੀ, ਕਰਕੇ ਕਈ ਵਾਰੀ ਪੈਰਾਂ ਦੇ ਵਿੱਚ ਰੁਲ ਜਾਂਦੀ ਆ। ਹਾਂਜੀ, ਤੇ ਇਹਦੇ ਬਾਰੇ ਥੋੜੇ ਜਿਹੇ ਵਿਚਾਰ ਜੀ ਕਰਕੇ ਜੇ ਆਪਾਂ ਕਹਿ ਤਾਂ ਦਿੰਦੇ ਵੀ ਸਾਰੀ ਸੰਸਾਰ ਲਈ, ਸਾਰੀ ਦੁਨੀਆ ਲਈ ਆ। ਹਾਂਜੀ, ਪਰ ਸਾਨੂੰ ਜਦੋਂ ਆਪਣੇ ਮੌਕਾ ਆਉਂਦਾ ਤਾਂ ਇਹ ਪਹੁੰਚਾਉਣੀ ਔਖੀ ਹੋ ਜਾਂਦੀ ਆ। ਇਹਦੇ ਵਿੱਚ ਤੁਹਾਡੇ ਕੀ ਵਿਚਾਰ ਆ ਜੀ? ਇਹਦੇ ਵਾਸਤੇ ਜੀ ਮਿਲ ਕੇ ਹੀ ਵਿਚਾਰ ਕੀਤੀ ਜਾ ਸਕਦੀ ਹੈ ਸਾਰੀ ਪੰਥਕ ਤੌਰ ਤੇ, ਕਿਉਂਕਿ ਇਹਦੇ ਬਾਰੇ ਜੋ ਛਪਵਾਣੀ ਜਾਂ ਨਾ ਛਪਵਾਣੀ ਮੈਂ ਇਕੱਲਾ ਤਾਂ ਇਹਦੇ ਬਾਰੇ ਨਹੀਂ ਦੇ ਸਕਦਾ। ਲੇਕਿਨ ਮੇਰੇ ਪਰਸਨਲੀ ਵਿਚਾਰ ਇਹਨੇ ਵੀ ਛਪਵਾਉਣ ਦੇ ਵਿੱਚ ਮੇਰੇ ਖਿਆਲ ਵਿੱਚ ਕੋਈ ਇਤਰਾਜ਼ ਨਹੀਂ ਹੈ ਤੇ ਉਹਨੂੰ ਸਾਨੂੰ ਸੰਭਾਲਣਾ ਚਾਹੀਦਾ। ਹਾਂਜੀ, ਯੂਨੀਵਰਸਲ ਟਰੂਥ ਹੈ ਤੇ ਉਹਨੂੰ ਉਹਦੇ ਅਸਲੀ ਜਿਹੜੀ ਬਾਣੀ ਦੀ ਬੇਅਦਬੀ ਨਾ, ਮੇਰੇ ਖਿਆਲ ਵਿੱਚ, ਮੇਰੇ ਪਰਸਨਲ ਵਿਚਾਰ ਨੇ, ਅਸਲੀ ਬਾਣੀ ਦੀ ਬੇਅਦਬੀ ਇਹ ਹੈ ਕਿ ਜਦੋਂ ਅਸੀਂ ਪੜ੍ਹਦੇ ਹੋਏ, ਮੱਥਾ ਟੇਕਦੇ ਹੋਏ ਬਾਣੀ ਦਾ ਸਤਿਕਾਰ ਨਹੀਂ ਕਰਦੇ ਔਰ ਬਾਣੀ ਅਨੁਸਾਰ ਜ਼ਿੰਦਗੀ ਨਹੀਂ ਜੀਂਦੇ। ਜਿਵੇਂ ਫਾਰ ਐਗਜ਼ਾਮਪਲ ਅਸੀਂ ਕਹਿੰਦੇ ਵੀ ਕੇਸਾਂ ਦਾ ਸਤਿਕਾਰ ਕਰੋ, ਸਾਨੂੰ ਕਰਨਾ ਚਾਹੀਦਾ ਹੈ। ਥੱਲੇ ਡਿੱਗੇ ਹੋਏ ਕੇਸਾਂ ਦਾ ਅਸੀਂ ਬਹੁਤ ਸਤਿਕਾਰ ਕਰਨਾ ਚਾਹੀਦਾ ਹੈ। ਪਰ ਅਸਲੀ ਕੇਸਾਂ ਦੀ ਨਿਰਾਦਰੀ ਇਹ ਕਿ ਮੈਂ ਦਾੜੀ ਲੈ ਕੇ ਠੇਕੇ ਤੇ ਖਲੋਤਾ ਹੋਵਾਂ, ਮੇਰੀ ਦਾੜੀ ਹੋਏ ਤੇ ਮੈਂ ਸ਼ਰਾਬ ਪੀਂਦਾ ਹੋਵਾਂ, ਮੈਂ ਬੇਗਾਨੇ ਹੱਕ ਖਾਂਦਾ ਹੋਵਾਂ, ਮੈਂ ਲੋਕਾਂ ਦੇ ਨਾਲ। ਅਸਲੀ ਕੇਸਾਂ ਦੀ ਬੇਅਦਬੀ ਇਹ ਹੋਈ। ਇਸੇ ਤਰ੍ਹਾਂ ਅਸਲੀ ਬਾਣੀ ਦੀ ਬੇਅਦਬੀ ਹੈ ਜੋ ਅਸੀਂ ਮਤਲਬ ਗੁਰਬਾਣੀ ਅਨੁਸਾਰ ਜ਼ਿੰਦਗੀ ਨਹੀਂ ਜੀਂਦੇ। ਤੇ ਮੇਰਾ ਕਦਾਚਿਤ ਇਹ ਭਾਵ ਨਹੀਂ ਕਿ ਉਹ ਫਿਰ ਬਾਣੀ ਨੂੰ ਜਿੱਥੇ ਮਰਜ਼ੀ ਆਪਾਂ ਸੁੱਟੋ, ਸਤਿਕਾਰ ਸਾਡਾ ਕਰਨਾ ਫਰਜ਼ ਬਣਦਾ ਹੈ, ਲੇਕਿਨ ਇਹਦੇ ਅਨੁਸਾਰ ਜ਼ਿੰਦਗੀ ਜੀਵੀ ਜਾ ਸਕਦੀ। ਇਹਦੇ ਬਾਰੇ ਸਾਨੂੰ ਸਾਰਿਆਂ ਨੂੰ ਸੋਚਣਾ ਪਊਗਾ। ਥੈਂਕ ਯੂ ਜੀ, ਬਸ ਮੈਂ ਇਹੀ ਪੁੱਛਣਾ ਸੀ। ਤੇ ਆਪ ਜੀ ਆਪਣੇ ਵਿਚਾਰ ਇਸ ਪ੍ਰਤੀ ਰੱਖਣਾ ਚਾਹੋ ਤਾਂ ਰੱਖ ਸਕਦੇ ਹੋ। ਚਲੋ ਕੋਈ ਗੱਲ ਨਹੀਂ ਠੀਕ ਹੈ ਜੀ। ਨਹੀਂ ਦੇਖੋ ਜੀ, ਆਪਾਂ ਸਲਾਹ ਕਰਦੇ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਵੀ ਆਪਾਂ ਨੂੰ ਇਹ ਵਿਚਾਰ ਕਰਨੇ ਚਾਹੀਦੇ ਆ। ਹਾਂਜੀ ਹਾਂਜੀ, ਤੇ ਇਹ ਗੱਲਾਂ ਆਪਣੇ ਜਿੱਦਾਂ ਸਮਾਂ ਬਦਲਦਾ ਤਾਂ ਕਈ ਵਾਰੀ ਕੋਈ ਡਿਫਿਕਲਟੀ ਆਉਂਦੀ ਆ,
ਇਹਦੇ ਵਿੱਚ ਮੇਰਾ ਜ਼ਿਆਦਾ ਇਹੀ ਆ ਵੀ ਆਪਾਂ ਜਦੋਂ ਇਦਾਂ ਦੀ ਗੱਲ ਹੁੰਦੀ ਆਪਾਂ ਲੜਨ ਨੂੰ ਪਹਿਲਾਂ ਤਿਆਰ ਹੋ ਜੰਨੇ ਆ ਤੇ ਵਿਚਾਰ ਕਰਨ ਦੇ ਬਾਅਦ ਚ ਆਉਂਦੇ ਆ। ਹਾਂਜੀ, ਵਿਚਾਰ ਵਾਲੀ ਤਾਂ ਮਾਦਾ ਹੀ ਨਹੀਂ ਰਹਿ ਗਿਆ ਜੀ। ਬਿਲਕੁਲ ਹਾਂਜੀ, ਤਾਂ ਜਿੱਦਾਂ ਤੁਸੀਂ ਜਵਾਬ ਦਿੱਤਾ ਤੁਹਾਡਾ ਜਵਾਬ ਸੋਹਣਾ ਲੱਗਾ ਮੈਨੂੰ। ਤੇ ਬਾਕੀ ਆਪਾਂ ਗਾਹਾਂ ਥੋੜਾ ਸੋਚ ਕੇ ਤੇ ਫੇਰ ਗਾਹਾਂ ਕਰਾਂਗੇ ਵਿਚਾਰ। ਥੈਂਕ ਯੂ ਜੀ ਫਤਿਹ ਜੀ। ਠੀਕ ਹੈ ਜੀ, ਥੈਂਕ ਯੂ ਜੀ। ਤੇ ਹੋਰ ਵੀ ਕਿਸੇ ਨੇ ਅਨਮਿਊਟ ਹੋਣਾ ਹੁਣ ਪਲੀਜ਼ ਹੋ ਜਾਓ, ਨਹੀਂ ਤਾਂ ਫਿਰ ਆਪਾਂ ਸਮਾਪਤੀ ਕਰ ਦੇਣੀ। ਸਾਡੇ ਨਾਲ ਅਵਤਾਰ ਸਿੰਘ ਜੀ ਨਿਊ ਕਾਸਲ ਤੋਂ, ਉਹ ਅਨਮਿਊਟ ਹੈ ਜੀ, ਉਹ ਕੁਝ ਕਹਿਣਾ ਚਾਹੁੰਦੇ ਆ। ਹਾਂਜੀ, ਸਤਿ ਸ਼੍ਰੀ ਅਕਾਲ ਗਿਆਨੀ ਜੀ। ਮੈਂ ਕਹਿਣ ਨਾਲੇ ਕਹਿੰਦੇ ਸਾਰਿਆਂ ਵਾਸਤੇ ਬਾਣੀ ਇੱਕੋ ਜਿਹੀ ਆ, ਫਿਰ ਸਿੱਖਾਂ ਵਾਸਤੇ ਹੀ ਆ ਇਹ ਮੰਨਣਾ, ਜਾਂ ਫਿਰ ਜਿਹੜੇ ਹੋਰ ਹਿੰਦੂ ਲੋਕ ਆ ਉਹ ਵੀ ਮੰਨ ਸਕਦੇ ਇਹਨੂੰ ਜਾਂ ਨਹੀਂ। ਤਾਂ ਜੇ ਹਿੰਦੂ ਮੰਨ ਸਕਦੇ ਤਾਂ ਫਿਰ ਉਹਨੇ ਤਾਂ ਸਿਰ ਕੇਸ ਕਟਾਇਓ ਆ। ਇੱਕ ਗੱਲ ਨਾ, ਕੇਸ ਜਿਹੜਾ ਰੱਖਣਾ ਇਹ ਸਾਡਾ ਆਪਣਾ ਇੱਕ ਸਿੱਖ ਸਕੂਲ, ਜਿਵੇਂ ਹਰ ਸਕੂਲ ਦਾ ਆਪਣਾ ਆਪਣਾ ਵੱਖਰੀ ਵਰਦੀ ਹੁੰਦੀ ਹੈ ਨਾ। ਹਾਂਜੀ, ਕਿਸੇ ਸਕੂਲ ਵਿੱਚ ਖਾਕੀ ਨਿੱਕਰ ਤੇ ਸਫੇਦ ਕਮੀਜ਼ ਹੈ, ਕਿਤੇ ਨੀਲੀ ਪੈਂਟ ਔਰ ਹਰੀ ਸ਼ਰਟ ਹੈਗੀ ਹੈ, ਉਹ ਇੱਕ ਵਰਦੀ ਹੈ, ਸਾਡੀ ਵਰਦੀ ਹੈ, ਸਾਡੀ ਖਾਲਸਾ ਸਕੂਲ ਦੀ। ਤੇ ਬਾਣੀ ਨੂੰ ਕੋਈ ਵੀ ਬੰਦਾ ਪੜ੍ਹ ਸਕਦਾ ਹੈ, ਕੋਈ ਵੀ ਬੰਦਾ ਉਹਨੂੰ ਅਪਣਾ ਸਕਦਾ ਹੈ, ਉਹਦਾ ਸਤਿਕਾਰ ਕਰਦਾ ਹੋਇਆ। ਮੁਸਲਮਾਨ ਪੜ੍ਹ ਸਕਦੇ ਨੇ, ਸਿੱਖ ਹਿੰਦੂ ਪੜ੍ਹ ਸਕਦੇ ਨੇ, ਈਸਾਈ ਪੜ੍ਹ ਸਕਦੇ ਨੇ, ਕੋਈ ਵੀ ਬਾਣੀ ਪੜ੍ਹ ਸਕਦਾ। ਔਰ ਬਾਣੀ ਦੀਆਂ ਪੋਥੀਆਂ ਕੋਈ ਵੀ ਘਰ ਵਿੱਚ ਰੱਖ ਸਕਦਾ ਹੈ, ਬਸ਼ਰਤੇ ਕਿ ਉਹ ਬੇਅਦਬੀ ਨਾ ਕਰਨ। ਤਾਂ ਬਾਣੀ ਤੋਂ ਹੈ ਹੀ ਸਾਰਿਆਂ ਵਾਸਤੇ ਸਾਂਝੀ ਹੈ, ਕਿਉਂਕਿ ਰੱਬ ਸਾਂਝਾ ਹੈ, ਰੱਬ ਇੱਕ ਹੈ ਤੇ ਅਸੀਂ ਉਹਨੂੰ ਵੰਡ ਨਹੀਂ ਸਕਦੇ। ਇਹ ਸਾਨੂੰ ਕਿਤੇ ਕਈ ਥਾਵਾਂ ਤੇ ਚੀਜ਼ਾਂ ਨੁਕਸਾਨ ਦੇ ਰਹੀਆਂ ਨੇ। ਸਾਨੂੰ ਚਾਹੀਦਾ ਵੀ ਹਰ ਲੈਂਗੁਏਜ ਦੇ ਅੰਦਰ ਬਾਣੀ ਦਾ ਜਿਹੜਾ ਨਾ ਛਪਵਾ ਕੇ ਅਰਥਾਂ ਸਮੇਤ ਤੇ ਹਰ ਲੈਂਗੁਏਜ ਦੇ ਅੰਦਰ ਵੰਡੀ ਜਾਏ, ਹਰ ਇੱਕ ਦੇ ਘਰ ਪਹੁੰਚਾਈ ਜਾਏ। ਹਾਂਜੀ, ਜੇ ਹੁਣ ਤੁਸੀਂ ਹੁਣ ਕੇਸ ਕੱਟੇ ਨੇ 2 ਮਿੰਟ ਲਈ, ਤਾਂ ਤੁਸੀਂ ਬਾਣੀ ਪੜ੍ਹ ਸਕਦੇ ਹੋ। ਤੁਸੀਂ ਹੁਣ ਜੇ ਤੁਹਾਨੂੰ ਮੈਂ ਤਰਨਾ ਸਿੱਖਣਾ ਚਾਹੁੰਦਾ, ਹਾਂਜੀ, ਤੇ ਮੈਨੂੰ ਤੁਸੀਂ ਕਹੋ ਵੀ ਗਿਆਨੀ ਜੀ ਤੈਰਨਾ ਤੁਹਾਨੂੰ ਸਿਖਾ ਦਾਂਗੇ, ਪਰ ਪਾਣੀ ਵਿੱਚ ਫਿਰ ਵੜਨ ਦਿਆਂਗੇ, ਪਹਿਲਾਂ ਤੈਰਨਾ ਸਿੱਖ ਕੇ ਆਓ ਜੀ। ਤੇ ਮੈਂ ਤੈਰਨਾ ਕਿਵੇਂ, ਹੁਣ ਰੇਤੇ ਤੇ ਕਿਵੇਂ ਸਿੱਖਾਂਗਾ ਤੈਰਨਾ, ਪੱਥਰਾਂ ਤੇ ਕਿਵੇਂ ਤੈਰਨਾ ਸਿੱਖਾਂ? ਮੈਂ ਪਾਣੀ ਵਿੱਚ ਵੜਾਂਗਾ, ਸਵੀਮਿੰਗ ਪੂਲ ਵਿੱਚ ਗੋਤੇ ਖਾਵਾਂਗਾ 2-4, ਤਾਂ ਹੀ ਤੈਰਨਾ ਆਏਗਾ ਨਾ। ਹੁਣ ਜੇ ਤੁਹਾਨੂੰ ਅਸੀਂ ਪਹਿਲਾਂ ਹੀ ਕਹੀਏ ਵੀ ਤੁਸੀਂ ਪਹਿਲਾਂ ਅੰਮ੍ਰਿਤ ਛਕੋ ਜਾਂ ਤੁਸੀਂ ਕੇਸ ਰੱਖੋ ਤੇ ਫਿਰ ਬਾਣੀ ਪੜ੍ਹਿਓ, ਤਾਂ ਫਿਰ ਠੀਕ ਨਹੀਂ। ਤੁਸੀਂ ਬਾਣੀ ਪੜ੍ਹਨਾ ਸ਼ੁਰੂ ਕਰੋ, ਬਾਣੀ ਨੂੰ ਸਮਝੋ। ਜਦੋਂ ਤੁਹਾਨੂੰ ਸਮਝ ਆਏਗੀ ਤੇ ਕੇਸ ਤੁਸੀਂ ਆਪ ਹੀ ਰੱਖ ਲਓਗੇ, ਸ਼ਰਾਬ ਆਪ ਹੀ ਛੱਡ ਦਿਓ। ਠੀਕ ਹੈ, ਥੈਂਕ ਯੂ ਜੀ। ਇਸ ਲਈ ਕੋਈ ਵੀ ਬੰਦਾ ਜੇ ਕੇਸ ਕੱਟੇ ਨਾ ਤਾਂ ਉਹਨੂੰ ਬਾਣੀ ਪੜ੍ਹਨ ਦਾ ਕੋਈ ਇਤਰਾਜ਼ ਨਹੀਂ, ਕਿਤੇ ਵੀ ਮਨਾਹੀ ਨਹੀਂ ਹੈ। ਸਿਰਫ ਗੁਰਦੁਆਰਾ ਸਾਹਿਬ ਦੇ ਅੰਦਰ ਰਹਿਤ ਮਰਿਆਦਾ ਲਿਖਿਆ ਹੈ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਜੋ ਡਿਊਟੀ ਭੁਗਤਾਣੀ ਹੈ ਉਹ ਅੰਮ੍ਰਿਤਧਾਰੀ ਸਿੰਘ ਭੁਗਤਾਨ, ਮਤਲਬ ਇਹ ਰਹਿਤ ਮਰਿਆਦਾ ਦੇ ਵਿੱਚ ਉਹਨਾਂ ਨੇ ਕੀਤਾ ਇੱਕ ਅਸੂਲ ਬਣਾਇਆ ਹੈ, ਉਹ ਇੱਕ ਵੱਖਰੀ ਚੀਜ਼ ਹੈ। ਲੇਕਿਨ ਬਾਣੀ ਕੋਈ ਵੀ ਪੜ੍ਹ ਸਕਦਾ ਹੈ, ਕਿਸੇ ਨੇ ਕੇਸ ਕੱਟੇ ਨੇ ਜਾਂ ਨਹੀਂ ਕੱਟੇ, ਮੁਸਲਮਾਨ ਹਿੰਦੂ ਕੋਈ ਵੀ ਪੜ੍ਹ ਕੇ ਉਹ ਤੋਂ ਸਿੱਖਿਆ ਲੈ ਸਕਦਾ ਹੈ। ਤੇ ਜਿਹੜੇ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਕਮੇਟੀਆਂ ਦੇ ਵਿੱਚ ਆ, ਉਹ ਫਿਰ ਨਹੀਂ ਹੋਣੇ ਚਾਹੀਦੇ ਤੁਹਾਡੇ ਖਿਆਲ? ਇਹ ਦੇਖੋ, ਇਹ ਮੇਰਾ ਇਹਦੇ ਬਾਰੇ ਮੈਂ ਨਹੀਂ ਕਹਿ ਸਕਦਾ, ਇਹਦੇ ਬਾਰੇ ਪੰਥ ਨੇ ਫੈਸਲਾ ਕਰਨਾ ਹੁੰਦਾ ਹੈ, ਸਥਾਨਕ। ਹਾਂਜੀ, ਨਹੀਂ ਭਾਈ ਸਾਹਿਬ, ਮੈਂ ਇਹਦਾ ਜਵਾਬ ਥੋੜਾ ਦੇਣ ਦੀ ਕੋਸ਼ਿਸ਼ ਕਰਾਂਗਾ। ਮੈਨੂੰ ਲੱਗਦਾ ਹੈ ਕਿ ਜਿੱਦਾਂ ਭਾਈ ਸਾਹਿਬ ਨੇ ਬੜੀ ਸੋਹਣੀ ਗੱਲ ਕੀਤੀ ਕਿ ਜੇ ਮੈਂ ਇਹ ਨਹੀਂ ਕਿ ਮੈਂ ਕਿਤਾਬ ਘਰੇ ਨਹੀਂ ਪੜ੍ਹ ਸਕਦਾ, ਮੈਂ ਘਰੇ ਪੜ੍ਹ ਸਕਦਾ, ਲੇਕਿਨ ਜੇ ਮੈਂ ਸਕੂਲ 'ਚ ਦਾਖਲਾ ਲੈਣਾ ਤੇ ਮੈਂ ਸਕੂਲ ਦੀ, ਜਿਸ ਨੂੰ ਅਸੀਂ ਹੁਣ ਪੰਥਕ ਫੈਸਲਾ ਸਿੱਖਿਆ ਕਿ ਮਰਿਆਦਾ ਜਿਹੜੀ ਹੈ, ਰਹਿਤ ਮਰਿਆਦਾ ਰੱਖੀ ਹੋਈ ਆ ਕਿ ਸਿਰ ਢੱਕਣਾ ਜਾਂ ਜੋ ਵੀ ਮਤਲਬ ਅਸੀਂ ਜਿਹੜੇ ਸਿੱਖ ਰਹਿਤ ਮਰਿਆਦਾ ਰੱਖੀਆਂ ਹੋਈਆਂ ਨੇ, ਉਹ ਸਕੂਲ ਦਾ ਹੈ। ਇੱਕ ਤੁਸੀਂ ਨਹੀਂ ਜਾਣਾ ਸਕੂਲੇ ਕੋਈ ਗੱਲ ਨਹੀਂ, ਪਰ ਗੁਰੂ ਨੇ ਤੇ ਜਿਹੜਾ ਉਪਦੇਸ਼ ਦਿੱਤਾ ਤੁਸੀਂ ਘਰ ਵੀ ਬਹਿ ਕੇ ਮੰਨ ਸਕਦੇ ਹੋ, ਐਸੀ ਕੋਈ ਗੱਲ ਨਹੀਂ। ਕਿ ਮੈਨੂੰ ਭਾਈ ਸਾਹਿਬ ਦੀ ਬੜੀ ਸੋਹਣੀ ਗੱਲ ਲੱਗੀ ਕਿ ਉਹਨਾਂ ਨੇ ਆਖਿਆ ਕਿ ਸਕੂਲ ਹੈ ਉਹ ਵਰਦੀ ਹੈ, ਜੇ ਤੁਸੀਂ ਸਕੂਲ ਜਾਣਾ ਤੁਹਾਨੂੰ ਵਰਦੀ ਪਹਿਨ ਕੇ ਆਣੀ ਪੈਣੀ, ਤੁਹਾਨੂੰ ਬੈਜ ਵੀ ਲਾਣਾ ਪਏਗਾ, ਤੁਹਾਨੂੰ ਸਕੂਲ ਦੇ ਬੱਚਿਆਂ ਵਾਂਗ ਟਾਈ, ਕਾਲੇ ਸ਼ੂਜ਼, ਪੂਰੀ ਵਰਦੀ ਮੰਨ ਕੇ ਚੱਲਣੀ ਪਏਗੀ। ਤੇ ਉਹ ਅਸੂਲ ਜਿਹੜੇ ਸਕੂਲ ਵਿੱਚ ਹਰ ਇੱਕ ਬੱਚੇ ਵਾਸਤੇ ਲਾਗੂ ਨੇ, ਉਹ ਸਾਰੇ ਮੰਨਣੇ ਪੈਣਗੇ। ਇਹ ਨਹੀਂ ਕਰ ਸਕਦੇ ਤੁਸੀਂ ਸਕੂਲੇ ਗਏ ਤੇ ਤੁਸੀਂ ਬਾਕੀਆਂ ਨੂੰ ਬੁਲਿੰਗ ਕਰਦੇ ਪਏ ਹੋ, ਨਹੀਂ। ਪੜ੍ਹਾਈ ਤਾਂ ਤੁਸੀਂ ਘਰ ਵੀ ਕਰ ਸਕਦੇ ਆ। ਫਿਰ ਨਾਲੇ ਨਾ ਵੀਰ ਜੀ ਦੇਖੋ, ਇੱਕ ਉਹਦੇ ਵਿੱਚ ਕੁਝ ਡਿਫਰੈਂਸ ਕਿੰਨਾ ਕੁ ਆਉਂਦਾ, ਇਹ ਪਹਿਲਾਂ ਸੋਚੋ। ਪਹਿਲਾਂ ਤੁਸੀਂ ਸਾਰੇ ਐਕਸਪੀਰੀਐਂਸਸ ਨਹੀਂ ਲੈ ਸਕਦੇ। ਇਹ ਨਾ ਪੜ੍ਹਾਈ ਤੁਸੀਂ ਘਰ ਕਰ ਸਕਦੇ ਹੋ, ਵਾਸਤਵ ਦੇ ਵਿੱਚ ਕਰ ਸਕਦੇ ਹੋ, ਲੇਕਿਨ ਘਰ ਦੇ ਵਿੱਚ ਕੀਤੀ ਹੋਈ ਪੜ੍ਹਾਈ ਨਾ, ਹੁਣ ਬਾਈ ਜਿਸ ਤਰ੍ਹਾਂ ਮੈਂ ਮੰਨ ਲਓ, ਹਾਂਜੀ, ਤਾਂ ਮੈਂ ਥੋੜੀ ਪਰਿਵਾਰਿਕ ਰਿਲੇਸ਼ਨ ਬਾਰੇ ਜਾਂ ਛੋਟਾ ਮੋਟਾ ਕੋਈ ਡਿਪਰੈਸ਼ਨ ਵਗੈਰਾ ਹੋਏ ਤਾਂ ਉਹਦੇ ਵਾਸਤੇ ਮੈਂ ਥੋੜੀ ਜਿਹੀ ਗਾਈਡੈਂਸ ਕਰ ਸਕਦਾ ਹਾਂ, ਹਾਂਜੀ, ਲੇਕਿਨ ਮੈਂ ਕਿਸੇ ਹਸਪੀਟਲ ਵਿੱਚ ਨੌਕਰੀ ਨਹੀਂ ਕਰ ਸਕਦਾ। ਮੈਂ ਸਾਈਕੋਲੋਜਿਸਟ ਵਾਲਾ ਕੰਮ
ਕਾਗਜ਼ੀ ਤੌਰ ਤੇ ਕਰ ਨਹੀਂ ਸਕਦਾ ਕਿਉਂਕਿ ਮੇਰੇ ਕੋਲ ਉਹ ਚੀਜ਼ ਨਹੀਂ ਹੈ। ਖੈਰ ਇਹਨਾਂ ਚੀਜ਼ਾਂ ਵਿੱਚ ਨਾ ਪੈ ਕੇ ਨਾ ਜੋ ਅਸੀਂ ਅੱਜ ਵਿਚਾਰ ਕੀਤੀ ਹੈ, ਹਾਂਜੀ ਹਾਂਜੀ ਠੀਕ ਹੈ, ਓਮਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ, ਠੀਕ ਜੇ ਹੈ, ਸਾਡੇ ਅੰਦਰ ਇਹ ਕੁਆਲਿਟੀ ਹੋਵੇ ਹਾਂਜੀ ਤਾਂ ਸਾਨੂੰ ਪ੍ਰਬੰਧਕੀ ਢਾਂਚੇ ਵਿੱਚ ਆ ਜਾਣਾ ਚਾਹੀਦਾ ਹੈ। ਠੀਕ ਹੈ ਜੀ, ਯਾਨੀ ਪ੍ਰਬੰਧਕ ਵੀਰਾਂ ਵਾਸਤੇ ਵੀ ਨਾ ਕੁਝ ਅਸੂਲ ਹੋਣੇ ਚਾਹੀਦੇ ਨੇ, ਸਾਨੂੰ ਬਣਾਉਣੇ ਚਾਹੀਦੇ ਨੇ। ਉਹ ਕੌਮ ਨੇ ਬਣਾਉਣੇ ਨੇ ਜਾਂ ਸਥਾਨਕ ਸੰਗਤ ਨੇ ਬਣਾਉਣੇ ਨੇ। ਜੇ ਉਹਨਾਂ ਦੇ ਅੰਦਰ ਲੜਾਈ ਦੰਗੇ ਵਾਲੇ ਜਾਂ ਮਤਲਬ ਕਰਪਸ਼ਨ ਵਾਲੇ ਹੋਣਗੇ ਤਾਂ ਸਾਰੀ ਕੌਮ ਦਾ ਨਾਸ ਮਾਰਨਗੇ। ਇਸ ਲਈ ਗੁਰੂ ਜੀ ਨੇ ਕੀਤਾ ਤਖਤ ਰਾਜਾ ਸੋਭ ਹੈ, ਹਾਂਜੀ ਲਾਇਕ ਹੋਈ। ਜਿਹੜਾ ਲਾਇਕ ਬੰਦਾ ਨਾ ਉਹ ਹੋਣਾ ਚਾਹੀਦਾ। ਇਕੱਲਾ ਇਹ ਨਹੀਂ ਕਿ ਗੁਰਦੁਆਰੇ ਹੀ, ਹਾਂਜੀ ਆਗੂ ਲਾਇਕ ਹੋਣਾ ਚਾਹੀਦਾ ਹੈ, ਰਾਜਨੀਤੀ ਵਿੱਚ ਵੀ ਆਗੂ ਲਾਇਕ ਹੋਣਾ ਚਾਹੀਦਾ ਹੈ। ਭਾਈ ਗ੍ਰੰਥੀ ਹੁਣ ਜੇ ਮੈਂ ਕਥਾਵਾਚਕ ਤਾਂ ਉਹ ਵੀ ਲਾਇਕ ਹੋਵਾਂ ਤਾਂ ਹੀ ਨਾ, ਮੈਂ ਐਵੇਂ ਨਾ ਕਥਾ ਕਰਨ ਪੈ ਜਾਵਾਂ। ਤਾਂ ਆਪਣੇ ਆਪ ਨੂੰ ਵੇਖ ਲੈਣਾ ਚਾਹੀਦਾ ਕਿ ਮੈਂ ਅਗਵਾਈ ਕਰਨ ਦੇ ਲਾਇਕ ਹੈ ਜਾਂ ਜਾਂ ਨਹੀਂ। ਠੀਕ ਹੈ, ਥੈਂਕ ਯੂ ਜੀ, ਤੁਹਾਡਾ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਬਹੁਤ ਵਧੀਆ ਜਵਾਬ ਸੀਗਾ। ਤੇ ਸਾਡੇ ਨਾਲ ਹੈਗੇ ਹੋਰ ਵੀ ਅਨਮਿਊਟ ਹੋਏ, ਮੈਂ ਨਾਂ ਦੱਸ ਦਿਆਂ ਜੀ। ਤੇ ਸਾਡੇ ਨਾਲ ਆਪਣੇ ਸਵਿੰਦਰ ਕੌਰ ਵੀ ਹੈ, ਜੁਝਾਰ ਸਿੰਘ ਵੀ ਅਨਮਿਊਟ ਆ, ਤੇ ਹਰਨੇਕ ਸਿੰਘ ਕੁਲਾਰ ਵੀ ਸੀਗੇ ਅਨਮਿਊਟ। ਤੁਸੀਂ ਅਨਮਿਊਟ ਹੋ ਜਾਇਓ ਤੇ ਆਪਣੀ ਵੇਟ ਕਰਿਓ। ਤੇ ਜਸਵਿੰਦਰ ਕੌਰ ਸੱਲ ਉਹ ਵੀ ਅਨਮਿਊਟ ਸੀਗੇ, ਪਰ ਉਹ ਹੋ ਗਏ ਮੁੜ ਕੇ ਫਿਰ ਮਿਊਟ। ਪਲੀਜ਼ ਤੁਸੀਂ ਵੀ ਆ ਜਾਓ ਤੇ ਮੈਂ ਤੁਹਾਨੂੰ ਨੈਕਸਟ ਤੁਹਾਨੂੰ ਲੈ ਲੂੰਗਾ। ਤੇ ਸਭ ਤੋਂ ਪਹਿਲਾਂ ਮੈਂ ਜਿਹੜੇ ਸਾਡੇ ਨਾਲ ਹੈਗੇ ਜੀ ਸਵਿੰਦਰ ਕੌਰ, ਤੁਸੀਂ ਕੁਝ ਕਹਿਣਾ ਤਾਂ ਦੱਸੋ ਜੀ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਫਤਿਹ ਮੇਰੀ ਭੈਣ। ਕਰੋ ਗੱਲ ਭੈਣ ਜੀ। ਹਾਂ ਭੈਣ ਜੀ, ਭੰਗ ਲਫ਼ਜ਼ ਦਾ ਕਲੀਅਰ ਕਰੋਗੇ? ਮੋਹਰ ਸਿੰਘ ਜੀ ਉਹਨਾਂ ਨੇ ਸਹਿਭੰਗ ਦਾ ਮੇਰਾ ਖਿਆਲ ਪੁੱਛਿਆ, ਕਿਦਾਂ ਹੀ ਹੈ ਜੀ ਸਵਿੰਦਰ ਕੌਰ ਜੀ? ਹਾਂ, ਸਹਿਭੰਗ ਦਾ ਕਲੀਅਰ ਕਰ ਦਿਓ। ਸਹਿਭੰਗ ਮੇਰੇ ਕੋਲ ਤੁਹਾਡੀ ਆਵਾਜ਼ ਨਹੀਂ ਸਹੀ। ਠੀਕ ਹੈ। ਸਹਿਭੰਗ ਦਾ ਮਤਲਬ ਹੈਗਾ ਸੁੱਤੇ ਪ੍ਰਕਾਸ਼, ਯਾਨੀ ਆਪਣੇ ਆਪ ਤੋਂ ਆਪ, ਜੋ ਕਿਸੇ ਤੋਂ ਪੈਦਾ ਨਹੀਂ ਹੋਇਆ। ਸਹਿਭੰਗ ਦਾ ਅਰਥ ਹੈ ਸੁੱਤੇ ਪ੍ਰਕਾਸ਼, ਮਤਲਬ ਆਪਣੇ ਆਪ ਤੋਂ ਆਪ। ਮੇਰੇ ਖਿਆਲ ਚ ਇੰਗਲਿਸ਼ ਵਿੱਚ ਹੁਣ ਸੈਲਫ ਮੇਡ ਜਾਂ ਐਸਾ ਕੁਝ ਸ਼ਬਦ ਵਰਤਾਂਗੇ, ਮੈਨੂੰ ਇੰਗਲਿਸ਼ ਨਹੀਂ ਪਤਾ। ਆਪਣੇ ਆਪ ਤੋਂ ਆਪ, ਸੈਲਫ ਇਨਸਪਾਇਰਡ ਜਾਂ ਸੈਲਫ ਕ੍ਰੀਏਟਡ। ਅੱਛਾ ਜੀ, ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਗਿਆਨੀ ਜੀ, ਧੰਨਵਾਦ। ਤੇ ਸਾਡੇ ਨਾਲ ਜਸਵਿੰਦਰ ਸਿੰਘ ਅਨਮਿਊਟ ਹੋਏ ਆ ਜੀ, ਤੁਸੀਂ ਕਰੋ ਗੱਲ। ਜਸਵਿੰਦਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਹਾਂਜੀ, ਗਿਆਨੀ ਜੀ ਦੇ ਵਿਚਾਰ ਬਹੁਤ ਵਧੀਆ ਸੀ। ਦੇਖੋ ਜਿੱਦਾਂ ਇਹਨਾਂ ਨੇ ਐਕਸਪਲੇਨ ਕੀਤਾ, ਜਿੱਦਾਂ ਮੂਲ ਮੰਤਰ ਦੇ ਸਾਰੇ ਗੁਣ, ਦੇਖੋ ਜਿਹੜਾ ਵੀ ਵੀਰ ਭੈਣ ਇਹ ਗੁਣ ਆਪਣੇ ਜੀਵਨ ਵਿੱਚ ਲੈ ਕੇ ਆਊਗਾ, ਉਹਦੀ ਜ਼ਿੰਦਗੀ 'ਚ ਬਹੁਤ ਪ੍ਰੋਬਲਮ ਹੱਲ ਹੋ ਰਹੀ, ਸੋਲਵ ਹੋ ਜਾਣਗੀਆਂ। ਸੋ ਵੱਧ ਤੋਂ ਵੱਧ ਆਪਣੀ ਜ਼ਿੰਦਗੀ ਵਿੱਚ ਇਹਨਾਂ ਨੂੰ ਇੰਪਲੀਮੈਂਟ ਕਰਨਾ ਚਾਹੀਦਾ। ਇੰਪਲੀਮੈਂਟ ਕਰਕੇ ਆਪਣੇ ਐਕਸ਼ਨ ਵਿੱਚ ਲਿਆਉਣਾ ਚਾਹੀਦਾ, ਤਾਂ ਕਿ ਆਪਾਂ ਗੁਰੂ ਦੇ ਵਿਚਾਰ ਨਾਲ ਜੁੜ ਸਕੀਏ। ਅੱਜ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਥੈਂਕ ਯੂ ਭਾਈ ਸਾਹਿਬ। ਤੁਸੀਂ ਜਸਵਿੰਦਰ ਸਿੰਘ, ਤੁਸੀਂ ਕਿੱਥੋਂ ਜੁਆਇਨ ਹੋਏ ਜੀ ਅੱਜ? ਹਾਂਜੀ ਵੀਰ ਜੀ, ਮੈਂ ਆਪਣੇ ਇੱਥੋਂ ਕੈਨੇਡਾ ਤੋਂ ਹੈਗਾ, ਆਪਣੇ ਸਰੀ ਤੋਂ, ਸਾਊਥ ਸਰੀ ਤੋਂ। ਮੈਂ ਗਿਆਨੀ ਜੀ ਉਹਨਾਂ ਨੂੰ ਆਪਣੇ 2 ਸਾਲ ਪਹਿਲਾਂ ਮਿਲਿਆ ਸੀ। ਇਹਨਾਂ ਦੇ ਵਿਚਾਰ ਬਹੁਤ ਵਧੀਆ ਹੁੰਦੇ ਆ। ਜਦੋਂ ਵੀ ਕਦੇ ਇਹਨਾਂ ਦੀ ਵੀਡੀਓ ਆਵੇ ਜਾਂ ਵਿਚਾਰ ਇਹਨਾਂ ਦੇ ਜਿੱਦਾਂ ਸਾਨੂੰ ਸੈਂਡ ਕਰਨ, ਅਸੀਂ ਬਹੁਤ ਜਿੱਦਾਂ ਪ੍ਰੀਤ ਨਾਲ ਸੁਣੀਦੇ ਹੈਗੇ ਆ। ਸੋ ਗਿਆਨੀ ਦਾ ਆਲਵੇਜ਼ ਬਹੁਤ ਬਹੁਤ ਧੰਨਵਾਦ। ਇਹਨਾਂ ਦੇ ਵਿਚਾਰ ਇੱਕ ਨਿਊ ਵੇ, ਨਵੇਂ ਢੰਗ ਦੇ ਨਾਲ, ਜਿੱਦਾਂ ਗੁਰਬਾਣੀ ਜਿੱਦਾਂ ਸਾਨੂੰ ਸਿੱਖਣ ਨੂੰ, ਪੜ੍ਹਨ ਨੂੰ ਬਹੁਤ ਸਕਾਰੀ ਲੱਗਦੀ। ਜੇ ਹਿਸਾਬ ਨਾਲ ਐਕਸਪਲੇਨ ਕਰਦੇ ਆ, ਉਹ ਤੁਸੀਂ ਜੀਵਨ ਵਿੱਚ ਆਪਣੇ ਪ੍ਰੈਕਟੀਕਲ ਤੌਰ ਤੇ ਲਿਆ ਕੇ ਆਪਣੇ ਐਵਰੀਡੇ ਲਾਈਫ ਵਿੱਚ ਯੂਜ਼ ਕਰ ਸਕਦੇ ਆ। ਸੋ ਆਲਵੇਜ਼ ਜਿਹੜੇ ਇਹਨਾਂ ਦੇ ਵਿਚਾਰ ਹੁੰਦੇ ਆ ਕਿ ਨਿਊ ਵੇ ਹੁੰਦੇ ਆ, ਨਵੇਂ ਤਰੀਕੇ ਦੇ ਨਾਲ, ਨਵੇਂ ਵੇ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰ ਸਕਦੇ ਹਾਂ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿੱਦਾਂ ਜਿੱਦਾਂ ਇਹ ਐਕਸਪਲੇਨ ਕਰਦੇ ਆ। ਠੀਕ ਹੈ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੁੜਨ ਦਾ। ਤੇ ਵੀਰ ਤਰਲੋਚਨ ਸਿੰਘ ਜੀ, ਮੈਂ ਇਹਨਾਂ ਨੂੰ ਮਿਲਿਆ ਸਾਂ ਇੱਥੇ ਕੈਨੇਡਾ। ਅਸੀਂ ਉੱਥੇ ਕਲਾਸ ਰੱਖੀ ਸੀ ਤੇ ਇਹਨਾਂ ਦੇ ਘਰ ਵੀ ਮੈਂ ਗਿਆ ਸੀ ਭਾਈ ਸਾਹਿਬ ਦੇ। ਤੇ ਬਹੁਤ ਤਗੜੀ ਸ਼ਖਸੀਅਤ ਨੇ, ਵਰਲਡ ਚੈਂਪੀਅਨ ਨੇ ਮੇਰੇ ਖਿਆਲ ਚ 1-2 ਬਾਕਸਿੰਗ ਦੇ ਵਿੱਚ, ਤੇ ਹੋਰ ਆਪਣਾ ਬਹੁਤ ਇਹਨਾਂ ਨੇ ਸ਼ੀਲਡਾਂ ਜਿੱਤੀਆਂ ਨੇ। ਜਸਵਿੰਦਰ ਸਿੰਘ ਜੀ, ਤੁਹਾਡੀ ਮਤਲਬ ਦਾੜੇ ਵਾਲੀ ਪੱਗ ਵਾਲੀ ਫੋਟੋ ਦੇਖ ਕੇ ਤੇ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਮਤਲਬ ਇਸ ਰੂਪ ਦੇ ਵਿੱਚ ਆ ਗਏ ਹੋ। ਧੰਨਵਾਦ ਤੁਹਾਡਾ ਬਹੁਤ ਸਾਰਾ, ਬਹੁਤ ਧੰਨਵਾਦ। ਸਾਡੇ ਵੱਲੋਂ ਵੀ ਬਹੁਤ ਬਹੁਤ ਇਹਨਾਂ ਨੂੰ ਮੁਬਾਰਕਾਂ ਜੀ, ਸਾਰੇ ਚੈਂਪੀਅਨਸ਼ਿਪ ਜਿੱਤਣ ਦੀਆਂ। ਤੇ ਸਾਡੇ ਨਾਲ ਸਾਰੇ ਤਰ੍ਹਾਂ ਦੇ ਸਰੋਤੇ ਜੁੜੇ ਹੋਏ ਜੀ, ਤੇ ਬਹੁਤ ਬਹੁਤ ਧੰਨਵਾਦ। ਤੇ ਸਾਡੇ ਨਾਲ ਜਸਮੀਨ ਸੱਲ ਜੀ ਜੁਆਇਨ ਹੋਏ ਆ। ਹਾਂਜੀ ਭੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਫਤਿਹ ਜੀ। ਬਹੁਤ ਵਧੀਆ ਢੰਗ ਨਾਲ ਤੁਸੀਂ ਐਕਸਪਲੇਨ ਕਰ ਰਹੇ ਹੋ। ਧੰਨਵਾਦ ਮੇਰੀ ਭੈਣ।
ਹਾਂਜੀ ਥੈਂਕ ਯੂ ਜੀ। ਨਾਲੇ ਅੱਜ ਮੈਂ ਭਾਜੀ ਤੁਹਾਨੂੰ ਕਹਿਣਾ ਸੀ ਥੈਂਕ ਯੂ ਫॉर द ਬਿਲੇਟਡ ਬਰਥਡੇ ਹੈ ਨਾ। ਕੱਲ ਮੈਂ ਰਾਤੀ ਮੈਂ ਨੋਟ ਕੀਤਾ ਸੀਗਾ ਜੀ ਆਪਣੇ। ਅੱਛਾ ਮੈਂ ਤਾਂ ਸੋਚਿਆ ਕਿਸੇ ਨੂੰ ਨਹੀਂ ਪਤਾ ਲੱਗੂਗਾ। ਦੇਖੋ ਜੀ ਹੁਣ ਸਾਡੇ ਕੋਲ ਮੈਜਿਕ ਫੇਸਬੁੱਕ ਹੈਗੀ ਆ ਨਾ ਕਰਕੇ ਉਹਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਲਕੋਈ ਚਲੋ, ਨਿਆਣੇ ਨਹੀਂ ਹਟਦੇ, ਉਹ ਸਾਰਾ ਡਿਕਲੇਅਰ ਕਰ ਦਿੰਦੇ ਆ। ਯਾ ਟਰੂ ਆ ਇਸ ਕਰਕੇ ਓਕੇ ਜੀ ਥੈਂਕ ਯੂ ਥੈਂਕ ਯੂ ਜੀ। ਹਰਨੇਕ ਸਿੰਘ ਜੀ, ਹਰਨੇਕ ਸਿੰਘ ਜੀ ਤੁਸੀਂ ਅਨਮਿਊਟ ਹੋ ਜਾਓ, ਤੁਸੀਂ ਪਹਿਲਾਂ ਹੋਏ ਸੀਗੇ। ਹਾਂਜੀ ਆ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਫਤਿਹ ਜੀ। ਤੇ ਹਰੇਕ ਰੋਜ਼ ਦੀ ਤਰ੍ਹਾਂ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਵਿਆਖਿਆ ਕੀਤੀ ਆ ਔਰ ਸਾਨੂੰ ਉਦਾਹਰਨਾਂ ਦੇ ਕੇ ਸਮਝਾਇਆ ਹੈਗਾ, ਬਹੁਤ ਚੰਗਾ, ਥੈਂਕ ਯੂ ਵੈਰੀ ਮਚ। ਇੱਕ ਮਾੜਾ ਜਿਹਾ ਮੇਰੀ ਮਿਸ ਅੰਡਰਸਟੈਂਡਿੰਗ ਖਰੇ ਮੇਰੇ ਤੋਂ ਹੋਈ ਆ। ਇੱਕ ਤੁਸੀਂ ਕੋਈ ਜੂਨਾਂ ਬਾਰੇ ਲਿਖਿਆ ਸੀ, ਜੂਨ ਤੋਂ ਫ੍ਰੀ ਹੋਣਾ ਚਾਹੀਦਾ, ਜਿਹੜਾ ਇਹਦਾ ਮਤਲਬ ਜਿਹੜੀਆਂ ਜੂਨਾਂ ਆਮ ਕਈ ਵਾਰੀ ਕਹਿੰਦੇ ਆ ਜੀ ਤੁਹਾਨੂੰ ਜ਼ਿੰਦਗੀ ਤੋਂ ਬਾਅਦ ਜੂਨਾਂ ਬਦਲਣੀਆਂ ਪੈਂਦੀਆਂ, ਫਲਾਨੀ ਜੂਨ 'ਚ ਜਾਓਗੇ ਜਾਂ ਦੂਜੀ ਜੂਨ, ਉਹਦਾ ਮਤਲਬ ਇਹ ਆ ਜਾਂ ਕਿ ਕੋਈ ਹੋਰ ਹੈਗਾ? ਇਹ ਦੇਖੋ ਜੀ, ਜਿਉਂਦਿਆਂ ਅਸੀਂ ਜੂਨਾਂ ਵਿੱਚ ਆ, ਕਦੀ ਅਸੀਂ ਬੇਗਾਨਾ ਹੱਕ ਜਦੋਂ ਖਾਂਦੇ ਆ ਤੇ ਸੱਪ ਦੀ ਜੂਨ ਵਿੱਚ, ਕੁੱਤੇ ਦੀ ਜੂਨ ਵਿੱਚ ਆ। ਬਾਕੀ ਜਿਹੜੀਆਂ ਮਰਨ ਤੋਂ ਬਾਅਦ ਵਾਲੀਆਂ ਜੂਨਾਂ ਨੇ ਜੀ, ਹਾਂਜੀ ਉਹਦੇ ਬਾਰੇ ਮੈਂ ਪੁੱਛਦਾ ਵੀ ਹੈਗੀਆਂ ਕਿ ਐਵੇਂ ਗੱਲਾਂ ਹੀ? ਮੇਰਾ ਉਹ ਤੇ ਫਿਰ ਮੈਂ ਮਰਾਂਗਾ ਜੂਨਾਂ ਵਿੱਚ ਪਵਾਂਗਾ, ਫਿਰ ਆਣ ਕੇ ਦੱਸਾਂਗਾ ਦੁਬਾਰਾ। ਪਰ ਮੈਂ ਇਹੀ ਗੱਲ ਮੇਰੇ ਦਿਮਾਗ 'ਚ ਸੀਗੀ ਗੱਲ ਕਿ ਬਾਅਦ 'ਚ ਕੋਈ ਜੂਨਾਂ ਨਹੀਂ, ਕਿਉਂਕਿ ਤੁਸੀਂ ਆਲਰੇਡੀ ਲਾਸਟ ਟਾਈਮ ਦੱਸ ਚੁੱਕੇ ਆ ਸਵਰਗ ਨਰਕ ਸਾਰਾ ਕੁਝ ਇੱਥੇ ਹੀ ਆ। ਇੱਥੇ ਨੇ ਜੂਨਾਂ ਜਿਹੜੀਆਂ ਅਸੀਂ ਭੁਗਤਦੇ ਆ ਜੀ ਆ ਲੋਕ। ਹਾਂਜੀ ਇਹੀ ਮੈਂ ਤਾਂ ਹੀ ਕੁਐਸਚਨ ਮੇਰੇ ਮਾਈਂਡ 'ਚ ਆਇਆ ਵੀ ਹੋ ਤਾਂ ਨਹੀਂ ਸਕਦਾ, ਪਰ ਮੈਂ ਕਲੀਅਰ ਕਰ ਲਾਂ ਤੁਹਾਡੇ ਤੋਂ। ਨਹੀਂ ਬਿਲਕੁਲ ਬਿਲਕੁਲ ਜੀ, ਇੱਥੇ ਅਸੀਂ ਜੂਨਾਂ ਭੁਗਤ ਰਹੇ ਆ ਸਵੇਰ ਤੋਂ ਲੈ ਕੇ। ਜੋ ਵੀ ਅਸੀਂ ਕਰ ਰਹੇ ਆ ਉਹ ਜੂਨਾਂ ਹੀ ਹੈ, ਕਿਸੇ ਨੂੰ ਗਲਤ ਕਰ ਰਹੇ ਆ ਜੋ ਵੀ, ਜਿੱਦਾਂ ਤੁਸੀਂ ਦੱਸਿਆ ਚੋਰੀ ਕਰੋਗੇ, ਕੁੱਤੇ ਦੀ ਪਾਓਗੇ ਜਾਂ ਜੋ ਵੀ ਹੈਗਾ, ਸਾਰਾ ਕੁਝ ਖੁਦ ਇੱਥੇ ਹੀ ਹੋ ਰਿਹਾ ਸਾਰਾ ਕੁਝ। ਹਾਂਜੀ ਹਾਂਜੀ। ਤੇ ਅਸੀਂ ਇਹਨਾਂ ਜੂਨਾਂ ਤੋਂ ਮੁਕਤ ਹੋ ਕੇ ਆਪਣੇ ਅੰਦਰ ਇਨਸਾਨੀਅਤ ਪੈਦਾ ਕਰਨੀ, ਹਰ ਬੰਦੇ ਨੇ, ਹਿੰਦੂਆਂ ਨੇ ਵੀ, ਮੁਸਲਮਾਨਾਂ, ਸਿੱਖਾਂ, ਈਸਾਈਆਂ ਨੇ, ਸਭ ਲਈ ਸੇਮ ਹੀ ਹੈ ਜੀ। ਉਹ ਤਾਂ ਮੈਂ ਸਮਝਿਆ। ਠੀਕ, ਥੈਂਕ ਯੂ ਵੈਰੀ ਮਚ ਗਿਆਨੀ ਜੀ। ਇਹੀ ਸੀ ਧੰਨਵਾਦ। ਇਹ ਸਾਨੂੰ ਭਰਮਾਂ ਦੇ ਵਿੱਚ ਹੀ ਪਾ ਕੇ ਇੱਦਾਂ ਰੱਖਿਆ ਆ, ਕਿਉਂਕਿ ਅਗਲੀਆਂ ਤੇ ਪਿਛਲੀਆਂ, ਜਨਮ ਤੋਂ ਪਹਿਲਾਂ ਤੇ ਜਨਮ ਤੋਂ ਬਾਅਦ ਦਾ ਜਿਹੜਾ ਜਿੱਦਾਂ ਕਹਿੰਦੇ ਹੁੰਦੇ ਸਾਨੂੰ ਭੰਬਲ ਭੂਸਾ ਜਿੱਦਾਂ ਕਹਿ ਦਿੰਦੇ ਹੁੰਦੇ, ਉਹ ਚ ਪਾਏ ਆ ਤੇ ਉਹਦੇ ਵਿੱਚ ਆਪਾਂ ਮਤਲਬ ਨਿਕਲ ਨਹੀਂ ਸਕਦੇ। ਤੇ ਹੁਣ ਗਿਆਨੀ ਜੀ ਮੇਰਾ ਖਿਆਲ ਕੱਢ ਕੇ ਹੀ ਜਾਣਗੇ ਸਾਨੂੰ, ਚੰਗੀ ਗੱਲ ਇਹ ਆ ਸਾਡੇ ਸਾਰਿਆਂ ਵਾਸਤੇ। ਗੁਰਮੁਖ ਸਿੰਘ ਜੀ ਤੁਸੀਂ ਅਨਮਿਊਟ ਹੋਏ, ਕੁਝ ਕਹਿਣਾ ਮੈਨੂੰ ਲੱਗਦਾ। ਹਾਂਜੀ ਮੈਂ ਆਪਣੇ ਜਿਹੜੇ ਗਿਆਨੀ ਹੁਣੀ ਗੱਲ ਕੀਤੀ ਆ ਜੀ, ਮੈਂ ਇਹਨੀ ਤਾਂ ਆਪਣੇ ਤੇ ਲਾਈ ਹੈ, ਮੈਂ ਆਪਣੇ ਮੇਰੇ ਹਿਸਾਬ ਹੈ ਵੀ ਆਪਾਂ ਸਾਰੇ ਹੀ ਕਰੀਏ ਵੀ ਜਿਹੜਾ ਵੀ ਸਾਡੇ ਵਿੱਚੋਂ ਜਿੰਨੇ ਵੀ ਅੱਜ ਆਏ ਆ, ਜਿਹੜਾ ਵੀ ਪਹਿਲਾਂ ਗਾਹਾਂ ਚਲ ਗਏ ਆ, ਉਹ ਜ਼ਰੂਰ ਸੁਨੇਹਾ ਭੇਜੇ ਵੀ ਮੈਂ ਇੱਥੇ ਪਹੁੰਚ ਗਿਆ ਤਾਂ ਗਮੋਰੇ ਆ ਉਮੀਦ ਆ ਜੀ। ਇੱਕ ਕੱਲੀ ਗਿਆਨੀ ਜੀ ਦੇ ਸਾਰਿਆਂ ਦੇ ਰੱਖੀਏ ਜੀ। ਠੀਕ ਹੈ, ਆਪਣਾ ਮੋਬਾਈਲ ਨਾਲ ਲੈ ਜਾਏ, ਅਸੀਂ ਪਿੱਛੋਂ ਚਾਰਜ ਕਰਾਉਂਦੇ ਰਵਾਂਗੇ ਜਿਹੜੇ ਬਚ ਕੇ। ਠੀਕ ਹੈ ਜੀ, ਥੈਂਕ ਯੂ ਜੀ। ਮੈਂ ਉਹ ਹੀ ਕਹਿਣ ਲੱਗਾ ਸੀਗਾ ਜੀ ਵੀ ਅੱਜ ਕੱਲ੍ਹ ਟੈਕਨੀਕਲ ਸਾਡੇ ਕੋਲ ਬਹੁਤ ਹੈਗੇ, ਫੇਸਬੁੱਕਾਂ ਹੈਗੀਆਂ ਜਾਂ ਸਾਰਾ ਕੁਛ ਹੀ ਆ, ਤੇ ਉੱਥੋਂ ਬੰਦਾ ਫੋਟੋ ਹੀ ਪਾ ਦਿੰਦਾ, ਦੱਸ ਦਿੰਦਾ ਭਾਈ ਦੇਖੋ ਮੈਂ ਕੜਾਹੀ 'ਚ ਤਲ ਹੋ ਰਿਹਾ ਜਾਂ ਕਿੱਦਾਂ, ਹਨਾ। ਤਾਂ ਫਿਰ ਉਹ ਥੋੜਾ ਜਿਹਾ ਡਰ ਬੰਦੇ ਨੂੰ ਪਤਾ ਰਹਿੰਦਾ ਹੈ ਵੀ ਉੱਥੇ ਕੀ ਕੁਛ ਹੋ ਰਿਹਾ ਕੀ ਨਹੀਂ ਹੋ ਰਿਹਾ। ਉਹ ਨਾ ਵੀਰ ਜੀ ਗੁਰਮੁਖ ਸਿੰਘ ਜੀ, ਉਹ ਬੰਦਾ ਸੀ ਤੇ ਕੋਈ ਉਹਦੀ ਘਰ ਵਾਲੀ ਪੁੱਛਦੀ ਕਿੱਥੇ ਚੱਲੇ ਹੋ, ਆਂਦਾ ਮੈਂ ਬਾਹਰ ਜਾਣ ਦੀ ਸਲਾਹ ਹੈ। ਤੇ ਕਹਿੰਦੀ ਵੀ ਜੇ ਤੂੰ ਦੁਬਈ ਗਿਆ ਤੇ ਮੇਰੇ ਵਾਸਤੇ ਸੋਨਾ ਲੈ ਕੇ ਆਈ, ਜੇ ਸਵਿਟਜ਼ਰਲੈਂਡ ਗਿਆ ਤੇ ਮੇਰੇ ਵਾਸਤੇ ਘੜੀ ਲੈ ਕੇ ਆਈ, ਤੇ ਜੇ ਤੂੰ ਕੈਨੇਡਾ ਗਿਆ ਤੇ ਉੱਥੋਂ ਮੇਰੇ ਵਾਸਤੇ ਜੈਕਟ ਲੈ ਕੇ ਆਈ। ਤੇ ਕਹਿੰਦਾ ਜੇ ਮੈਂ ਤਾਂ ਨਰਕ 'ਚ ਗਿਆ, ਆਂਦਾ ਫਿਰ ਆਂਦੀ ਫਿਰ ਉੱਥੋਂ ਆਪਣੀ ਲਾਈਵ ਵੀਡੀਓ ਭੇਜੀ। ਠੀਕ ਹੈ ਜੀ, ਫਿਰ ਮੈਨੂੰ ਮਜ਼ਾ ਆਏਗਾ ਤੈਨੂੰ ਸਾੜਦੇ ਨੂੰ ਵੇਖ ਕੇ। ਚਲੋ ਜੀ, ਆਪਾਂ ਇੱਥੇ ਹੀ ਇਸੇ ਨੋਟ ਤੇ ਆਪਾਂ ਹੁਣ ਹੋਰ ਤਾਂ ਕੋਈ ਅਨਮਿਊਟ ਨਹੀਂ ਹੈਗਾ ਜੀ, ਬਥੇਰੀਆਂ ਆਪਾਂ ਗੱਲਾਂ ਬਾਤਾਂ ਕਰ ਲਈਆਂ। ਤੇ ਧੰਨਵਾਦ ਜੀ ਗਿਆਨੀ ਜੀ ਦਾ, ਤੇ ਬਾਕੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਇੱਕ ਸਕਿੰਟ ਜੀ ਜਾਣ ਤੋਂ ਪਹਿਲਾਂ ਸਾਡੇ ਨਾਲ ਇੱਕ ਨਾਂ ਹੈਗਾ ਜੀ ਰੌਕਸ, ਉਹ ਅਨਮਿਊਟ ਹੋਏ ਆ, ਤੇ ਪਲੀਜ਼ ਆ ਜਾਓ ਤੁਸੀਂ। ਤੁਹਾਡਾ ਕੀ ਨਾਂ ਹੈ ਜੀ? ਗਗਨਦੀਪ ਸਿੰਘ ਹੈ ਜੀ। ਗਗਨਦੀਪ ਸਿੰਘ, ਤੁਸੀਂ ਹਾਂਜੀ ਰੌਕਸ ਲਿਖਿਆ ਸੀਗਾ, ਮੈਂ ਤਾਂ ਪੁੱਛਿਆ ਤੁਹਾਨੂੰ। ਹਾਂਜੀ ਕਰੋ ਗੱਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਬਹੁਤ ਚੰਗਾ ਲੱਗਿਆ ਜੀ ਅੱਜ ਤੁਹਾਨੂੰ ਦੁਬਾਰਾ ਲਾਈਵ ਸੁਣ ਕੇ, ਬਹੁਤ ਦੇਰ ਬਾਅਦ ਮਿਲੇ ਆਪਾਂ, ਪਛਾਣ ਲਿਆ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਜੀ, ਬਹੁਤ ਚੰਗੇ ਵਿਚਾਰ ਸੀ, ਜਵਾਬ ਬੜੇ ਵਧੀਆ ਦਿੱਤੇ ਤੁਸੀਂ, ਧੰਨਵਾਦ। ਬਹੁਤ ਵਧੀਆ ਲੱਗਿਆ, ਸੁਣਾਂਗੇ ਅੱਗੇ ਵੀ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ। ਧੰਨਵਾਦ, ਖੁਸ਼ੀ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਤੇ ਤੁਸੀਂ ਭਾਈ ਸਾਹਿਬ ਕਿੱਥੋਂ ਜੁੜੇ ਆ ਤੇ ਅੱਜ? ਮੈਂ ਇੰਡੀਆ ਤੋਂ ਜੀ, ਪਟਿਆਲੇ ਤੋਂ। ਪਟਿਆਲਾ ਤੋਂ, ਠੀਕ ਹੈ ਜੀ। ਤੇ ਕੱਲ ਨੂੰ ਵੀ ਆਉਂਗੇ? ਹਾਂਜੀ ਹਾਂਜੀ ਜ਼ਰੂਰ, ਪ੍ਰੋਮਿਸ ਲੈਣਾ ਤੁਹਾਡੇ ਕੋਲ। ਹਾਂਜੀ ਜ਼ਰੂਰ ਜ਼ਰੂਰ ਜ਼ਰੂਰ। ਆਪ ਵੀ ਬਹੁਤ ਚੰਗੇ ਪ੍ਰਚਾਰਕ ਨੇ ਤੇ ਪੜ੍ਹੇ ਲਿਖੇ ਨੇ,
ਅੱਛਾ ਜੀ। ਹਾਈਲੀ ਐਜੂਕੇਟਡ ਬੰਦੇ ਨੇ ਔਰ ਪ੍ਰਚਾਰਕ ਨੇ ਤੇ ਬਹੁਤ ਚੰਗੀ ਜ਼ਿੰਦਗੀ ਵਾਲੇ ਇਨਸਾਨੀਅਤ ਇਹਨਾਂ ਦੇ ਅੰਦਰ। ਠੀਕ ਹੈ। ਅਸੀਂ ਉੱਥੇ ਇਕੱਠੇ ਵਿਚਰਦੇ ਰਹੇ ਆਪਣੇ ਪਟਿਆਲੇ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਤੁਹਾਡਾ। ਤੇ ਸ਼ੁਕਰੀਆ ਜੀ, ਸ਼ੁਕਰੀਆ, ਥੈਂਕ ਯੂ। ਅਸੀਂ ਇਦਾਂ ਕਰਦੇ ਜੀ, ਹੁਣ ਇੱਥੇ ਸਮਾਪਤੀ ਕਰ ਦਿੰਦੇ ਆ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਕੱਲ ਨੂੰ ਇਸੇ ਟਾਈਮ ਤੇ ਇੱਥੇ ਇੰਗਲੈਂਡ ਦੇ 2 ਵਜੇ ਦੇ ਹਿਸਾਬ ਨਾਲ, ਤਾਂ ਬਾਕੀ ਆਪਣਾ ਆਪਣਾ ਟਾਈਮ ਚੈੱਕ ਕਰ ਲਿਓ ਜੀ, ਜਿੱਥੇ ਜਿੱਥੇ ਵੀ ਤੁਸੀਂ ਬੈਠੇ, ਕੈਨੇਡਾ, ਇੰਡੀਆ, ਜਿੱਥੋਂ ਵੀ ਅਮਰੀਕਾ ਤੋਂ। ਤੇ ਇੰਗਲੈਂਡ ਦੇ 2 ਵਜੇ ਤੇ ਆਪਾਂ ਜੁਆਇਨ ਕਰਾਂਗੇ ਤੇ 2:15 ਵਜੇ ਗਿਆਨੀ ਜੀ ਆਪਣੀ ਕਥਾ ਸ਼ੁਰੂ ਕਰ ਦਿੰਦੇ ਆ। 10-15 ਮਿੰਟ ਪਹਿਲਾਂ ਆਪਾਂ ਗੱਪਸ਼ਪ ਲਾਈ ਗਈ ਹੁੰਦੀ ਆ ਤੇ ਤੁਸੀਂ 2 ਵਜੇ ਜੁਆਇਨ ਕਰ ਲਿਓ ਪਹਿਲਾਂ। ਤੇ ਆਪਾਂ ਕੱਲ ਨੂੰ ਮਿਲਦੇ ਆ ਜੀ, ਇੱਥੇ ਸਮਾਪਤੀ ਕਰੀਏ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।